कबहू खीर खांड घिओ न भावै, कबहू घर घर टूक मंगावै, कबहू पूरन चने बनावै, ज्यों राम राखै त्यों रहिए रे भाई, हर की महिमा किछ किछ कथन न जाई। नहाऊ नहाऊ कबहू तुरे तरंग नचावै, कबहू पाए पनी हो न पावै, कबहू खाट सपेदी सवावै, कबहू भूम प्यार न पावै, भगत नाम दिओ एक नाम निस्तारै, जिह गुर मिले ते पार उतारै। कबहू खीर खांड घिओ न भावै। हाँ, कदे खाण पीण की यानी संसारी सुखां की गल है। ये संसारी जीव है जिहड़ा कदे तां उहनूं खीर खंड घिओ ये भी नहीं चंगा लगदा, रज्जिया हुंदा ज़्यादा जिथे जिन्हां दे घर पदार्थ ने ना ਉਹਨੂੰ ਇਹ ਚੀਜ਼ਾਂ ਉਹ ਕਹਿੰਦਾ मैं नहीं खानी खीर। ਨਿਆਣੇ ਨੇ ਜੇ ਦੁੱਧ ਘਰ ਹੋਵੇ ਜਾਗਦੇ ਹੀ ਸੌਂ ਜਾਂਦੇ ਨੇ, ਦੁੱਧ नहीं पीना। ਕਦੇ ਕਹਿੰਦਾ ਇਹ ਚੀਜ਼ਾਂ ਵੀ ਨਹੀਂ ਚੰਗੀਆਂ ਲੱਗਦੀਆਂ ਆਦਮੀ ਨੂੰ। ਕਬਹੂ ਖੀਰ ਖਾਂਡ ਘਿਓ ਨਾ ਭਾਵੈ। ਘਿਓ ਖੰਡ ਖੀਰ ਇਹੀ ਚੀਜ਼ਾਂ ਹੁੰਦੀਆਂ ਸੀ ਉਦੋਂ। ਉਹ ਬਰਫੀ ਬੁਰਫੀ ਨਹੀਂ ਸੀ ਉਦੋਂ ਬਣਾਉਂਦੇ। ਕਹਿੰਦਾ ਖੰਡ ਖੀਰ ਘਿਓ ਕਦੇ ਇਹ ਚੀਜ਼ਾਂ ਵੀ ਨਹੀਂ ਚੰਗੀਆਂ ਲੱਗਦੀਆਂ। ਕਬਹੂ ਘਰ ਘਰ ਟੂਕ ਮੰਗਾਵੈ। ਕਦੇ ਘਰ ਘਰ ਟੁਕੜੇ ਮੰਗਦਾ ਫਿਰਦਾ ਭੁੱਖਾ। ਇੱਕ ਦੇ ਘਰ ਇੰਨਾ ਪਦਾਰਥ ਨੇ ਉਹਦਾ ਖਾਣ ਨੂੰ ਜੀ ਨਹੀਂ ਕਰਦਾ। ਘਿਓ ਹੋਇਆ, ਖੰਡ ਹੋਈ, ਖੀਰ ਖੀਰ ਦੁੱਧ ਨੂੰ ਵੀ ਕਹਿ ਦਿੰਦੇ ਨੇ ਖੀਰ। ਵੈਸੇ ਤਾਂ ਇਹ ਨਹੀਂ ਚੰਗਾ ਲੱਗਦਾ ਤੇ ਕਦੇ ਟੁਕੜੇ ਮੰਗਦਾ ਫਿਰਦਾ ਭੁੱਖਾ। ਕਬਹੂ ਪੂਰਨ ਚਣੇ ਬਣਾਵੈ। ਕਿਤੇ ਉਹ ਜਿਹੜੇ ਨੇ ਜਿਹੜੇ ਚਣੇ ਖਿੰਡ ਜਾਂਦੇ ਨੇ ਨਾ ਉਹ ਕਿਸੇ ਦੇ ਕੋਲੋਂ ਆ ਬਾਹਰ ਅੱਗੇ ਉਹ ਕਰਦੇ ਸੀ ਆਪਾਂ ਜਾਂ ਛੋਲੇ ਵੱਢਦੇ ਸੀ ਨਾ ਉਹ ਖਿੰਡ ਜਾਂਦੇ ਸੀ ਝੜ ਕੇ, ਉਹ ਚੁਗਦੇ ਸੀ ਲੋਕ। ਜਦ ਕਣਕਾਂ ਦੀਆਂ ਬੱਲੀਆਂ ਚੁਗੜੀਆਂ ਜਾਂ ਛੋਲੇ ਜਿਹੜੇ ਝੜੇ ਹੋਏ ਟਾਂਟਾਂ ਉਹ ਚੁਗੜੀਆਂ, ਉਹ ਚੁੱਕ ਕੇ ਫਿਰ ਗਰੀਬ ਗੁਰਬਾ ਫਿਰ ਲੈ ਜਾਂਦਾ ਸੀ। ਬਹੁਤ ਕਰਦੇ। ਕਬਹੂ ਪੂਰਨ ਚਨੇ ਬਣਾਵੈ। ਕਿਤੇ ਉਹ ਜਿਹੜੇ ਬਿਖਰੇ ਹੋਏ ਛੋਲੇ ਨੇ ਥੱਲੇ ਖਿੰਡੇ ਹੋਏ ਧਰਤੀ ਤੇ ਖੇਤਾਂ 'ਚ, ਉਹ ਚੁਗਦਾ ਬਿਨਾਂ ਬੀਨਣਾ ਹੁੰਦਾ ਚੁਗਣਾ। ਇਹ ਯੂਪੀ ਦੀ ਬੋਲੀ ਹੈ। ਬਿਨਾਵੈ ਬੀਨਣਾ ਚੁਗਣੇ ਨੂੰ ਕਹਿੰਦੇ ਨੇ। ਥੱਲੇ ਤੇ ਕੋਈ ਚੀਜ਼ ਹੁੰਦੀ ਹੈ ਨਾ ਉਹਨੂੰ ਚੁਗਣਾ ਬੀਨਣਾ ਕਹਿੰਦੇ ਨੇ ਉਹਨੂੰ। ਬਿਨਾਈ ਵੈਸੇ ਨਿਗਾਹ ਨੂੰ ਕਹਿੰਦੇ ਨੇ। ਬਿਨਾਈ ਜਿਹੜੀ ਹੈ ਨਾ ਅੱਖ ਨੂੰ ਕਹਿੰਦੇ ਨੇ ਉਰਦੂ 'ਚ। ਅਰਬੀ ਭਾਸ਼ਾ ਦਾ ਲਫ਼ਜ਼ ਹੈ ਬਿਨਾਈ, ਅੱਖ ਨੂੰ। ਬਹੁਤ ਗੌਰ ਨਾਲ ਥੱਲੇ ਤੇ ਝਾਕ ਝਾਕ ਕੇ ਚੁਗਣਾ ਨਾ ਕਿਸੇ ਚੀਜ਼ ਨੂੰ, ਉਹ ਬੀਨਣਾ ਹੁੰਦਾ। ਹਾਂ, ਜਿਉਂ ਰਾਮ ਰਾਖੈ ਤਿਉਂ ਰਹੀਏ ਰੇ ਭਾਈ। ਹਾਂ, ਕਹਿੰਦਾ ਜਿਉਂ ਰਾਮ ਰਾਖੈ ਤਿਉਂ ਰਹੀਏ ਰੇ ਭਾਈ। ਯਾਨੀ ਚਾਹੇ ਤੁਹਾਨੂੰ ਚੁੱਕ ਕੇ ਅਨਾਜ ਖਾਣਾ ਪੈਂਦਾ, ਜਿਵੇਂ ਚਨੇ ਚੁੱਕ ਕੇ ਖਾਂਦਾ ਕੋਈ। ਉਹ ਦੇਖੋ ਆਦਮੀ ਨਹੀਂ ਖਾਂਦਾ, ਜਾਨਵਰ ਤਾਂ ਖਾਂਦੇ ਹੀ ਨੇ ਨਾ। ਆਦਮੀ ਨਹੀਂ ਖਾਂਦਾ, ਜਾਨਵਰ ਤਾਂ ਖਾਂਦੇ ਹੀ ਨੇ। ਉਹ ਵੀ ਤਾਂ ਜੀਵੇ ਹੈ, ਪਰ ਆਦਮੀ ਵੀ ਖਾਂਦੇ ਸੀ ਉਦੋਂ। ਆਦਮੀ ਵੀ ਖਾਂਦੇ ਨੇ। ਆ ਹੁਣ ਦੇਖਿਆ ਨਹੀਂ ਇੱਥੇ ਰੇਲਵੇ ਦੇ ਡਿੱਗਿਆ ਹੋਇਆ ਅਨਾਜ ਲੋਕ ਇਕੱਠਾ ਕਰਕੇ ਉਹ ਛੰਡ ਕੇ ਵਿੱਚੋਂ ਪੱਥਰ ਪੁੱਥਰ ਬਰੀਕ ਮਿੱਟੀ ਮੁੱਟੀ ਕੱਢ ਕੇ ਲੈ ਕੇ ਜਾਂਦੇ ਹੀ ਨੇ ਨਾ ਗਰੀਬ ਆਦਮੀ। ਤੇ ਗਰੀਬੀ ਜਿਹੜੀ ਹੈਗੀ ਉਹ ਸਭ ਕੁਝ ਕਰਾ ਦਿੰਦੀ ਹੈ। ਮਜਬੂਰੀ ਸਭ ਕੁਝ ਕਰਾ ਦਿੰਦੀ ਹੈ। ਉਹ ਕਹਿੰਦੇ ਪਰ ਮਜਬੂਰੀ ਨੂੰ ਤੁਸੀਂ ਰਾਮ ਦਾ ਹੀ ਹੁਕਮ ਸਮਝੋ, ਮਸਤ ਰਹੋ ਜਿਵੇਂ ਰੱਖੇ ਰਾਮ। ਜਿਉਂ ਰਾਮ ਰਾਖੈ ਤਿਉਂ ਰਹੀਏ ਰੇ ਭਾਈ। ਉਵੇਂ ਰਹੀਏ, ਖੁਸ਼ ਰਹੀਏ ਫਿਰ ਵੀ। ਕਿਉਂਕਿ ਦੁੱਖ ਨੂੰ ਦਾਰੂ ਬਣ ਕੇ ਜੇ ਚੱਲੀਏ, ਜੇ ਦੁੱਖ ਭੂਖ ਦੀ ਮਾਰ ਨੂੰ ਉਹਦੀ
ਗਿਫਟ ਮੰਨ ਕੇ ਚੱਲੀਏ। ਇੱਕ ਨਾ ਦੁੱਖ ਭੂਖ ਸਦ, ਇਹ ਵੀ ਦਾਤ ਤੇਰੀ ਦਾਤਾਰ। ਉਹ ਦਾਤ ਹੈ ਹੰਕਾਰ ਦਾ ਜਿਹੜਾ ਗਰਾਫ ਸੀ ਪਿਛਲੇ ਜਨਮ ਵਿੱਚ ਬਹੁਤ ਉੱਚਾ ਹੋਣਾ, ਉਹ ਤਾਂ ਕੀਤਾ ਤੇਰਾ ਗਰਾਫ ਥੱਲੇ। ਦਿਮਾਗ ਖਰਾਬ ਹੋ ਗਿਆ ਹੋਣਾ, ਜ਼ਿਆਦਾ ਦੇ ਬੈਠਿਆ ਹੋ, ਤੈਨੂੰ ਜ਼ਿਆਦਾ ਦੇ ਬੈਠੇ ਤੇ ਦਿਮਾਗ ਖਰਾਬ ਹੋ ਗਿਆ। ਹੁਣ ਠੀਕ ਕਿਵੇਂ ਕਰਨਾ ਦਿਮਾਗ ਉਹਦਾ? ਹੁਣ ਚੁੱਕ ਕੇ ਖਾ ਲੈ ਤੂੰ, ਦਿਮਾਗ ਠੀਕ ਹੋ ਜਾਵੇ। ਪਿੱਛੇ ਦਾ ਨਹੀਂ ਨਾ ਸਾਨੂੰ ਪਤਾ ਵੀ ਪਿੱਛੇ ਕੀ ਸੀ। ਜਿਹੜਾ ਕੱਪੜਾ ਗਰਮ ਪਾਣੀ 'ਚ ਸਰਫ 'ਚ ਪਾਇਆ, ਉਹਦੇ 'ਤੇ ਕੋਈ ਖਾਸ ਦਾਗ ਲੱਗਿਆ ਹੋਇਆ ਆ, ਖਾਸ ਉੱਤੇ ਮੈਲ ਹੈ ਜਿਹੜੀ ਉਤਰੂ, ਉਵੇਂ ਉਵੇਂ ਉਤਰੂ। ਉਹਦਾ ਇਲਾਜ ਤਾਂ ਫਿਰ ਉਵੇਂ ਹੀ ਕਰਨਾ ਪਊ ਜਿਵੇਂ ਉਹਦਾ, ਇਹਨੂੰ ਮੈਲ ਇਹੋ ਜਿਹੀ ਲੱਗੀ ਹੋਈ ਹੈ, ਇਹਦਾ ਇਲਾਜ ਉਹੀ ਹੈ ਕੂਰਬ ਚਨੇ ਬਣਾਵੇ ਵਾਲਾ। ਤਾਂ ਕਿਹਾ ਇਹ ਵੀ ਦਾਤ ਤੇਰੀ ਦਾਤਾਰ, ਉਹ ਵੀ ਦਾਤ ਇਹ ਹੈ। ਲੇਕਿਨ ਆਦਮੀ ਨਹੀਂ ਇਹ ਗੱਲ ਸਮਝਦਾ। ਆਦਮੀ ਨੂੰ ਕਿਉਂਕਿ ਪਿਛਲਾ ਨਹੀਂ ਨਾ ਪਤਾ, ਸਾਨੂੰ ਪਿਛਲੇ ਜਨਮਾਂ ਦਾ ਨਹੀਂ ਪਤਾ, ਹੁਣ ਦਾ ਹੀ ਪਤਾ। ਹਾਂਜੀ, ਹਰ ਕੀ ਮਹਿਮਾ ਕਿਛ ਕਥਨ ਨਾ ਜਾਈ। ਇਹ ਹਰ ਕੀ ਮਹਿਮਾ, ਇਹਦਾ ਨਹੀਂ ਪਤਾ ਹੈਗਾ ਪਿੱਛੇ ਕੀ ਕਰਕੇ ਕਿਉਂ ਕੀਤਾ, ਕਿਸੇ ਨੂੰ ਮਜਬੂਰ ਕਿਉਂ ਕਰਦਾ, ਉਹਨੂੰ ਚੁੱਕ ਕੇ ਜਿਹੜੇ ਨੇ ਅੰਨ ਕਿਉਂ ਖਾਣਾ ਪੈਂਦਾ, ਖੰਡ ਖੀਰ ਉਹਨੂੰ ਜਿਹੜੀ ਦਿੱਤੀ ਹੈ ਫਾਲਤੂ ਕਿਉਂ ਦਿੱਤੀ ਹੋਈ ਹੈ। ਇਹ ਜਿਹੜਾ ਹੈ ਰਾਮ ਦੀ ਪਲੈਨਿੰਗ, ਰਾਮ ਦੀ ਜਿਹੜੀ ਇਹ ਖੇਡ ਹੈ, ਆਦਮੀ ਦੇ ਬਸ ਦੀ ਨਹੀਂ ਗੱਲ ਸਮਝੀ। ਕਿਛ ਕਥਨ ਨਾ ਜਾਏ, ਇਹ ਹਾਂ ਜਾਂ ਪਤਾ ਹੀ ਨਹੀਂ ਕਥਨ ਕੀ ਕਰੀਏ। ਜਿਹੜੀ ਗੱਲ ਦਾ ਆਪਾਂ ਨੂੰ ਗਿਆਨ ਹੈ ਉਹੀ ਦੱਸਾਂਗੇ, ਜਿਹਦਾ ਪਤਾ ਹੀ ਨਹੀਂ, ਬੈਕਗਰਾਊਂਡ ਦਾ ਹੀ ਨਹੀਂ ਪਤਾ, ਇਹਦੇ ਬਾਰੇ ਨਹੀਂ ਕੁਛ ਗੁਰਬਾਣੀ ਕਹਿੰਦੀ ਹੈ। ਕਿਉਂ ਇਹ ਹੁੰਦਾ, ਇਸ ਕਿਉਂ ਦਾ ਜਵਾਬ ਨਹੀਂ ਹੈ। ਬਹੁਤ ਸਾਰੇ ਇੱਥੇ ਆ ਕੇ ਬਹੁਤ ਸਾਰੇ ਕਿਉਂ, ਹਜ਼ਾਰਾਂ ਕਿਉਂ ਆ ਜਾਂਦੇ ਨੇ, ਕੋਈ ਜਵਾਬ ਨਹੀਂ ਹੁੰਦਾ, ਕਿਉਂਕਿ ਕਿਉਂ ਦਾ ਜਵਾਬ ਸਾਡਾ ਵਿਸ਼ਾ ਨਹੀਂ ਹੈ। ਇਹ ਸਾਡਾ ਵਿਸ਼ਾ ਹੀ ਨਹੀਂ ਕਿਉਂ ਹੁੰਦਾ ਹੈ। ਇਹ ਤਾਂ ਕਰਤੇ ਪੁਰਖ ਦੇ ਉੱਤੇ ਸਵਾਲ ਹੈ, ਕਿਉਂ ਕਰਦਾ ਉਹ। ਅਸੀਂ ਅਫਸਰ ਲੱਗੇ ਹੋਏ ਹਾਂ ਉਹਦੇ, ਕਿਉਂ ਕਰਦਾ, ਕਰਦਾ ਉਹਦੀ ਮਰਜ਼ੀ ਕਰਦਾ। ਤੁਸੀਂ ਕੀ ਲੈਣਾ, ਤੁਸੀਂ ਕੀ ਲੈਣਾ? ਜਾਤੇ ਜਾ ਤੁਸੀਂ ਬਾਗੀ ਹੋ ਜਾਓਗੇ, ਹੋ ਜਾਓ, ਉਹਦਾ ਕੀ ਵਿਗੜਦਾ, ਕਿਸੇ ਦਾ ਕੀ ਵਿਗੜਦਾ। ਜਿਹੜੇ ਲੋਕ ਕਹਿੰਦੇ ਨੇ ਜਿਹੜਾ ਐਸਾ ਹੈਗਾ ਤੁਹਾਡਾ ਪਰਮੇਸ਼ਰ ਆ ਰੱਬ, ਜਿਹੜਾ ਸਵਾਰਥੀ ਹੈ, ਚਾਹੁੰਦਾ ਮੇਰੀ ਉਹ ਕਰੇ, ਇਹ ਪੂਜਾ ਕਰਨ ਲੋਕ, ਅਸੀਂ ਨਹੀਂ ਉਹਨੂੰ ਮੰਨਦੇ। ਨਾ ਮੰਨ ਕਿ ਸਾਡਾ ਗੱਡਾ ਖੜਾ, ਨਹੀਂ ਮੰਨਦਾ ਨਾ ਮੰਨ, ਕਿਸੇ ਦਾ ਤਾਂ ਕੋਈ ਨੁਕਸਾਨ ਨਹੀਂ। ਨਾ ਮੰਨ, ਨਾ ਮੰਨਦਾ ਜਨਮ ਨਾ ਲੈਂਦਾ ਤੂੰ, ਪਹਿਲਾਂ ਤਾਂ ਜਨਮ ਨਾ ਲੈਂਦਾ, ਫਿਰ ਤੂੰ ਰਾਸ਼ਟਰਪਤੀ ਬਣ ਜਾ। ਨਾ ਮੰਨ, ਆਪਣੇ ਰਾਜ ਕਾਇਮ ਕਰ ਲੈ, ਸਰਕਾਰ ਦੀ ਬਿਨਾਂ ਮੰਨ, ਲੋਕਲ ਸਰਕਾਰ ਦੀ ਬਿਨਾਂ ਮੰਨ, ਪਤਾ ਲੱਗ ਜੂ ਤੈਨੂੰ। ਪਹਿਲਾਂ ਤਾਂ ਲੋਕਲ ਸਰਕਾਰ ਹੈ ਨਾ ਜਿਹੜੀ ਰੱਬ ਨੂੰ ਮੰਨਦੀ ਹੈ, ਇਹਦੀ ਉਹ ਨਾ ਮੰਨ ਪਹਿਲਾਂ, ਫਿਰ ਤੈਨੂੰ ਪਤਾ ਲੱਗ ਜੂਗਾ। ਕਿਸੇ ਦੇ ਖੇਤ 'ਤੇ ਕਬਜ਼ਾ ਕਰ ਲੈ, ਫਿਰ ਲੱਗ ਜੂ ਪਤਾ। ਆਪਣਾ ਬਾਰਡਰ ਟੱਪ ਕੇ ਦਿਖਾ ਦੇ ਆਪਣੀ ਮਰਜ਼ੀ ਨਾਲ ਵੀ ਮੈਂ ਨਹੀਂ ਮੰਨਦਾ ਬਾਰਡਰ ਨੂੰ, ਲੱਗ ਜੂ ਪਤਾ। ਇਹ ਤਾਂ ਮੂਰਖਾਂ ਦੀਆਂ ਗੱਲਾਂ। ਤੂੰ ਕਿਉਂ ਨਹੀਂ ਮੰਨਦਾ? ਜਾ ਟੱਪ ਕੇ ਦਾ ਦਿਖਾ ਬਾਰਡਰ ਤੋਂ, ਥਾਂ ਥਾਂ 'ਤੇ ਬੰਨਿਆ ਪਿਆ ਆਦਮੀ। ਬੇਵਕੂਫ ਦਾ ਕੀ ਹੈ, ਕੁਛ ਕਹਿ ਦਿੰਦਾ। ਹਾਂਜੀ, ਕਬਹੂ ਤੁਰੇ ਤੁਰੰਗ ਨਚਾਵੇ, ਕਿਤੇ ਤੁਰੇ ਤਰੰਗ ਨਚਾਵੇ, ਕਿਤੇ ਘੋੜੇ ਨਚਾਉਂਦਾ। ਕਰਦੇ ਹੀ ਨੇ ਲੋਕ, ਮਤਲਬ ਕੰਮ ਹੈ ਨਹੀਂ। ਅਮੀਰ ਹੈਗਾ, ਆਪਣੀ ਮੌਜ ਮਸਤੀ ਕਰਦਾ। ਕਬਹੂ ਤੁਰੇ ਤੁਰੰਗ ਨਚਾਵੇ, ਹਾਂ, ਕਬਹੂ ਪਾਏ ਪਨ ਹਿਉ ਨਾ ਪਾਵੇ। ਕਿਤੇ ਇਹ ਆ ਕਿ ਜੁੱਤੀ ਵੀ ਨਸੀਬ ਨਹੀਂ ਹੈ, ਕਿਤੇ ਤਾਂ ਜੁੱਤੀ ਪਾਈ ਹੋਈ ਹੈ ਬਹੁਤ ਕੀਮਤੀ, ਘੋੜੇ 'ਤੇ ਚੜ੍ਹਿਆ ਹੈ, ਜੁੱਤੀ ਵੀ ਥੱਲੇ ਨਹੀਂ ਕੱਸਦੀ, ਪੈਰ ਵੀ ਨਹੀਂ ਲੱਗਦਾ ਥੱਲੇ ਜ਼ਮੀਨ 'ਤੇ। ਜੁੱਤੀ ਤਾਂ ਬਹੁਤ ਕੀਮਤੀ ਹੈ, ਪਰ ਤੁਰਦਾ ਨਹੀਂ, ਫਿਰ ਵੀ ਘੋੜੇ 'ਤੇ ਚੜ੍ਹਿਆ ਹੋਇਆ। ਕਿਤੇ ਪੈਰ 'ਚ ਜੁੱਤੀ ਵੀ ਨਹੀਂ ਲੱਭਦੀ ਪਾਉਣ ਨੂੰ। ਕਬਹੂ ਪਾਏ ਪਣੀ ਹੋਣਾ ਪਾਵੇ, ਬਣੀ ਜੁੱਤੀ ਹੁੰਦੀ ਹੈ,
ਜੁੱਤੀ ਜੇ ਮਿਲੇ ਤਾਂ ਪਾਵੇ ਵਿਚਾਰਾ, ਨੰਗੇ ਪੈਰੀਆਂ ਰਹਿੰਦਾ ਉਹ, ਕੋਈ ਨੰਗੇ ਪੈਰੀਆਂ ਤੁਰਿਆ ਫਿਰਦਾ ਕਦੇ। ਹੈ ਇੱਕੋ ਹੀ ਆਦਮੀ, ਕਈ ਜਨਮਾਂ 'ਚ ਤੈਨੂੰ ਇੱਦਾਂ ਹੋਇਆ ਹੋ, ਕਈ ਜਨਮਾਂ 'ਚ ਉੱਦਾਂ ਵੀ ਹੋਇਆ ਹੋ। ਇੱਕ ਦੀ ਗੱਲ ਚੱਲਦੀ ਹੈ, ਅੱਡ ਅੱਡ ਆਦਮੀਆਂ ਦੀ ਗੱਲ ਨਹੀਂ ਚੱਲਦੀ ਹੈ। ਕਬਹੂ ਆ ਰਿਹਾ ਦਰਵੇਸ਼, ਕਦੇ ਕਦੇ ਕਿਸੇ ਜਨਮ ਬਚਾਅ ਹੋ ਗਿਆ ਸੀ, ਕਿਸੇ ਚਾਹ ਹੋ ਗਿਆ। ਜਿਹਦਾ ਤੂੰ ਇਤਰਾਜ਼ ਕਰਦਾ ਨਾ ਵੀ ਆਹ ਧੱਕਾ ਕਰਦੇ ਨੇ, ਤੈਂ ਧੱਕਾ ਕੀਤਾ ਹੋਊਗਾ ਪਹਿਲਾਂ, ਹੁਣ ਤੇਰੇ ਨਾਲ ਹੁੰਦਾ, ਹੁਣ ਚੀਕਾ ਮਾਰਦਾ, ਇਹਨਾਂ ਨਾਲ ਫੇਰ ਹੋ ਜੂ, ਇਹਨਾਂ ਨਾਲ ਫੇਰ ਹੋ ਜੂ। ਤੂੰ ਚੁੱਪ ਕਰ ਰਿਹਾ, ਤੂੰ ਆਪਣਾ ਕਰੀ ਜਾ। ਤੂੰ ਇਹ ਸੋਚ ਵੀ ਜੋ ਹੋ ਰਿਹਾ, ਮੈਂ ਕੁਝ ਜੇ ਕੀਤਾ ਸੀ, ਉਹਦੀ ਮੈਨੂੰ ਜੇ ਭੁਗਤਣਾ ਪੈ ਰਿਹਾ, ਖੁਸ਼ੀ ਖੁਸ਼ੀ ਭੁਗਤ ਕੇ ਆਪਣਾ ਘਰ ਨੂੰ ਜਾ। ਇਤਰਾਜ਼ ਨਾ ਕਰ ਮੇਰੇ ਨਾਲ ਕਿਉਂ ਹੋ ਰਿਹਾ। ਨਜਾਇਜ਼ ਨਹੀਂ ਹੋ ਰਿਹਾ ਕਿਸੇ ਨਾਲ ਵੀ, ਜਾਇਜ਼ ਹੋ ਰਿਹਾ। ਸਭ ਨਾਲ ਜਾਇਜ਼ ਹੋ ਰਿਹਾ, ਨਜਾਇਜ਼ ਕਿਸੇ ਨਾਲ ਵੀ ਨਹੀਂ ਹੋ ਰਿਹਾ। ਜੇ ਨਜਾਇਜ਼ ਹੋ ਰਿਹਾ ਹੋਵੇ ਕਿਸੇ ਨਾਲ, ਪਰਮੇਸ਼ਰ ਨਜਾਇਜ਼ ਕਰ ਲਿਆ ਹੋਵੇ, ਤਾਂ ਉਹਦੇ ਜਿਹੜੇ ਗੁਣ ਨੇ, ਦਿਆਲੂ ਕਿਰਪਾਲੂ, ਇਹ ਨਹੀਂ ਰਹਿ ਸਕਦੇ। ਫਿਰ ਨਹੀਂ ਰਹਿ ਸਕਦੇ। ਹਾਂਜੀ। ਕਬੂ ਖਾਟ ਸਫੇਦੀ ਸਵਾਵੈ, ਕਦੇ ਖਾੜ ਦੇ ਉੱਤੇ ਵੀ ਸਫੇਦ ਕੱਪੜਾ, ਬਹੁਤ ਸਫੇਦ ਕੱਪੜੇ ਉੱਤੇ ਵਿਛਾ ਕੇ, ਖਾਟ ਮੰਜੀ ਦੇ ਮੰਜੇ ਦੇ ਉੱਤੇ ਖਾਟ ਸਫੇਦੀ ਸਵਾਵੈ। ਹਾਂ, ਸਫੇਦੀ ਮਤਲਬ ਖਾਟ ਇਹ ਨਹੀਂ ਨਾ ਹੈਗੀ ਵੀ ਵਿਛੀ ਹੋਈ ਹੈ ਖਾਟ, ਸਫੇਦ ਕੱਪੜਾ ਵੀ ਸਫੇਦ ਹੈ, ਚਾਦਰ ਵੀ ਸਫੇਦ ਹੈ, ਉੱਥੇ ਸੌਂਦਾ। ਕਹੂੰ ਭੂਮੀ ਪੈ ਆਰ ਨਾ ਪਾਵੈ, ਕਦੇ ਕਹਿੰਦਾ ਬਸ ਥੱਲੇ ਹੀ ਪੈ ਜਾਂਦਾ, ਉੱਥੇ ਵੀ ਸਾਫ਼ ਨਹੀਂ ਕਰਦਾ, ਝਾੜੂ ਮਾਰ ਕੇ ਨਹੀਂ ਪੈਂਦਾ, ਉੱਦਾਂ ਹੀ ਪੈ ਜਾਂਦਾ। ਕਹੂੰ ਭੂਮੀ ਪੈ ਆਰ ਨਾ ਪਾਵੈ। ਹਾਂ, ਜਿੱਥੇ ਦੇਖਿਆ ਉੱਥੇ ਹੀ ਪੈ ਗਿਆ। ਕਦੇ ਜ਼ਮੀਨ ਤੇ ਜਿੱਥੇ ਦੇਖਿਆ ਉੱਥੇ ਹੀ ਪੈ ਗਿਆ। ਭਗਤ ਨਾਮ ਦਿਓ ਇੱਕ ਨਾਮ ਨਿਸਤਾਰੈ, ਭਗਤ ਨੇ ਆ ਨਾਮਦੇਵ ਕਹਿੰਦਾ, ਚਾਹੇ ਉਹ ਅਮੀਰ ਹੈ ਚਾਹੇ ਉਹ ਗਰੀਬ ਹੈ, ਨਾਮ ਦੋਹਾਂ ਨੂੰ ਉਤਾਰ ਦਿੰਦਾ। ਨਾਮ ਤੇ ਬਿਨਾਂ ਨਾ ਅਮੀਰ ਤਰ ਸਕਦਾ, ਨਾਮ ਤੇ ਬਿਨਾਂ ਨਾ ਗਰੀਬ ਤਰ। ਇਹਦੀ ਨਾਮ ਦੀ ਲੋੜ ਦੋਹਾਂ ਨੂੰ ਹੀ ਹੈ। ਨਾਮ ਇੱਕੋ ਹੀ ਹੈ, ਨਾਮ ਇੱਕੋ ਹੀ ਹੈ ਦੋਹਾਂ ਨੂੰ ਤਰਨ ਵਾਸਤੇ। ਅਮੀਰ ਆਦਮੀ ਵੀ ਨਾਮ ਨਾਲੇ ਤਰੂਗਾ, ਗਰੀਬ ਵੀ ਨਾਮ ਨਾਲੇ ਤਰੂਗਾ। ਇਹਦੇ ਬਿਨਾਂ ਦੋਹਾਂ ਦਾ ਨਹੀਂ ਸਰਦਾ। ਗਰੀਬ ਰਾਮ ਨੂੰ ਛੇਤੀ ਮੰਨ ਲੈਂਦਾ, ਅਮੀਰ ਕੋ ਆਪਣਾ ਹੁਕਮ ਹੁੰਦਾ ਨਾ, ਆਪਣੇ ਹੁਕਮ ਚੱਲਦਾ ਹੁੰਦਾ ਉਹਦਾ ਨਾ, ਉਹ ਨੂੰ ਹੁਕਮ ਦੀ ਆਦਤ, ਹਕੂਮਤ ਕਰਨ ਦੀ ਆਦਤ ਪਈ ਹੁੰਦੀ ਹੈ। ਜਿਹਨੂੰ ਹਕੂਮਤ ਕਰਨ ਦੀ ਆਦਤ ਹੈ, ਦੂਏ ਦੇ ਹੁਕਮ ਚੱਲਣਾ ਮੁਸ਼ਕਿਲ ਉਹਦੇ ਵਾਸਤੇ। ਜਿਹੜਾ ਆਪ ਹੁਕਮ ਕਰਦਾ ਹੋਵੇ, ਜਿਹੜਾ ਆਪ ਪੜ੍ਹਾਉਂਦਾ ਰਿਹਾ ਹੋਵੇ, ਜਿਹੜਾ ਆਪ ਲੀਡਰ ਹੋਵੇ, ਉਹਨੂੰ ਦੂਏ ਦੀ ਲੀਡਰੀ ਔਖੀ ਹੈ ਫਿਰ ਕਬੂਲ ਕਰਨੀ। ਜਿਨ੍ਹਾਂ ਨੇ 200-150 ਸਾਲ ਹੁਣ ਪ੍ਰਚਾਰ ਕੀਤਾ, ਲੀਡਰੀ ਕੀਤੀ ਹੈ, ਹੁਣ ਉਹ ਭੱਠੀ 'ਚ ਜਿਵੇਂ ਭੁੱਜਦਾ ਹੁੰਦਾ ਨਾ, ਭੱਠੀ ਦੇ ਉੱਤੇ ਦਾਣੇ ਰੱਖੇ ਹੁੰਦੇ ਨੇ ਵਿੱਚ ਰੇਤੇ 'ਚ, ਗਰਮੇ ਤਿੜਕਦੇ ਨੇ, ਐਂ ਵਿਆਕੁਲ ਨੇ। ਕਿੱਲੀ ਜੀ ਮੱਕੀ ਪਾ ਦੇਣਾ ਭੱਠੀ 'ਚ ਰੇਤੇ 'ਚ, ਜਾਂ ਥੱਲੇ ਅੱਗ ਜਲਦੀ ਹੈ, ਐਂ ਭੁੱਜਦੇ ਨੇ ਉਹਨਾਂ ਦੇ ਦਿਲ। ਆਪਣੇ ਕਰਮ ਦੇ ਉੱਤੇ ਨਹੀਂ ਵੀ ਅਸੀਂ ਕੀਤਾ ਕੀ ਹੈ, ਆਪਣੇ ਅੰਦਰ ਨਹੀਂ ਝਾਕਦੇ। ਬਸ ਵੀ ਜੋ ਅਸੀਂ ਕਹਿੰਦੇ ਸੀ, ਜੋ ਅਸੀਂ ਕਹਿੰਦੇ ਉਹੀ ਮੰਨਣ, ਸਾਡੀ ਸੁਣ ਲੋਕ। ਹਾਂਜੀ। ਜੇ ਗੁਰ ਮਿਲੇ ਤੇ ਪਾਰ ਉਤਾਰੈ, ਜੇ ਗੁਰ ਮਿਲੇ ਤਾਂ ਪਾਰ ਉਤਾਰੈ। ਜਿਹਨੂੰ ਗਿਆਨ ਮਿਲ ਜਾਂਦਾ ਹੈ ਦੋਹਾਂ ਦੇ ਵਿੱਚੋਂ, ਉਹ ਪਾਰ ਹੋ ਜਾਂਦਾ। ਗਿਆਨ ਦੇ ਮਾਰਗ ਤੇ, ਗਿਆਨ ਦੇ ਆਸਰੇ ਹੀ ਪਾਰ ਹੋਣਾ। ਗਿਆਨ ਦੇ ਨਾਲ ਮਨ ਨੂੰ, ਖਿੰਡੇ ਹੋਏ ਮਨ ਨੂੰ, ਜਿਹੜਾ ਮਨ ਖਿੰਡਿਆ ਹੋਇਆ ਨਾ, ਗਿਆਨ ਦੇ ਨਾਲ ਇਕੱਠਾ ਹੋਣਾ, ਗਿਆਨ ਦੇ ਰੱਸੇ ਨਾਲੇ ਵੱਜ ਕੇ ਇਕੱਠਾ ਹੋਣਾ ਹੈ ਨਾ। ਇਕੱਠਾ ਹੋਏ ਤੇ ਬਿਨਾਂ ਇੱਥੋਂ ਜਾ ਨਹੀਂ ਸਕਦਾ। ਸੰਸਾਰ ਚੋਂ ਖਿੰਡੇ ਹੋਏ ਮਨ ਨੂੰ ਗਿਆਨ ਕੱਢੂ ਬਾਹਰ, ਔਰ ਗਿਆਨ ਐਸਾ ਬੰਨ ਕੇ ਰੱਖੂ ਜਿਵੇਂ ਕੋਈ ਰੇਤ ਖੰਡ 'ਚ ਰਲੀ ਹੋਈ ਹੈ, ਸਾਡਾ ਡੁੱਲ ਗਈ ਸਾਰੀ, ਚੁੱਕ ਕੇ ਦੁਬਾਰਾ ਫੇਰ
ਕਿਸੇ ਕੱਪੜੇ 'ਚ ਪਾ ਕੇ ਜਾਂ ਲਿਫਾਫੇ 'ਚ ਪਾ ਕੇ ਫਿਰ ਦੁਬਾਰਾ ਬੰਨ੍ਹ ਕੇ ਰੱਖਣੀ ਪਊਗੀ ਮਨ ਨੂੰ ਵੀ ਫੇਰ ਨਾ ਖਿੰਡ ਜਵੇ। ਹਰ ਹੈ ਰੇਤ ਹਰ ਹੈ ਖਾਂਡ ਰੇਤ ਮੈਂ ਬਿਖਰੀ, ਮਾਇਆ 'ਚ ਖਿੰਡ ਗਿਆ ਮਨ। ਹਾਂਜੀ। ਹਸਤ ਖੇਲਤ ਤੇਰੇ ਦੇਹੁਰੇ ਆਇਆ, ਭਗਤੀ ਕਰਤ ਨਾਮਾ ਪਕੜ ਉਠਾਇਆ। ਨਾਮਦੇਵ ਨੇ ਦੱਸਿਆ ਦੋ ਕਿਸਮ ਦੀ ਜ਼ਿੰਦਗੀ ਦੱਸੀ ਹੈ, ਗਰੀਬ ਦੀ ਜ਼ਿੰਦਗੀ ਦੱਸੀ ਹੈ, ਇੱਕ ਅਮੀਰ ਦੀ ਜ਼ਿੰਦਗੀ ਦੱਸੀ ਹੈ। ਉਹ ਕਹਿੰਦਾ ਚਾਹੇ ਗਰੀਬੀ ਅਮੀਰੀ ਦੋਏ ਜਨਮ ਦੋ ਪ੍ਰਕਾਰ ਦੇ ਜਨਮਾਂ ਦੇ ਵਿੱਚ ਹੱਸਦਾ ਖੇਲਦਾ, ਹੁਣ ਇਹ ਜਨਮ 'ਚ ਤੇਰੇ ਦੇਹੁਰੇ ਆ ਗਿਆ, ਤੇਰੇ ਦਰ 'ਤੇ ਆ ਗਿਆ ਮੈਂ। ਪਿੱਛੇ ਹੱਸਦਾ ਵੀ ਰਿਹਾ ਖੇਲਦਾ ਵੀ ਰਿਹਾ, ਪਰ ਹੁਣ ਤੇਰੇ ਦੇਹੁਰੇ ਤੇਰੇ ਨਹੀਂ ਆਇਆ ਪਹਿਲਾਂ ਦੇਹੁਰੇ 'ਤੇ, ਹੁਣ ਐਤਕੀ ਤੇਰੇ ਦੇਹੁਰੇ 'ਤੇ ਆ ਗਿਆ, ਤੇਰੇ ਦਰ 'ਤੇ ਦਰਵਾਜ਼ੇ 'ਤੇ ਆ ਗਿਆ, ਤੇਰੇ ਦੇਹੁਰੇ ਆਇਆ। ਭਗਤੀ ਕਰਤ ਨਾਮਾ ਪਕੜ ਉਠਾਇਆ। ਭਗਤੀ ਕਰਦਾ ਕਰਦਾ ਨਾਮਾ ਉਠਾ ਲਿਆ। ਜਿਵੇਂ ਬੀਜ ਦੇ ਵਿੱਚ ਦਾਣਾ ਹੁੰਦਾ ਨਾ, ਉਹ ਜਦ ਉੱਠਦਾ ਹੈ ਤਾਂ ਲੰਮਾ ਹੋ ਜਾਂਦਾ ਹੈ, ਜੜ ਵੀ ਉਹਦੀ ਸਿੱਧੀ ਹੋ ਜਾਂਦੀ ਹੈ। ਐਂ ਉੱਠਿਆ, ਉੱਠ ਫਰੀਦਾ ਸੁੱਤਿਆ, ਜਾਗਿਆ, ਪਤਾ ਲੱਗਿਆ ਉਹ ਇਹ ਤਾਂ ਗੱਲ ਹੋਰ ਹੈ। ਨਾਮਦੇਵ ਵੀ ਕੁਛ ਹੋਰੇ ਸਮਝਦਾ ਸੀ ਪਹਿਲਾਂ, ਬੀਠਲ ਨੂੰ ਕੁਛ ਹੋਰੇ ਸਮਝਦਾ ਸੀ, ਸਾਰੇ ਭਗਤ ਹੋਰੇ ਕੋ ਸਮਝਦੇ ਸੀ। ਜਿਹੜੀ ਮੱਤ ਹੈ ਪਹਿਲਾਂ ਗੁਰਮਤਿ ਪ੍ਰਗਟ ਨਹੀਂ ਸੀ ਕਬੀਰ ਵੇਲੇ, ਭਗਤਾਂ ਵੇਲੇ, ਜਿਵੇਂ ਹੁਣ ਹੋਰੇ ਕੋ ਸਮਝਦੇ ਸੀ ਨਾ ਗੁਰਮਤਿ ਨੂੰ, ਐਵੇਂ ਉਦੋਂ ਵੀ ਸਮਝਦੇ ਸੀ ਸਾਰੇ ਹੀ। ਪਕੜ ਉਠਾਇਆ, ਹੁਣ ਜਾਗਿਆ ਨਾਮ। ਕਬੀਰ ਨੇ ਆਪ ਦੱਸਿਆ ਵੀ ਮੈਂ ਇੰਨਾ ਚਿਰ ਮਾਲਾ ਫੇਰੀ, ਮੇਰਾ ਜਨਮ ਸਾਰਾ ਕਾਸ਼ੀ ਦੇ ਵਿੱਚ ਬਰਬਾਦ ਹੋ ਗਿਆ, ਸਗਲ ਜਨਮ ਸ਼ਿਵਪੁਰੀ ਗਵਾਇਆ। ਕਿਉਂ ਗਵਾਇਆ? ਗਿਆਨ ਹੈ ਨਹੀਂ ਸੀ, ਹੋਰੇ ਰਾਹ ਪਏ ਸੀ, ਮੂਰਤੀ ਪੂਜਾ ਵਾਲੇ ਰਾਹ ਪਿਆ ਸੀ, ਮਾਲਾ ਫੇਰਦਾ ਸੀ। ਇਹ ਜਿਹੜਾ ਪ੍ਰਚਾਰ ਸੀ ਪਿੱਛੇ, ਇਹ ਠੱਗਾਂ ਦਾ ਪ੍ਰਚਾਰ ਸੀ। ਠੱਗਾਂ ਦਾ ਪ੍ਰਚਾਰ ਸ਼ੁਰੂ ਕੀਤਾ ਹੋਇਆ ਸੀ। ਮੂਰਖ ਔਰ ਬੇਵਕੂਫ ਜਿਹੜੇ ਸੀ ਵਿਚਾਰੇ, ਅਗਿਆਨੀ ਐਂ ਕਹਿ ਲਓ, ਉਹ ਪ੍ਰਚਾਰ ਰਹੇ ਸੀ। ਉਹਨਾਂ ਦੀ ਆਪਣੀ ਤਸੱਲੀ ਹੋਈ ਨਹੀਂ ਸੀ, ਔਰ ਬਸ ਇਹਦਾ ਬੁੱਧੀ ਹੋਈ ਨਹੀਂ ਸੀ ਉਹਨਾਂ ਦੀ। ਬਹੁਤੀ ਜਗ੍ਹਾ ਤਾਂ ਬੁੱਧੀ ਉਹ ਥੋੜ੍ਹੀ ਸੀ, ਉਹਨਾਂ ਨੂੰ ਕੋਈ ਦੱਸੇ ਤਾਂ ਹੀ ਪਤਾ ਲੱਗਣਾ ਸੀ, ਆਪਣੀ ਬੁੱਧੀ ਨਹੀਂ ਸੀ ਇੰਨੀ ਉਹਨਾਂ ਦੀ। ਕਿਰਪਾ ਉਹਨਾਂ ਤੇ ਕਿਉਂ ਨਹੀਂ ਹੋਈ? ਜਾਂ ਤਾਂ ਉਹਨਾਂ ਨੇ ਮੰਗੀ ਹੈ ਨਹੀਂ, ਜਾਂ ਉਹਨਾਂ ਨੂੰ ਗਿਆ, ਜਾਂ ਉਹਨੂੰ ਇਹ ਸੈਟਿਸਫਾਈ ਸੀ ਉਹਦੇ ਨਾਲ ਜੋ ਕੁਛ ਕਰ ਰਹੇ ਤੇ ਵੀ ਠੀਕ ਹੈ। ਨਾਮਦੇਵ ਵੇਲੇ ਵੀ ਇਹੀ ਹਾਲ ਸੀ, ਜਿਹੋ ਜਿਹਾ ਹੁਣ ਆਪਣਾ ਹੈ ਹਾਲ, ਇਹੋ ਜਿਹਾ ਹੀ ਹਾਲ ਸੀ। ਹਾਂਜੀ। ਹੀਨੜੀ ਜਾਤ ਮੇਰੀ ਜਾਦਮ ਰਾਇਆ। ਫੇ ਜਾਦਮ ਰਾਇਆ, ਮੇਰੀ ਜਿਹੜੀ ਜਾਤ ਹੈ ਘਟੀਆ ਜਾਤ ਹੈ ਮੇਰੀ। ਸਰੀਰ ਮੇਰਾ ਘਟੀਆ ਘਰ ਖਾਨਦਾਨ 'ਚ ਪੈਦਾ ਹੋਇਆ ਹੈ। ਜਿਹੜੇ ਚਾਰ ਵਰਣ ਨੇ ਬਣਾਏ ਹੋਏ, ਉਹ ਜਿਹੜਾ ਚੌਥਾ ਵਰਣ ਹੈ ਜਿਹਦੇ ਵਿੱਚ ਨੀਚ ਆ ਜਾਂਦੇ ਨੇ, ਉਹਦੇ ਵਿੱਚ ਮੈਨੂੰ ਪੈਦਾ ਕੀਤਾ ਹੋਇਆ। ਅਤੇ ਸਿਮਰਤੀਆਂ ਕਹਿੰਦੀਆਂ ਨੇ ਉਸ ਜਾਤ ਦੇ ਵਿੱਚ ਜਿਹੜਾ ਆਦਮੀ ਪੈਦਾ ਹੋ ਜਾਏ ਉਹਨੂੰ ਨਾਮ ਨਹੀਂ ਮਿਲਦਾ, ਭਗਤੀ ਉਹਦੀ ਭਗਤੀ ਫਲੀਭੂਤ ਨਹੀਂ ਹੁੰਦੀ, ਉਹਦੀ ਭਗਤੀ ਨੂੰ ਫਲੇ ਨਹੀਂ ਲੱਗਦਾ। ਅਤੇ ਮੇਰੀ ਤਾਂ ਜਾਤ ਨੀਚ ਹੈ, ਹਿਰੜੀ ਹੈ। ਜਾਤ ਮੇਰੀ ਜਾਤ ਦਿਮ ਰਾਇਆ। ਹਾਂ, ਜਾਤ ਦਿਮ ਰਾਇਆ, ਰਾਇਆ ਹੈ ਨਾ, ਜਾਤ ਦਿਮ ਰਾਇਆ। ਹਾਂ, ਉਹ ਮੈਨੂੰ ਲੱਗਦਾ ਸਿਆਰੀ ਪਤਾ ਨਹੀਂ ਉੱਧਰ ਦਿਮ ਕਹਿੰਦੇ ਹੋਣੇ ਨੇ, ਜਾਦਵ ਨੂੰ ਦਿਮ ਕਹਿੰਦੇ ਹੋਣੇ ਨੇ, ਜਿੱਧਰ ਇਹ ਮਹਾਰਾਸ਼ਟਰ ਦਾ ਨਾ ਇਹ ਜਾਦਮ ਵੀ ਲਫ਼ਜ਼ ਆਇਆ ਹੋਇਆ ਨਾ ਆਪਣੇ ਕੋਲ, ਜਾਦਮ ਆਇਆ, ਉਹ ਸ਼ਾਇਦ ਉੱਧਰ ਦਿਮ ਬੋਲਦੇ ਨੇ। ਆ ਮਿਸਪ੍ਰਿੰਟ ਹੋਇਆ ਕਿਵੇਂ ਹੋਇਆ? ਆਊਗਾ ਉਹੀ ਅਰਥ, ਉਹੀ ਆਊਗਾ। ਜਾਦਮ ਰਾਇਆ, ਹੀਨੜੀ ਜਾਤ ਮੇਰੀ ਜਾਦਮ ਰਾਇਆ। ਜਾਦਮ ਰਾਇਆ। ਛੀਪੇ ਕੇ ਜਨਮ ਕਾਹੇ ਕੋ ਆਇਆ। ਮੈਂ ਤਾਂ ਛੀਪਾਂ ਛਾਪਦਾ, ਚਾਦਰਾਂ, ਰਜਾਈਆਂ, ਮੇਰੇ ਘਰ ਤਾਂ ਕਾਸ ਨੂੰ ਪ੍ਰਗਟ ਹੋਣਾ ਸੀ ਆ ਕੇ, ਮੇਰੇ ਸਰੀਰ 'ਚ ਕਾਸ ਨੂੰ ਪ੍ਰਗਟ ਹੋਣਾ ਸੀ। ਇੱਕ ਤਾਂ ਇਹਨਾਂ ਦੇ ਸ਼ਾਸਤਰ ਝੂਠੇ ਹੋ ਜਾਣਗੇ,
ਇਹਨਾਂ ਦੀਆਂ ਸਿਮਰਤੀਆਂ ਤੇ ਵਿਸ਼ਵਾਸ ਨਹੀਂ ਲੋਕਾਂ ਦਾ ਰਹਿਣਾ। ਇਹ ਤਾਂ ਬੜਾ ਉਥਲ ਪੁਥਲ ਹੋ ਜੂਗੀ ਇੱਥੇ। ਸਭ ਕੁਛ ਇਹਨਾਂ ਦਾ ਕੀਤਾ ਹੋਇਆ, ਇੰਨਾ ਮਜ਼ਬੂਤ ਕਿਲਾ ਬਣਾਇਆ ਹੋਇਆ, ਢਾਟੇ ਨਹੀਂ ਹੋ ਜੂਗਾ। ਕਬੀਰ ਤਾਂ ਚਲੋ ਥਾਈ ਥਾ, ਕਬੀਰ ਨੂੰ ਤਾਂ ਇਹਨਾਂ ਨੇ ਕਹਿ ਦਿੱਤਾ ਸੀ, ਉਹ ਉਹਨਾਂ ਦੇ ਜਨਮ ਹੀ ਨਹੀਂ ਲਿਆ, ਤਾਂ ਬਾਲਕ ਬਾਹਰੋਂ ਆਇਆ ਹੋਇਆ ਸੀ, ਇੱਥੋਂ ਮਿਲ ਗਿਆ। ਉਹਦਾ ਤਾਂ ਗੁਰੂ ਵੀ ਚਲੋ ਇਹਨਾਂ ਨੇ ਬਣਾਤਾ, ਮਾਲਾ ਵੀ ਫੇਰਦਾ ਸੀ, ਪਰ ਨਾਮਦੇਵ ਨਾਲ ਤਾਂ ਮਾਲਾ ਫੇਰਨ ਦਾ ਜ਼ਿਕਰ ਨਹੀਂ ਆਇਆ ਹੋਇਆ। ਕਬੀਰ ਦਾ ਤਾਂ ਗੁਰੂ ਥਾ, ਨਾਮਦੇਵ ਦਾ ਤਾਂ ਗੁਰੂ ਕੋਈ ਨਹੀਂ ਹੈ ਦੱਸਿਆ ਹੋਇਆ। ਨਾ ਨਾਮਦੇਵ ਨੇ ਦੱਸਿਆ। ਇਹਦਾ ਮਤਲਬ ਨਾਮਦੇਵ ਨੇ ਜਿਹੜੀ ਭਗਤੀ ਕੀਤੀ ਹੈ ਉਹ ਡਾਇਰੈਕਟ ਕੀਤੀ ਹੈ, ਕਿਉਂਕਿ ਨਾਮਦੇਵ ਮਹਾਰਾਸ਼ਟਰ ਦਾ ਹੈ, ਉੱਥੇ ਵੇਦਵਾਣੀਆਂ ਪ੍ਰਚਲਿਤ ਹੈ। ਉਧਰ ਇੱਧਰ ਉਰਲੇ ਪਾਸੇ ਪੱਥਰ ਪੂਜਾ, ਜਿੱਥੇ ਕਬੀਰ ਪੈਦਾ ਹੁੰਦਾ ਉੱਥੇ ਹੈ ਹੀ ਪੱਥਰ ਪੂਜਾ, ਮੂਰਤੀ ਪੂਜਾ। ਉਹ ਤਾਂ ਫਸ ਗਿਆ। ਨਾਮਦੇਵ ਵੱਲ ਉਹ ਹੈ ਹੀ ਨਹੀਂ। ਨਾਮਦੇਵ ਵੱਲ ਤਾਂ ਹੈ ਹੀ ਗੁਰ, ਮਤਲਬ ਵੇਦ ਪੂਜਾ, ਉਸ ਵੇਦ ਨੂੰ ਮੰਨਦੇ ਨੇ ਲੋਕ। ਉਹ ਦੱਖਣ ਦੇ ਲੋਕ ਨੇ। ਜਿਹੜਾ ਦੱਖਣ ਦਾ ਪਠਾਰ ਹੈ ਉਹ ਲੋਕ ਉੱਤਰੀ ਭਾਰਤ ਨਾਲ ਨਹੀਂ ਹੈ। ਉਹਨਾਂ ਦਾ ਧਰਮ ਉਹ ਉਹਨਾਂ ਦਾ ਰਾਵਣ ਵਾਲਾ ਧਰਮ ਹੈ। ਇਸ ਕਰਕੇ ਉੱਥੇ ਗੁਰੂ ਵਾਲੀ ਪ੍ਰਥਾ ਵੀ ਹੈ ਨਹੀਂ। ਪਿੱਛੇ ਹੋਰ ਵੀ ਨੇ ਜਿੰਨੇ ਭਗਤ ਨੇ ਥੱਲੇ, ਉਹਨਾਂ ਦੇ ਗੁਰੂ ਦਾ ਕੋਈ ਜ਼ਿਕਰ ਨਹੀਂ ਆਉਂਦਾ। ਸਿਰਫ ਕਬੀਰ ਦੇ ਗੁਰੂ ਦਾ ਜ਼ਿਕਰ ਹੁੰਦਾ, ਹੋਰ ਕਿਸੇ ਭਗਤ ਦੇ ਗੁਰੂ ਦਾ ਜ਼ਿਕਰ ਨਹੀਂ ਹੁੰਦਾ। ਹਾਂ, ਕਬੀਰ ਨੇ ਉਹ ਕਿਹਾ ਵੀ ਮੈਂ ਸੰਸਾਰ ਨੂੰ ਗੱਲ ਦੱਸਤੀ। ਜਿਹੜੇ ਖੋਜੀ ਸੀ, ਭਗਤ ਸੀ, ਅੜੇ ਹੋਏ ਸੀ, ਉਹਨਾਂ ਨੇ ਗੱਲ ਸੁਣ ਲਈ। ਸੁਣ ਕੇ ਗੱਲ ਇੱਕਦਮ ਫੈਲ ਗਈ। ਉਹਨਾਂ ਨੇ ਆਪਣੀ ਜੋ ਰਾਹ ਸੀ ਬਦਲ ਲਿਆ, ਠੀਕ ਕਰ ਲਿਆ। ਪਹਿਲਾਂ ਕੋਈ ਗੁਰੂ ਹੋਵੇ ਕਿਸੇ ਦਾ, ਇਹ ਕਿਸੇ ਭਗਤ ਨੇ ਨਹੀਂ ਕਿਹਾ ਸਿਵਾਏ ਕਬੀਰ ਤੇ। ਕਬੀਰ ਉਲਝਿਆ ਹੋਇਆ ਕਿਵੇਂ ਨਿਕਲਿਆ, ਉਹਨੇ ਆਪਣੀ ਕਹਾਣੀ ਦੱਸਤੀ। ਛਿਪੇ ਕੇ ਜਨਮ ਕਾਹੇ ਕੋ ਆਇਆ, ਕਾਹੇ ਕੋ ਆਇਆ। ਮੈਂ ਤਾਂ ਨੀਚ ਹਾਂ, ਮੇਰੇ ਤੂੰ ਸਰੀਰ, ਮੇਰੇ ਵਾਲਾ ਸਰੀਰ ਚੁਣ ਲਿਆ ਤੈਂ ਭਗਤੀ ਦੇ ਵਿੱਚ। ਇਹ ਬੜਾ ਸਿਆਪਾ ਪੈਦਾ ਹੋ ਜਾਣਾ, ਇਹਦੇ 'ਚ ਪ੍ਰੋਬਲਮ ਖੜੀ ਹੋ ਜਾਣੀ ਹੈ। ਇਹਨਾਂ ਨੂੰ ਬੜੇ ਝੂਠ ਬੋਲਣੇ ਪੈਣੇ ਨੇ ਹੁਣ ਨਵੇਂ ਨਵੇਂ। ਮੈਨੂੰ ਤਾਂ ਮੰਦਰ ਜਾਣ ਦਾ ਹੁਕਮ ਨਹੀਂ। ਮੰਦਰ ਸਾਰੀ ਉਮਰ ਮੈਂ ਗਿਆ ਨਹੀਂ, ਭਗਤ ਮੈਂ ਹੋ ਗਿਆ। ਮੰਦਰ ਮੈਨੂੰ ਜਾਣ ਨਹੀਂ ਦਿੱਤਾ, ਪੂਜਾ ਕਰ ਨਹੀਂ ਦਿੱਤੀ, ਤੇ ਇਹ ਤਾਂ ਸਾਰੀ ਗੱਲੇ ਨਵੀਂ ਹੋ ਜੂਗੀ। ਮੈਂ ਕਿਵੇਂ ਕਾਮਯਾਬ ਹੋ ਗਿਆ ਵੀ ਮੈਂ ਤਾਂ ਮੰਦਰੇ ਨਹੀਂ ਗਿਆ। ਮੰਦਰ ਜਾਣ ਵਾਲਾ ਕੋਈ ਕਾਮਯਾਬ ਹੀ ਨਹੀਂ ਹੋਇਆ। ਇੱਕ ਆਦਮੀ ਕਾਮਯਾਬ ਹੋਇਆ। ਕਬੀਰ ਤਾਂ ਖੈਰ ਮੰਦਰ ਨਹੀਂ ਸੀ ਜਾਂਦਾ, ਮਾਲਾ ਜ਼ਰੂਰ ਫੇਰਦਾ ਸੀ, ਮੰਦਰ ਨਹੀਂ ਸੀ ਜਾਂਦਾ। ਉਹ ਆਪਣਾ ਘਰੇ ਗਾਗਰ ਲਿਆ ਕੇ ਪਾਣੀ ਦੀ, ਘਰੇ ਲਿਪ ਕੇ ਮੰਦਰ ਬਣਾ ਕੇ ਬਹਿ ਜਾਂਦਾ ਸੀ। ਉਹ ਤਾਂ ਦੱਸਿਆ ਹੀ ਉਹਨੇ। ਮੰਦਰ ਹੁਣ ਜਾਣ ਕੌਣ ਦਿੰਦਾ ਸੀ ਕਬੀਰ ਨੂੰ? ਕਬੀਰ ਨੂੰ ਮੰਦਰ ਵੜਨ ਕੌਣ ਦਿੰਦਾ ਸੀ? ਉਹ ਤਾਂ ਹੁਣ ਕਹਿੰਦੇ ਨੇ ਬਈ ਇਹ ਨੀ ਜਾਤੀਆਂ ਨੂੰ ਮੰਦਰ ਵੜਨ ਨਹੀਂ ਦੇਣਾ ਚਾਹੀਦਾ, ਅਦਾਲਤਾਂ ਨੂੰ ਬੈਨ, ਜਿਹੜੀ ਅਦਾਲਤਾਂ ਕਹਿੰਦੀਆਂ ਮੰਦਰ ਵੜਨ ਦਿਓ, ਸਰਕਾਰਾਂ ਕਹਿੰਦੀਆਂ ਗਲਤ ਹੈ। ਉਹ ਤਾਂ ਅੱਜ ਕਹਿ ਰਹੇ ਨੇ। ਉਦੋਂ ਕੌਣ ਵੜਨ ਦੇ ਦਿੰਦਾ? ਪਰ ਨਾਮਦੇਵ ਨੂੰ ਮੰਦਰ ਨਾਲ ਕਿਵੇਂ ਜੋੜਤਾ ਇਹਨਾਂ ਨੇ? ਇੱਕ ਕਾਮਯਾਬ ਹੋਇਆ ਕਬੀਰ ਦਾ ਗੁਰੂ। ਉਹ ਮੰਦਰ ਜਾਂਦਾ ਸੀ, ਮੰਦਰ ਜਾਣਾ ਛੱਡ ਕੇ ਕਾਮਯਾਬ ਹੋਇਆ। ਉਹਨੇ ਆਪਣੇ ਸ਼ਬਦ ਦੇ ਵਿੱਚ ਇਹ ਲਿਖਿਆ ਵੀ ਮੈਂ ਹੁਣ ਪੱਥਰ ਪੂਜਾ ਛੱਡਣ ਖਾਤਰ ਛੱਡ ਕੇ ਕਾਮਯਾਬ ਹੋਇਆ। ਉਹਦੇ ਸ਼ਬਦ ਵਿੱਚ ਮੁੱਦਾ ਹੀ ਇਹ ਹੈ ਕਿ ਮੰਦਰ ਜਾਣਾ ਛੱਡਤਾ ਮੈਂ। ਜੇ ਮੰਦਰ ਜਾਂਦਾ ਫਿਰ ਕਾਮਯਾਬ ਨਹੀਂ ਸੀ ਹੁੰਦਾ। ਉਹ ਛੱਡ ਕੇ ਉਹ ਕਹਿੰਦਾ ਨਾ वहाँ तो चाहिए जो यहाँ ना होए। मंदिर में ਤਾਂ ਜਾਵਾਂ ਜੇ ਮੇਰੇ ਅੰਦਰ ਨਾ ਹੋਵੇ। ਇਹ ਤਾਂ ਬੇਸ ਹੈ ਗੱਲ ਦਾ, ਉਹਦਾ ਸਾਰੀ ਦਾ ਬੇਸ ਹੈ। ਕਬੀਰ ਦਾ ਗੁਰੂ ਕਾਮਯਾਬ ਜਦ ਹੋਇਆ ਜਾਂ ਕਬੀਰ ਦੀ ਗੱਲ ਮੰਨੀ, ਮੰਦਰ ਜਾਣਾ ਛੱਡਿਆ। ਅਸਲ 'ਚ ਮੰਦਰ ਜਾਣੇ ਵਾਲੇ ਭਗਤ ਹੋਣਗੇ ਹੀ ਨਹੀਂ। ਜਿਹੜੇ ਮੰਦਰ ਜਾਣਗੇ ਉਹ ਭਗਤ ਹੋ ਹੀ ਨਹੀਂ ਸਕਦੇ। ਉਹ ਧਰਮ ਵਿਰੋਧੀ ਹੋਣਗੇ।
ਧਰਮ ਦਾ ਵਿਰੋਧ ਕਰਨ ਵਾਲੇ ਹੀ ਉਹ ਲੋਕ ਨੇ ਜਿਹੜੇ ਮੂਰਤੀ ਪੂਜਾ ਕਰਦੇ ਨੇ। ਉਹ ਸ਼ਬਦ ਇੱਧਰ ਨੂੰ ਸੰਕੇਤ ਕਰਦਾ ਹੈ ਕਿ ਜਿੰਨਾ ਚਿਰ ਆਦਮੀ ਮੂਰਤੀ ਪੂਜਾ ਕਰਦਾ ਹੈ ਉਹ ਧਰਮ 'ਚ ਕਾਮਯਾਬ ਹੋ ਹੀ ਨਹੀਂ ਸਕਦਾ। ਉਹ ਸ਼ਬਦ ਇਹ ਸਾਬਤ ਕਰਦਾ ਗੱਲ ਇੱਕੋ ਹੀ। ਚੱਲਿਆ ਸੀ ਫਿਰ ਥਾਲੀ ਲੈ ਕੇ ਚੰਨਲ ਚੋਆ ਘਸ ਕੇ ਮੰਦਰ ਨੂੰ ਥਾਲੀ, ਉਹ ਕਹਿੰਦਾ ਆ ਉੱਥੇ ਤਾਂ ਮੈਂ ਤਾਂ ਜਾਵਾਂ ਜੇ ਇੱਥੇ ਨਾ ਮੇਰੇ ਅੰਦਰ ਨਾ ਹੋਵੇ। ਥਾਲੀ ਰੱਖਦੀ, ਫੇਰ ਕਾਮਯਾਬ ਹੋਇਆ। ਇਹ ਚਲਿਆ ਜਾਂਦਾ ਫੇਲ ਹੋ ਜਾਂਦਾ। ਵਿਸ਼ਵਾਸ ਜਿਹੜਾ ਸੀ ਨਾ, ਵਿਸ਼ਵਾਸ ਥੜਕ ਗਿਆ ਸੀ, ਥੋੜ੍ਹਾ ਜਿਹਾ ਬਚ ਗਿਆ। ਵਿਸ਼ਵਾਸ ਅੰਦਰ ਵਾਲਾ ਵਿਸ਼ਵਾਸ ਤਿੜਕੇ ਤੇ ਹੀ ਮੰਦਰ ਨੂੰ ਚਲਿਆ ਸੀ। ਅੰਦਰ ਵਾਲਾ ਵਿਸ਼ਵਾਸ ਲੈ ਕੇ ਬਹਿ ਗਿਆ, ਮੇਰੇ ਅੰਦਰ ਹੀ ਗਿਆ, ਪਰ ਫਿਰ ਤਿੜਕ ਗਿਆ ਵਿਸ਼ਵਾਸ। ਤਿੜਕੇ ਫਿਰ ਹੌਸਲਾ ਕਰ ਲਿਆ ਵੀ ਜਾਣਦੇ ਹੁਣ, ਬਹਿ ਗਿਆ ਤਾਂ ਪ੍ਰਗਟ ਹੋਇਆ। ਤੇ ਜੇ ਮੰਦਰ ਚਲਿਆ ਜਾਂਦਾ ਫੇਲ ਹੋ ਜਾਂਦਾ। ਤੇ ਮੰਦਰ ਛੱਡ ਕੇ ਹੀ ਇਹ ਕਹਿੰਦੇ ਮੰਦਰ ਜਾਣ ਨਹੀਂ ਦੇਣਾ। ਜਿਹੜੇ ਮੰਦਰ ਗਏ ਨੇ ਉਹਨਾਂ 'ਚੋਂ ਇੱਕ ਵੀ ਕਾਮਯਾਬ ਹੋਇਆ ਸਾਬਤ ਕਰਨਾ ਹੈ। ਜਿੰਨੇ ਭਗਤ ਅੱਜ ਤੱਕ ਕਾਮਯਾਬ ਹੋਏ ਨੇ ਉਹਨਾਂ ਨੇ ਮੰਦਰ ਤਿਆਗਿਆ ਹੋਇਆ ਸੀ, ਜਾਂ ਤਾਂ ਪਹਿਲਾਂ ਜਾਂ ਤਾਂ ਇਹਨਾਂ ਦਾ ਬੈਨ ਲਾ ਕੇ ਉਹਨਾਂ 'ਤੇ ਤਿਆਗਿਆ ਹੋਇਆ ਸੀ। ਰਵਿਦਾਸ ਨੂੰ ਕੌਣ ਵੜਨ ਦਿੰਦਾ ਸੀ ਮੰਦਰ? ਉਹ ਤਾਂ ਮੰਦਰ ਵਾਲਾ ਏਰੀਆ 'ਚ ਵੀ ਨਹੀਂ ਸੀ ਜਾਣ ਦਿੰਦੇ ਇਹਨਾਂ ਨੂੰ। ਉੱਧਰ ਜਾ ਹੀ ਨਹੀਂ ਸਕਦੇ ਤੁਸੀਂ। ਇਹਨਾਂ ਨੂੰ ਉਹਨਾਂ ਨੇ ਪਰਮੇਸ਼ਰ ਵਾਲੇ ਪਾਸੇ ਰੱਖਿਆ। ਸਗੋਂ ਮੰਦਰ ਵਾਲਾ ਪਾਸਾ ਕਿਹਦਾ ਸੀ? ਪਰਮੇਸ਼ਰ ਦੇ ਵਿਰੋਧੀਆਂ ਦਾ ਸੀ। ਵੀ ਵਿਰੋਧੀਆਂ 'ਚ ਅਸੀਂ ਰਹਿੰਦੇ ਹਾਂ, ਤੁਸੀਂ ਪਾਲੇ ਪਾਸੇ ਰਹੋ। ਵਿਰੋਧੀਆਂ ਕੋਲ ਕੀ ਹੁੰਦਾ? ਝੂਠ, ਮਾਇਆ, ਝੂਠੀ ਮਾਇਆ। ਝੂਠੀ ਮਾਇਆ ਨਾਲ ਜੁੜੇ ਹੁੰਦੇ ਨੇ ਉਹ। ਝੂਠੀ ਮਾਇਆ ਨਾਲ ਮੰਦਰਾਂ ਨਾਲ ਜੁੜੇ ਹੋਏ ਨੇ। ਉਹੀ ਮੰਦਰ ਅਸੀਂ ਬਣਾ ਲਏ ਸਿੱਖਾਂ ਨੇ, ਉਹੀ ਮਾਇਆ ਅਸੀਂ ਬਣਾ ਲਈ। ਉੱਥੋਂ ਕੀ ਪੈਦਾ ਹੋਇਆ ਗੁਰਦੁਆਰਿਆਂ 'ਚੋਂ? ਬੇਇਤਫਾਕੀ, ਲੜਾਈ, ਅਗਿਆਨਤਾ, ਮੂਰਖਤਾ, ਬੈਰ ਵਿਰੋਧ, ਲੋਭ ਮੋਹ। ਆਹ ਚੀਜ਼ਾਂ ਮਿਲੀਆਂ ਨੇ ਵਿਰਸੇ 'ਚ, ਗਿਫਟ ਵਿੱਚ ਮਿਲੀਆਂ ਨੇ ਸਾਨੂੰ। ਗੁਰਦੁਆਰਿਆਂ 'ਚ ਮਿਲਿਆ ਆਹ ਕੁਛ ਮਿਲਿਆ। ਜਿਹੜੀ ਸੰਗਤ ਦੀ ਏਕਤਾ ਖਤਮ, ਭੰਗ, ਲੀਰੋ ਲੀਰ ਹੋ ਗਈ ਸੰਗਤ ਸਾਰੀ। ਇਹ ਪ੍ਰਾਪਤੀ ਹੈ ਸਾਨੂੰ ਗੁਰਦੁਆਰੇ 'ਚੋਂ। ਪ੍ਰਾਪਤੀਆਂ ਹੀ ਹੋਈਆਂ ਨੇ। ਇਹ ਦੱਸਣਾ ਕੀ ਹੋਈਆਂ ਨੇ ਹੋਰ? ਇਹ ਪ੍ਰਾਪਤੀਆਂ ਨੇ ਸਾਡੀਆਂ। ਜਿੱਦਣ ਦੇ ਵੀ ਗੁਰਦੁਆਰੇ ਬਣਾਏ ਨੇ, ਥੋੜ੍ਹਾ ਹੀ ਚਿਰ ਹੋਇਆ, ਕਿਹੜਾ ਕਿੰਨਾ ਚਿਰ ਹੋਇਆ ਬਣਾਇਆ ਨੂੰ? ਬਣਾਇਆ ਤਾਂ ਜ਼ਿਆਦਾ ਚਿਰ ਨਹੀਂ ਹੋਇਆ। ਜਾਤੇ ਮਿਸਲਾਂ ਹੋਈਆਂ, ਜਾਤੇ ਬਣੇ ਨੇ, ਪਹਿਲਾਂ ਥੇ ਹੀ ਨਹੀਂ ਗੁਰਦੁਆਰੇ। ਮਿਸਲਾਂ ਵਾਲਿਆਂ ਨੇ ਬਣਾਏ ਨੇ, ਉਹਦੇ ਪਹਿਲਾਂ ਥੇ ਹੀ ਨਹੀਂ। ਗੁਰਬਾਣੀ ਛੱਡਤੀ, ਮੂਰਤੀ ਪੂਜਾ ਸ਼ੁਰੂ ਕਰ ਲਈ। ਗੋਲਕ ਦੀ ਪੂਜਾ ਸ਼ੁਰੂ ਹੋ ਗਈ, ਗੁਰੂ ਛੱਡਤਾ। ਗੁਰੂ ਛੱਡੇਗਾ, ਪੂਜਾ ਗੋਲਕ ਦੀ ਹੈ। ਧਿਆਨ ਗੋਲਕ ਦਾ, ਸਾਰਾ ਧਿਆਨ ਗੋਲਕ 'ਤੇ ਕੇਂਦਰਿਤ ਹੈ। ਜਿੰਨਾ ਸਟਾਫ ਸਾਰਾ ਰੱਖਿਆ ਮੁਲਾਜ਼ਮ, ਸਭ ਗੋਲਕ 'ਤੇ ਕੇਂਦਰਿਤ ਹੈ ਧਿਆਨ। ਸਭ ਰਜਿਸਟਰਾਂ ਦੇ ਗੋਲਕ ਦਾ ਹਿਸਾਬ ਹੈ। ਸਭ ਪਲਾਨ ਗੋਲਕ ਦੇ ਹੋ ਰਹੇ ਨੇ, ਕਿੰਨਾ ਕਿੱਥੇ ਖਰਚ ਕਰਨਾ, ਕਿੰਨਾ ਕਿੱਥੇ ਖਰਚ ਕਰਨਾ। ਸਭ ਗੋਲਕ ਬਾਰੇ ਇਹ ਵੀ ਕਿਸੇ ਨੇ ਬੇਈਮਾਨੀ ਤਾਂ ਨਹੀਂ ਕੀਤੀ। ਬਾਊਚਰ ਠੀਕ ਨੇ, ਨਕਲੀ ਤਾਂ ਨਹੀਂ। ਸਭ ਇਹੀ ਗੱਲ ਹੈ। ਗੁਰੂ ਛੱਡਤਾ, ਗੋਲਕ ਫੜ ਲਈ। ਗੋਲਕ ਦੇ ਸਿੱਖ ਬਣ ਗਏ। ਹਾਂਜੀ। ਲੈ ਕਮਲੀ ਚਲਿਓ ਪਲਟਾਏ, ਦੇਹੁ ਰਹਿ ਪਾਛੇ ਬੈਠਾ ਜਾਏ। ਲੈ ਕਮਲੀ, ਕਮਲੀ ਚਲਿਓ ਪਲਟਾਏ। ਉਹਦੀ ਭਰਮ ਵਾਲੀ ਉਹਦੀ ਹੋਈ ਸੀ ਨਾ। ਪਹਿਲਾਂ ਭਰਮ ਉੜਿਆ ਸੀ। ਭਰਮ ਕੀ ਸੀ? ਵੀ ਮੇਰੀ ਹੀਨੜੀ ਜਾਤ ਹੈ, ਮੇਰੇ 'ਚ ਨਹੀਂ, ਮੇਰੀ ਨਹੀਂ ਕਾਮਯਾਬ ਹੋ ਸਕਦੀ ਭਗਤੀ। ਇਹ ਕਮਲੀ ਮੱਤ ਤੀ, ਉਹਨਾਂ ਦਾ ਸੱਚ ਮੰਨਿਆ ਹੋਇਆ ਸੀ। ਮਹਾਂ ਝੂਠਿਆਂ ਦੀ ਗੱਲ ਸੱਚ ਮੰਨ ਲਈ। ਕਮਲੀਓ ਮੱਤ ਸੀ ਜੀ ਨੇ। ਉਹ ਕਮਲੀਓ ਸੀ ਅਕਲ, ਜਿਹਨੇ ਝੂਠਿਆਂ ਦੀ ਗੱਲ ਨੂੰ ਸੱਚ ਮੰਨ ਲਿਆ। ਜਦ ਤੇਰਾ ਅੰਤਰਾਤਮਾ ਕਹਿੰਦਾ ਬਈ ਮੈਂ ਭਗਤੀ ਕਰ ਸਕਦਾ, ਕਰਨੀ ਚਾਹੀਦੀ ਹੈ ਮੈਨੂੰ ਵੀ,
ਫਿਰ ਅੰਦਰ ਵਾਲੇ ਨੂੰ ਜ਼ਿਆਦਾ ਪਤਾ, ਬਾਹਰ ਵਾਲਿਆਂ ਦੀ ਗੱਲ ਸੁਣੀ ਜਾਂਦਾ। ਬਾਹਰ ਵਾਲਿਆਂ ਦੀ ਗੱਲ ਕੁਛ ਹੋਰ ਹੈ, ਅੰਦਰ ਜਿਹੜਾ ਬੈਠਾ ਉਹਦੀ ਗੱਲ ਕੁਛ ਹੋਰ ਹੈ। ਉਹਨਾਂ ਦੀ ਗੱਲ ਤੇ ਵੀ ਭਰੋਸਾ ਕਰੀ ਜਾਂਦਾ। ਫਿਰ ਉਹਨਾਂ ਦੀ ਗੱਲ ਤਾਂ ਉਹਨੇ ਕਿਹਾ ਵੀ ਉਹ ਝੂਠ ਬੋਲਦੇ ਨੇ। ਬਾਕੀ ਸਾਬਤ ਹੋ ਗਿਆ ਨਾ, ਜਦ ਅੰਦਰੋਂ ਗਿਆਨ ਪੈਦਾ ਹੋ ਗਿਆ, ਆਪਣਾ ਜਾਗਿਆ, ਇਹ ਤਾਂ ਝੂਠੇ ਨੇ ਸਾਰੇ। ਕਬੀਰ ਤਾਂ ਦੇਖ ਹੀ ਲਿਆ ਸੀ, ਉਹ ਵੀ ਤਾਂ ਜਲਾਹਾ ਹੀ ਆ। ਉਹਦੀ ਕਿਹੜਾ ਮੱਤ, ਉਹਦੀ ਵੀ ਗੁਰਮਤ ਹੈ, ਉੱਥੋਂ ਹੀ ਤਾਂ ਮੱਤ ਮਿਲੀ ਹੈ। ਉਹਨੇ ਕਿਹਾ ਹੀ ਸੀ, ਪੰਡਿਆ ਕਵਨ ਕੁਮਤ ਤੁਮ ਲਾਗੇ। ਉਹ ਕਹਿੰਦਾ ਵੀ ਬਿਲਕੁਲ ਠੀਕ ਕਹਿੰਦਾ ਕਬੀਰ, ਇਹ ਕੁਮੱਤੇ ਲੱਗੇ ਹੋਏ ਨੇ, ਪੁੱਠੀ ਮੱਤੇ। ਇਹਦਾ ਪੰਡਿਆ ਦੀ ਪੰਡਤ ਦੀ ਤਾਂ ਮੱਤੇ ਪੁੱਠੀ ਹੈ। ਕਵਨ ਕੁਮਤ ਤੁਮ ਲਾਗੇ ਬੂਡੋਗੇ ਪਰਿਵਾਰ ਸਕਲ ਸਿਉ ਨਾਮ ਨਾ ਜਪੋ ਅਪਾਗੇ। ਉਹ ਤਾਂ ਜਿਹੜਾ ਜਪ ਰਿਹਾ ਪੰਡਾ, ਉਹਦਾ ਨਾਮ ਹੈ ਉਹ ਨਹੀਂ। ਉਹ ਰਾਮ ਰਾਮ ਜਿਹੜਾ ਕਰਦਾ ਤਾਂ ਸਾਰਾ ਜਾਗੇ ਕਰਦਾ ਫਿਰਦਾ। ਇਹਨਾਂ ਤਾਂ ਕੋਈ ਪ੍ਰਾਪਤੀ ਹੈ ਹੀ ਨਹੀਂ ਇਹਨਾਂ ਨੂੰ। ਮੈਨੂੰ ਜਿਹੜੀ ਪ੍ਰਾਪਤੀ ਹੋਈ ਹੈ ਠੀਕ ਹੋਈ ਹੈ। ਕਬੀਰ ਠੀਕ ਕਹਿੰਦਾ। ਕਬੀਰ ਵਾਲੀ ਗੱਲ ਤੇ ਭਰੋਸਾ ਹੋ ਗਿਆ। ਕਬੀਰ ਵਾਲੀ ਬਾਣੀ ਤਾਂ ਸਾਰੀ ਤੇ ਭਰੋਸਾ ਹੋ ਗਿਆ। ਆਪਣੇ ਕਮਲੇ ਮੱਠ ਨੂੰ ਪਲਟਤਾ ਵੀ ਕਬੀਰ ਠੀਕ ਹੈ, ਇਹ ਸਿਮਰਤ ਸ਼ਾਸਤਰ ਸਾਰੇ ਗਲਤ ਨੇ। ਇੱਥੋਂ ਮੱਤ ਪਲਟਦੀ ਹੈ ਉਹਦੀ। ਇਹ ਕਮਲੀ, ਹੋਰ ਕਮਲੀ ਕਿਹੜਾ ਉਹ ਤੇ ਲਈ ਹੋਈ ਸੀ। ਮੈਂ ਕਮਲੀ ਚੱਲਿਓ ਪਲਟਾ ਹੈ। ਹਾਂ, ਚੱਲ ਪਿਆ, ਅੱਗੇ ਚੱਲ ਪਿਆ, ਉਹਨੂੰ ਪਲਟਤਾ, ਪੁੱਠੀ ਕਰਤੀ ਮੱਤ ਉਹਨਾਂ ਦੀ। ਇਹਨਾਂ ਦੀ ਮੱਤ ਪੁੱਠੀ ਹੈ, ਉਹ ਮੱਤ ਪੁੱਠੀ ਹੈ। ਕਬੀਰ ਵਾਲੀ ਮੱਤ ਸਿੱਧੀ ਹੈ। ਜਿਹੜੀ ਥੱਲੇ ਸੀ ਅੰਦਰ ਰੱਖੀ ਮੱਤ, ਅੰਦਰ ਵਾਲੀ ਮੱਤ ਅੰਤਰਾਤਮਾ ਦੀ ਪ੍ਰਧਾਨਗੀ ਹੋ ਗਈ, ਮਨ ਮੱਤ ਥੱਲੇ ਆ ਗਈ। ਜਿਹੜੀ ਮਨ ਮੱਤ ਸੀ ਉੱਪਰ ਪਹਿਲਾਂ, ਉਹ ਥੱਲੇ ਕਰਤੀ, ਗੁਰਮਤ ਉੱਤੇ ਕਰਤੀ। ਮਨ ਭਾਉ ਦੇ ਹੁਕਮ ਥੱਲੇ ਆ ਗਏ, ਗੁਰ ਕਾ ਭਾਣਾ ਉੱਪਰ ਆ ਗਿਆ। ਮਨ ਕਾ ਭਾਣਾ ਜਿਹੜਾ ਸੀ ਮਨ ਦੀ ਇੱਛਾ ਥੱਲੇ ਦਬਾਤੀ। ਗੁਰ ਕੇ ਭਾਣੇ 'ਚ ਆ ਗਿਆ, ਆਪਣਾ ਭਾਣਾ ਦਬਾਤਾ ਥੱਲੇ, ਪਲਟਾਤਾ। ਹਾਂਜੀ, ਦੇਹਰੇ ਪਾਛੇ ਬੈਠਾ ਜਾਏ। ਦਿਓਰੇ ਪਾਛੇ ਬੈਠਾ ਜਾਏ। ਹੁਣ ਉਹਦੇ ਪਿੱਛੇ ਬਹਿ ਗਿਆ, ਆਪਣੇ ਮਨ ਦੇ ਪਿੱਛੇ ਬਹਿ ਗਿਆ। ਮਨ ਨੂੰ ਅੱਗੇ ਲਾਇਆ ਹੋਇਆ, ਮਨ ਅੱਗੇ ਹੀ ਲੱਗਿਆ, ਲਾਈਦਾ ਹੁੰਦਾ। ਜਦ ਅੰਦਰਲਾ ਜਿਵੇਂ ਹੈ ਨਾ, ਜਾਂ ਅੰਦਰ ਨੂੰ ਸਫ਼ਰ ਕਰੀਦਾ, ਮਨ ਪਿੱਛੇ ਨਹੀਂ ਰੱਖੀਦਾ। ਮਨ ਤਾਂ ਪਿੱਛੇ ਭੱਜੂਗਾ। ਮੁਲਜ਼ਮ ਹਮੇਸ਼ਾ ਪੁਲਿਸ ਮੂਹਰੇ ਲਾ ਕੇ ਤੁਰਦੀ ਹੈ। ਜੇ ਮੁਲਜ਼ਮ ਫੜ ਕੇ ਲਿਆਵੇ ਨਾ, ਉਹਨੂੰ ਮੂਹਰੇ ਲਾ ਕੇ ਤੁਰੀਦਾ। ਤੁਸੀਂ ਪਿੱਛੇ ਛੱਡਤਾ ਹੋ, ਤੁਸੀਂ ਚੱਲੋ, ਫਿਰ ਆ ਜਾਊਗਾ ਹੌਲੀ ਹੌਲੀ ਆਪੇ। ਉਹ ਨਹੀਂ ਆਉਂਦਾ। ਇਹ ਮਨ ਮੁਲਜ਼ਮ ਹੈ, ਗ੍ਰਿਫਤਾਰ ਕੀਤਾ ਹੋਇਆ। ਅੱਗੇ ਅੱਗੇ ਲਾ ਲਿਆ, ਕਹਿੰਦੇ ਅੱਗੇ ਅੱਗੇ ਲਾ ਲਿਆ। ਹਾਂ, ਅੱਗੇ ਅੱਗੇ ਲਾ ਲਿਆ ਇਹਨੂੰ, ਆਪ ਪਿੱਛੇ ਹੋ ਗਿਆ। ਦੇਵਰੇ ਪਾਛੇ ਬੈਠਾ ਜਾਏ। ਮਨ ਵੀ ਬਿਠਾ ਲਿਆ। ਅਸਲ 'ਚ ਮਨੇ ਮੰਦਰ ਹੈ, ਮਨੇ ਦਿਉਰਾ। ਦਿਉਰਾ ਕੀ ਹੈ? ਦਿਉਰਾ ਮਨ ਨੂੰ ਹੈ। ਦਿਉਰਾ ਕਿਆ ਹੈ? ਮਨ ਮੰਦਰ। ਮਨ ਮੰਦਰ। ਬੁੱਧੀ ਪਿੱਛੇ ਬਹਿ ਗਈ, ਮਨ ਮੂਹਰੇ ਹੈ। ਹਿੱਲ ਕਿੱਧਰ ਹਿੱਲਦਾ? ਸੁਣ ਬਾਣੀ ਕਬੀਰ ਵਾਲੀ। ਹੁਣ ਸੁਣ ਕਬੀਰ ਕੀ ਕਹਿੰਦਾ। ਪਹਿਲਾਂ ਤਾਂ ਅੱਧਾ ਕੁ ਸੁਣਦਾ, ਤਾਂ ਅੱਧਾ ਕੁ ਮੰਨਦਾ ਸੀ, ਅੱਧਾ ਕੁ ਨਹੀਂ ਮੰਨਦਾ। ਉਹ ਕਹਿੰਦੇ ਇਹ ਸੁਣ। ਹੁਣ ਚੁੱਪ ਕਰਕੇ, ਉਹ ਤਾਂ ਜੋ ਕਹਿੰਦੇ ਨੇ ਠੀਕ ਹੈ, ਉਹਨੂੰ ਸੁਣਨ ਦੀ ਲੋੜ ਹੀ ਨਹੀਂ ਹੈ। ਉਹ ਸਭ ਕੱਚੀਆਂ ਗੱਲਾਂ ਨੇ। ਜਿਹੜੇ 14 ਅਵਤਾਰ ਮਨੂ ਦੇ ਨੇ, 24 'ਚ ਉਹੀ ਤਾਂ ਸਾਰੀ ਗੜਬੜ ਹੈ। ਗੜਬੜੇ 14 ਅਵਤਾਰਾਂ ਨੇ ਕੀਤੀ ਹੈ। ਜਿਹੜੇ 14 ਇਹਨਾਂ ਨੇ ਹੋਰ ਬਣਾਏ ਨੇ ਨਾ ਝੂਠੇ ਅਵਤਾਰ, ਉਹਨਾਂ ਨੇ ਗੜਬੜ ਕੀਤੀ ਹੈ। ਮਨੂ ਦੇ 14 ਨੇ, 10 ਹੈਗੇ ਹੀ ਨੇ। ਮਨੂ ਹੈ ਮਨਮੱਤ, ਉੱਥੇ ਮਨ ਪ੍ਰਧਾਨ ਹੈ। ਮਨੂ ਦੇ ਵਿੱਚ ਉੱਥੇ ਮਨਮੱਤ ਪ੍ਰਧਾਨ ਹੈ ਉਹਨਾਂ ਦੇ ਵਿੱਚ। ਗੀਤਾ ਦੇ ਵਿੱਚ ਵੀ ਮਨਮੱਤ ਹਾਵੀ ਹੈ। ਜੇ ਬਰੀਕੀ ਨਾਲ ਦੇਖੀਏ, ਮਨਮੱਤ ਉੱਥੇ ਵੀ ਹਾਵੀ ਹੈ। ਹਾਵੀ ਤਾਂ ਨਹੀਂ ਸੀ ਇਸ ਵਕਤ, ਜਿਹੜੀ ਗੀਤਾ ਉਹ 'ਚ ਕਰਤੀ ਇਹਨਾਂ ਨੇ। ਅੱਗੇ ਅੱਗੇ ਪਹਿਲਾਂ ਨਹੀਂ ਹਾਵੀ, ਇਸ ਵਕਤ ਰਲ ਗੱਡ ਕਰਤਾ। ਐਵੇਂ
ਜਿੰਨੇ ਗ੍ਰੰਥ ਨੇ ਉਹਨਾਂ 'ਚ ਮਨਮਤ ਹਾਵੀ ਹੈ ਸਾਰੇ, ਪੁਰਾਣਾਂ 'ਚ ਸਾਰੇ ਮਨਮਤ ਹਾਵੀ ਹੈ, ਰਾਮਾਇਣ 'ਚ ਮਹਾਭਾਰਤ 'ਚ ਮਨਮਤ ਹਾਵੀ ਹੈ। ਇਹ ਸਾਰੇ ਅਵਤਾਰ ਨੇ, ਸਿਮਰਤੀਆਂ ਜਿਹੜੀਆਂ ਮਨਮਤ ਹਾਵੀ ਕਰਦੀਆਂ ਨੇ ਗੁਰਮਤਿ ਤੇ, ਗੁਰਮਤਿ ਉੱਤੇ ਮਨਮਤ ਨੂੰ ਹਾਵੀ ਕਰਦੀਆਂ ਨੇ ਸਿਮਰਤੀਆਂ। ਪੁੱਠੀ ਕਰਤੀ ਮਤ, ਲੋਕਾਂ ਦੀ ਜਿਹੜੀ ਮਤ ਪੁੱਠੀ ਕਰਤੀ ਸੀ ਨੇ ਇਹਨਾਂ ਨੇ, ਮਾਇਆ ਪ੍ਰਦਾਨ ਕਰਤੀ ਸੀ। ਸਰੀਰ ਦੀ ਪੂਜਾ ਹੋਣ ਲੱਗੀ ਸੀ, ਦੇਹਧਾਰੀ ਦੀ ਪੂਜਾ, ਵਿਅਕਤੀ ਪੂਜਾ, ਇਹੀ ਮਤ ਪੁੱਠੀ ਸੀ। ਜਿਹੜੇ ਅਵਤਾਰ ਬਣਾਏ ਵਿਅਕਤੀ ਪੂਜਾ ਕੀਤੀ ਉਹਨਾਂ ਦੀ। ਦੱਤਾਤਰੇय ਵਿਅਕਤੀ ਪੂਜਾ ਦੀ ਇਜਾਜ਼ਤ ਨਹੀਂ ਦਿੰਦਾ, ਪਾਰਸਰਾਤ ਵਿਅਕਤੀ ਪੂਜਾ ਦੀ ਇਜਾਜ਼ਤ ਨਹੀਂ ਦਿੰਦਾ। ਉਹ ਬਾਕੀ ਤਾਂ ਵੇਦ ਲੈ ਕੇ ਆਉਂਦੇ ਨੇ ਸਾਰਿਆਂ ਦੇ ਉੱਪਰ। ਬਰਾ ਦੇ ਵਿੱਚ ਵੀ ਕਹਿੰਦੇ ਵੇਦ ਡਬੋਤ ਤੇ, ਸਮੁੰਦਰ ਦੇ ਵਿੱਚੋਂ, ਸਮੁੰਦਰ 'ਚੋਂ ਵੇਦ ਕੱਢ ਕੇ ਲੈ ਕੇ ਆਇਆ। ਉਹ ਬਾਕੀ ਸਭ 10 ਅਵਤਾਰ ਵੇਦ ਵਾਲੇ ਨੇ। ਇਹ 14 ਸਿਮਰਤੀਆਂ ਸ਼ਾਸਤਰਾਂ ਵਾਲੇ ਨੇ। ਇਹ 14 ਨੇ ਬੇੜੀ ਡੋਬੀ ਹੈ, ਭਗਤਾਂ ਨੇ ਕੱਢੀ ਸੀ। ਇਹ ਬੇੜੀ ਡੋਬ ਨੇ, ਸਾਰੇ ਬੇੜੇ ਜਰਜਰੇ ਨੇ ਇਹਨਾਂ ਦੇ ਕੀਤੇ ਹੋਏ, ਜਾਣ ਕੇ ਛੇਕਾਂ ਵਾਲੇ ਚਾੜ ਕੇ ਗਾਂ ਡੋਬਦੇ ਨੇ। ਕਬੀਰ ਬੇੜਾ ਜਰਜਰਾ ਫੂਟੇ ਛੇਕ, ਹਜ਼ਾਰਾਂ ਛੇਕ ਪਾਏ ਨੇ, ਗਾਂ ਨਹੀਂ ਜਾਣ ਦੇਣਾ ਕੋਈ ਵੀ, ਇੱਥੇ ਡੋਬ ਕੇ ਮਾਰਨੇ ਨੇ। ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤਿੰਨੇ ਨਹੀਂ ਚਾਹੁੰਦੇ ਕਿਸੇ ਦੀ ਮੁਕਤੀ ਹੋਵੇ। ਮੁਕਤੀ ਕਰਦਾ ਨਾਰਦ, ਤਿੰਨੇ ਨਾਰਦ ਦੇ ਖਿਲਾਫ, ਤਿੰਨਾਂ ਤੇ ਨਾਰਦ ਖਿਲਾਫ। ਇਹ ਤਾਂ ਗੱਲ ਉਹਨਾਂ ਦੀ ਬਿਲਕੁਲ ਸਪਸ਼ਟ ਕਹਾਣੀ ਕਹਿੰਦੀ ਹੈ ਵੀ ਨਾਰਦ ਮੁਕਤੀ ਕਰਦਾ, ਉਹਨਾਂ ਨੇ ਇਤਰਾਜ਼ ਕੀਤਾ। ਭੱਜਣ ਕਿਵੇਂ ਭੱਜਦੇ ਨੇ, ਇਹ ਗੱਲਾਂ ਲੁਕਾਉਂਦੇ, ਕਹਿ ਜਾਂਦੇ ਨੇ ਕਿਤੇ ਕਿਤੇ ਗੱਲ, ਫਿਰ ਲੁਕਾਉਂਦੇ ਨੇ, ਜ਼ਿਆਦਾ ਫੈਲ ਨਾ ਜਾਵੇ ਗੱਲ। ਇਹ ਤਿੰਨੇ ਖਿਲਾਫ ਨੇ ਨਾਰਦ ਤੇ, ਤਿੰਨੇ ਬਦਨਾਮੀ ਕਰਦੇ ਨੇ ਨਾਰਦ ਦੀ। ਜਿਹੜਾ ਉੱਥੇ ਜਾਊ ਖੋਤੇ ਦੀ ਜੂਨ ਪਊਗਾ ਨਾਰਦ ਕੋਲੇ, ਨਾਰਦ ਝੂਠਾ ਜੀ, ਨਾਰਦ ਚੁਗਲ ਹੈ ਜੀ, ਨਾਰਦ ਫਲਾਨਾ ਜੀ, ਨਾਰਦ ਧਮਕਾ ਜੀ। ਨਾਰਦ ਇਹਨਾਂ ਦੀ ਇਹੀ ਤੇ ਵੀ ਫੇਰਦਾ, ਨਾਰਦ ਦੀ ਭਗਤੀ ਹੋ ਸਾਰੀ ਗੁਰਮਤਿ। ਇਹਨਾਂ ਦੀ ਜੋ ਚੰਗੀ ਫੱਟੀ ਪਹੁੰਚਦਾ ਨਾਰਦ ਟਿਕਾ ਕੇ। ਨਾਰਦ ਦੀ ਕਿਸੇ ਗੱਲ ਦਾ ਜਵਾਬ ਨਹੀਂ ਇਹਨਾਂ ਕੋਲ ਹੈ। ਉਹ ਇਹ ਵੀ ਮੰਨਦੇ ਨੇ ਵੀ 3 ਲੋਕ 'ਚ ਨਾਰਦ ਘੁੰਮ ਸਕਦਾ, ਬਾਕੀ ਕੋਈ ਨਹੀਂ 3 ਲੋਕ ਜਾ ਸਕਦਾ ਹੋਰ, ਇਹ ਵੀ ਮੰਨ ਲੈਂਦੇ ਨੇ। ਨਾ ਸ਼ਿਵ ਜੀ ਜਾ ਸਕਦਾ ਆਪਣੇ ਲੋਕ, ਬ੍ਰਹਮਾ ਲੋਕ 'ਚ ਨਹੀਂ ਜਾ ਸਕਦਾ ਸ਼ਿਵ ਜੀ, ਆਪਣੇ ਲੋਕ 'ਚ ਰਹੂਗਾ। ਉਹ ਸ਼ਿਵਪੁਰੀ 'ਚ ਰਹਿ ਸਕਦਾ, ਵਿਸ਼ਨਪੁਰੀ ਨਹੀਂ ਜਾ ਸਕਦਾ। ਵਿਸ਼ਨੂੰ ਸ਼ਿਵਪੁਰੀ ਨਹੀਂ ਵੜ ਸਕਦਾ। ਇਹ ਤਾਂ ਇੱਕ ਦੂਜੇ ਦੀ ਪੁਰੀ ਜਾ ਹੀ ਨਹੀਂ ਸਕਦੇ। ਉਹ ਤਿੰਨਾਂ 'ਚ ਜਾ ਸਕਦਾ, ਉਹ ਤਾਂ ਕੋਈ ਬੈਨ ਹੈ ਨਹੀਂ। ਉਸੇ ਦੀ ਨਿੰਦਿਆ ਕਰਦਾ ਹੈ ਪੰਡਤ। ਉਹ ਨਾਰਦ ਦਾ ਅਵਤਾਰ ਹੈ ਕਬੀਰ। ਕਬੀਰ ਕੌਣ ਹੈ? ਨਾਰਦ ਦਾ ਅਵਤਾਰ ਹੈ। ਤਾਂ ਹੀ ਤਾਂ ਕਹਿੰਦਾ ਪੰਡਿਆ ਕਵਣ ਕਮਤ ਤੁਮ ਲਾਗੇ, ਬੂਢੋਗੇ ਪਰਿਵਾਰ ਸਕਲ ਸੋ ਨਾਮ ਨਾ ਜਪੋ ਭਾਗੇ। ਇਹ ਨਾਰਦ ਦਾ ਅਵਤਾਰ ਹੈ। ਕਿੱਥੋਂ ਪੜ੍ਹ ਕੇ ਆਇਆ? ਨਾਰਦ ਕੋਲੋਂ, ਮਗਰ ਤੋਂ। ਨਾਰਦ ਵਾਲੀ ਬੋਲੀ ਬੋਲਦਾ, ਫਿਰ ਆ ਕੇ ਉੱਥੋਂ ਪੜ੍ਹ ਕੇ ਉਹੀ ਬੋਲੀ ਬੋਲਣੀ ਤੇ ਹੋਰ ਕੀ ਬੋਲਣਾ ਸੀ। ਤਾਂ ਹੀ ਕਹਿੰਦਾ ਸਗਲ ਜਨਮ ਸ਼ਿਵਪੁਰੀ ਗਵਾਇਆ। शिव जी के भगतों ने तो मेरा लोवे दिता सी, फड़ के बच गया। जब देखा बेड़ा जर्जरा तो उतर पड़े। फरक जा देखा मैं इन्हों का बेड़ा डुबूगा, मैं तो छाल मार के उतर गया। सारी तो कहानी उन्हें दसी है। ये लकोई हुई की सी, लकोई हुई सी मीणिया की। बिल्कुल सौखी गल सारी स्पष्ट है। ये जोड़े साध सी गुरुद्वारियां च मीणे इन्होंने लकोई सी। बाकी कंप्रोमाइज़ बाद च हो गया भी भाई जी है गुरबाणी का प्रचार यही रहूगा, ये ना तुसी इनू यह जी रहन दो। मूर्तियां जिहड़ियां कढ़ बैठे ठीक है। तां रणधीर सिंह आया सी, इधर सिख होया सी, उन्होंने भेजिया सी भी बाकी आ गुरदास दियां 12 नवीं कढ़नियां ये नाल पढ़ियां जाणगियां। वो मूर्ति पूजा का जिहड़ा सी ना नुकसान होया, वो गुरदास वालियां 12 जाली लिखे वो पूरा किया, भरपाई की है 12 नाल। उहदियां मूर्तियां चक्कियां सी।
ਉਹ ਗਾਇਬ ਪੂਰਾ ਕੀਤਾ 12 ਰਚ ਕੇ। ਉਦੋਂ ਨਿਹੰਗ ਸਿੰਘ ਜਦ ਹੀ ਰੌਲਾ ਪਾਉਂਦੇ ਨੇ ਇਹ 12 ਡੁਪਲੀਕੇਟ ਨੇ। ਚੱਲ ਡੁਪਲੀਕੇਟ ਨੇ ਮੰਨੀ ਜਾਂਦੇ ਤੇ ਮੰਨੀ ਜਾਂਦੇ ਸੀ। ਇਹ 10ਵੇਂ ਦੇ ਖਿਲਾਫ ਸੀ, ਅਸੀਂ 12 ਦੇ ਖਿਲਾਫ ਸੀ। ਇਹਨਾਂ ਨੇ 10ਵੇਂ ਚਕਾਤਾ ਫਿਰ, ਕਿਉਂ ਇਹ ਦੂਏ ਵੀ ਬੇਈਮਾਨ ਹੈ, ਦੂਏ ਵੀ ਮਿਲਣੇ ਹੀ ਸੀਗੇ, ਅਕਾਲੀ ਵੀ ਮਿਲਣੇ ਹੀ ਸੀ। ਉਹ ਸਾਰੇ ਇੱਦਾਂ ਹੀ ਸੀ। ਸਿੱਖ ਦਾ ਕੋਈ ਵਿਰਲਾ ਵਿਰਲਾ ਹੀ ਸੀ। ਸਿੱਖੀ ਤਾਂ ਹੁਣ ਵੀ ਦੇਖਦੇ ਕਿੰਨੇ ਕੁ ਨਿਕਲਦੇ ਨੇ, ਹੁਣੇ ਪਤਾ ਲੱਗ ਜੂ ਕਿੰਨੇ ਕੁ ਨੇ ਇਹਨਾਂ 'ਚ ਨਿਕਲਦੇ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾ ਕੋ ਦੇਹਰਾ ਫਿਰੈ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਜਿਉਂ ਜਿਉਂ ਹਰ ਗੁਣਾਂ ਦਾ ਉਚਾਰਨ ਕਰਦਾ ਹੈ ਤੇ ਉਹ ਭਗਤ ਜਨਾ ਕੋ ਦੇਹਰਾ ਫਿਰੈ। ਜਿਹੜਾ ਮਨ ਹੈ ਉਹ ਹੁਣ ਭਗਤੀ ਵੱਲ ਨੂੰ ਜਾ ਰਿਹਾ। ਅੰਦਰਲਾ ਜਿਹੜਾ ਭਗਤਾਂ ਨੇ, ਇੱਕ ਭਗਤ ਮੇਰੇ ਹਿਰਦੇ ਵਸਾ, ਮਨ ਦਾ ਮੂੰਹ ਘੁੰਮਦਾ ਜਾਂਦਾ ਉੱਧਰ ਨੂੰ ਹੌਲੀ ਹੌਲੀ, ਯਾਨੀ ਮਨ ਬਦਲਦਾ ਜਾਂਦਾ। ਦੇਹਰਾ ਫਿਰੈ, ਫਿਰਿਆ ਦਾ ਤਾਂ ਉੱਥੇ ਹੀ ਹੈ, ਪਰ ਮਜਬੂਰੀ 'ਚ ਬੈਠਾ ਮਨ। ਜਿਵੇਂ ਨਿਆਣੇ ਨੂੰ ਸਕੂਲ 'ਚ ਬੈਠਾ ਹੁੰਦਾ ਨਾ, ਡਰਦਾ, ਬੈਠਾ ਹੀ ਬੈਠਾ। ਅਧੇਰੇ ਬੈਠੇ ਪਾਛੇ ਬੈਠਾ ਜਾਏ, ਬੈਠਾ ਤਾਂ ਹੈ ਜੋ, ਪਰ ਜਿਉਂ ਜਿਉਂ ਪਰ ਮਜਬੂਰੀ ਨੂੰ ਬੈਠਾ। ਥਾਣੇ 'ਚ ਬੈਠਾ ਕੋਈ, ਮਜਬੂਰੀ ਨੂੰ ਬੈਠਾ ਨਾ। ਚਾਹੁੰਦਾ ਤਾਂ ਹੈ ਵੀ ਹੁਣ ਕਹਿਣ ਵੀ ਜਾ, ਚਲੇ ਜਾ ਘਰ ਨੂੰ, ਛਾਲਾਂ ਮਾਰਦਾ ਜਾਊ। ਫਿਰ ਉਹਨੂੰ ਜਦ ਸੁਣਦਾ ਹੌਲੀ ਹੌਲੀ, ਫਿਰ ਕਹਿੰਦਾ ਨਹੀਂ ਨਹੀਂ ਇੱਥੇ ਹੀ ਰਹਿਣਾ ਠੀਕ ਹੈ, ਇਹ ਜਗ੍ਹਾ ਸੇਫ ਹੈ ਮੇਰੇ ਖਾਤਰ। ਸਾਰਿਆਂ ਨੂੰ ਸੇਫ ਜਗ੍ਹਾ ਕੀ ਹੈ? ਇੱਕ ਖਰਗੋਸ਼ ਹੈ, ਉਹਨੂੰ ਗਿੱਦੜ ਕੁੱਤਾ ਨਹੀਂ ਛੱਡਦਾ ਬਾਹਰ। ਉਹ ਸ਼ੇਰ ਦੀ ਸ਼ਰਨ ਆ ਗਿਆ। ਸ਼ੇਰ ਤੋਂ ਪਹਿਲਾਂ ਡਰਦਾ ਵੀ ਇਹ ਤਾਂ ਉਹੀ ਗਿੱਦੜ ਦਾ ਖਾਊਗਾ, ਖਲ ਲਾ ਕੇ ਇਹਨੇ ਤਾਂ ਸਾਬਤਾ ਹੀ ਮੂੰਹ 'ਚ ਪਾ ਜਾਣਾ। ਇਹ ਤਾਂ ਸਾਬਤੇ ਨੂੰ ਖਾ ਸਕਦਾ, ਉਹੀ ਸਣੇ ਖਲ ਖੁੱਲ ਜੀ। ਪਹਿਲਾਂ ਡਰਦਾ ਹੈ, ਹੌਲੀ 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 ਤਾਂ ਦੇਖਦਾ ਵੀ ਇਹ ਤਾਂ ਕੁਛ ਕਹਿੰਦਾ ਹੀ ਨਹੀਂ। ਫਿਰ ਪਤਾ ਲੱਗਦਾ ਵੀ ਜਿਹੜਾ ਛੜਨਾ ਜਾਂਦਾ ਉਹਨੂੰ ਨਹੀਂ ਕੁਛ ਕਹਿੰਦਾ। ਛੜਨ 'ਚ ਹੋਰ ਵੀ ਬੈਠੇ ਨੇ ਬਹੁਤ, ਇਹਨਾਂ ਨੂੰ ਕੁਛ ਨਹੀਂ ਕਹਿੰਦਾ। ਮਾਰਦਾ ਤਾਂ ਦੋਹਾਂ ਨੂੰ ਹੈ, ਜਿਹੜੇ ਦੂਰ ਨੇ ਉਹਨਾਂ ਨੂੰ ਭਜਾ ਭਜਾ ਮਾਰਦਾ। ਜਿਹੜੇ ਜ਼ਿਆਦਾ ਭਜਦੇ ਨੇ ਨਾ ਉਹੀ ਮਰਦੇ ਨੇ। ਇਹਨਾਂ ਦਾ ਫਾਹੀ ਓ ਪਾਈ ਆ ਗਲ 'ਚ, ਲਾਏ ਫਾਹੇ ਗਲ ਧਾਮ ਦੇ ਤੇ ਜਾਣ ਮਾਰੇ। ਭਗਵੰਤ ਨੇ ਨਹੀਂ ਮਾਰੇ, ਫਾਹੇ ਨੇ ਮਾਰੇ ਜਿਹੜੇ ਪਾਇਆ ਗਲ 'ਚ ਉਹਨਾਂ ਨੇ। ਆਪ ਆਪਣੇ ਕਰਮਾਂ ਨਾਲ ਮਾਰੇ ਨੇ। ਭੱਜਦੇ ਨੇ, ਮਨ ਟਿਕਦਾ ਨਹੀਂ ਹੈ ਵੀ ਆਪਾਂ ਟਿਕ ਗਏ, ਆਪਣਾ ਫਾਹਾ ਟੈਟ ਹੋਣਾ ਹੀ ਨਹੀਂ। ਜਿਹੜਾ ਟਿਕ ਕੇ ਬਹਿ ਗਿਆ ਉਹਦੀ ਰੱਸੀ ਟੈਟ ਨਹੀਂ ਹੋਣੀ, ਉਹਨੇ ਮਰਨਾ ਨਹੀਂ। ਜਿਹੜਾ ਟਿਕਦਾ ਨਹੀਂ ਬਾਹਰ ਭੱਜਦਾ, ਮਗਰ ਕੁੱਤਾ ਪੈ ਗਿਆ ਤਾਂ ਭੱਜਦਾ। ਖਰਗੋਸ਼ ਨੂੰ ਭੱਜਣਾ ਹੀ ਪਊ। ਜੇ ਖਤਰਾ ਤਾਂ ਹੀ ਬਾਹਰ ਭੱਜੂ, ਇੱਥੇ ਖਤਰਾ ਹੀ ਕੋਈ ਨਹੀਂ, ਭੱਜਣਾ ਕਾਸ ਨੂੰ। ਫਿਰ ਕਹਿੰਦਾ ਸਿੰਘ ਸ਼ਰਨ ਕਤ ਜਾਈਏ ਜੇ ਜੰਮੂ ਗ੍ਰਸ ਹੈ। ਹੌਲੀ ਹੌਲੀ ਮਨ ਬਦਲ ਗਿਆ ਵੀ ਇਹ ਜਗ੍ਹਾ ਸੇਫ ਹੈ, ਇੱਥੇ ਰਹਿਣ 'ਚ ਭਲਾ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ। ਭਗਤ ਜਨਾ ਕੋ ਜੇ ਹਰ ਦੇ ਜਦ ਗੁਣ ਦੇਖੇ ਵੀ ਇਹਦੇ ਗੁਣ ਨੇ, ਇਹ ਤਾਂ ਬੈਰ ਕਰਦਾ ਹੀ ਨਹੀਂ ਕਿਸੇ ਨਾਲ। ਇਹਦੀ ਤਾਂ ਆਪਾਂ ਔਲਾਦ ਆ, ਇਹ ਕਾਹਦੇ ਖਾਊ ਆਪਾਂ ਨੂੰ। ਉਹ ਜਿਉਂ ਜਿਉਂ ਸਮਝ ਆਉਂਦੀ ਆ, ਫਿਰ ਆਪਣਤ ਪੈਦਾ ਹੁੰਦੀ ਹੈ। ਉਹ ਇਹ ਤਾਂ ਰਖਵਾਲਾ ਆ ਆਪਣਾ, ਆਪਾਂ ਇਹ ਤੋਂ ਹੀ ਡਰੀ ਜਾਂਦੇ, ਇਹ ਤੋਂ ਹੀ ਡਰਾਇਆ ਹੋਇਆ ਲੋਕਾਂ ਨੂੰ। ਹਾਂ, ਜੇ ਸ਼ਿਵ ਜੀ ਸਾਰਿਆਂ ਨੂੰ ਮਾਰਦਾ, ਲੋਕ ਮਾਰਨ ਦਾ ਹੀ ਦੇਵਤਾ ਹੈ। ਸ਼ਿਵ ਜੀ ਪੂਜਾ ਦੇ ਲੈ ਕੇ ਮਰਨ ਜਾਂਦੇ ਨੇ, ਉਹਦੇ ਕੋਲ ਕੀ ਕਰਨ ਜਾਂਦੇ ਨੇ? ਕਿਹੜੀ ਗੱਲ ਦੀ ਪੂਜਾ ਕਰਦੇ ਨੇ? ਮਰਨ ਦੀ। ਬਚਾਉਂਦਾ ਮਾਰਨਾ ਤਾਂ ਉਹਨੇ ਆਪੇ ਹੈ, ਉਹਦੀ ਕਾਹਦੀ ਪੂਜਾ ਬਈ? ਉਹਦੀ ਕਿਹੜੀ ਗੱਲ ਦੀ ਪੂਜਾ ਕਰਦੇ ਨੇ ਸ਼ਿਵ ਜੀ ਦੀ? ਉਹ ਤਾਂ ਮਾਰਨ ਵਾਲਾ, ਅਸਲ ਮਾਰਨ ਵਾਲੇ ਆਪ ਨੇ, ਉਹਦੇ ਚੇਲੇ ਨੇ। ਇਹ ਡੁਬੋ ਕੇ ਮਾਰਨਾ ਨਹੀਂ ਇਹਨਾਂ ਨੇ, ਇਹ ਸ਼ਿਵ ਜੀ ਦੀ ਪੂਜਾ ਕਰਨਗੇ। ਉਹ ਜਿਹਨੇ ਪਬਲਿਕ ਨੂੰ ਮਾਰਨ ਦਾ ਠੇਕਾ ਲਿਆ ਹੈ ਡੁਬੋ ਕੇ, ਉਹ ਸ਼ਿਵ ਜੀ ਦੇ ਹੀ ਭਗਤ ਨੇ।
शिव जी नहीं मारता, मारते ਉਹਦੇ ਏਜੰਟ ਨੇ। शिव जी ਦਾ ਜਮ ਹੈ ਨਾ, ਇਹ ਜਮ ਕੇ ਦੂਤ ਨੇ। हिरना बाजां ते सिकदारां इन्ना पढ़िया, फाही लगी जात फायन, फिर ही फाही लगी जात फायन। ये शिव जी दे भगत, वो शिव जी ने मारना है, इन्हां दे थरू मारदा शिव जी, होर किहदे थरू मारदा? वो कहंदा ना भी मुक्ति नहीं देण देनी, ये भी कहंदे ने मुक्ति नहीं देण देनी। पत्थर पूजा वाले ये ओहदे एजेंट ने सारे। विष्णु भी कहने मुक्ति नहीं चाहिए, मेरा राज कितों चलू, मैनू आदमी चाहिए, नौकर चाहिए ने, कमाने वाले चाहिए ने। दोए खिलाफ ने। इन्हों के पुराण पढ़ के देखो, विष्णु पुराण और शिव पुराण, उतो पता लगता है ये तो दोए बहुत खिलाफ ने मुक्ति तो ज़्यादा ही। वो जो ब्रह्मा है वो खिलाफ नहीं है मुक्ति के, वैसे वो ब्रह्मा था बामण पढ़ा छड्ड के पंडित बन गया। इन्हां वाला ब्रह्मा ब्रह्मा नहीं है, वो पंडित है। पंडे नूं ब्रह्मा कहंदे ने असल च, जिन्हों पंडिया कहंदा उहनूं ब्रह्मा कहंदे ने। कबीर ने तां ही बदलिया, कहे कबीर जो ब्रह्म विचारे सो ब्राह्मण कहिया था हमारे, तू ब्राह्मण नहीं कौरे पंडिया कब के बामण होए, बामण कह के जन्म मत खोए। वो गल्लां ने जिहड़ियां सारियां जोड़नियां पैणियां ने, तां पता लगदा भी गल राजा राम की कहानी की है। फिर महल डिपू इन्हों का दाड़ दाड़ सिर तो सारा ही ढेरी हो गया। ये जड़ा पंडित है जड़ा सी ये पाल लिया है, इसका चेला हो गया। पंडित शिव जी को नहीं मनता है पंडित, पंडित विष्णु ना खड़ा है। पंडित को पैसा चाहिए, विद्वान जिन्ना विद्वान है वो साधा तो उन्हें की लेना जटां वालियां ते। राज दरबार को नहीं पैसे, उत्थे भी जाते हैं भज्जे, वो अफसर उत्थों ही मिलने ने, उत्थों ही पैसा मिलना है। ये तो साधा तो की लेना इन्होंने, साधा की तो बदनामी करते हैं। इन्होंने भुखे मरना है साधा को जाके। ये तो माया का खातर, जिथे माया गोल का उत्थे जाएंगे। मंदिर आ भी बड़े कोई जटां वाला साध नूं कौड़ा कौड़ा झाकदे ने। हाँ हाँ लै जटां वाले साध तो इन्हों पंडित नूं नहीं चंगा समझते। पंडित जिवें निहंग संघां नूं नहीं समझते अकाली चंगा, नहीं समझते एक चंगा। उन्होंने पता भी जिदन साड़ी फट्टी पहुँची इन्होंने पहुँचनी है, सब जानते थे। वो प्रोग्राम यह जिहा बना रहे सी भी असीं साबित कर दी भी असीं होईआं है ही नहीं। वो इधर पिक्चरां बन लग गईआं बाणा ही निहंगां संघां दा। बाणा पाउंदे नहीं, जे बाणा नहीं सी पाउंदे कामयाब नहीं हुंदे। बाणा तो गुरु दा। हाँ जी। भैरो नाम दिओ जियो घर दूजा, एक ओंकार सतगुर प्रसाद। जैसी भूखे प्रीत अनाज, त्रिखावंत जल सेती काज। जैसी भूखे प्रीत अनाज, जिवें भुखा हुंदा ना ओहदी अनाज नाल प्रीत है। क्यों बाहर बल्लां चुक के भी लिया के घर खांदा, प्रीत है तां ही है, साਂਭ के रखदा है। अनाज नूं घर अगे साਂਭਦੇ ही सी। उन्हां दिनां 'च अनाज कित्थे हुंदा सी? जद दी ये गल है उन्हां दिनां 'च अनाज, चल भुख तां हुण भी बथेरी है, हुण किहड़ा दुनिया 'च भुख है नहीं। जैसे भूखे प्रीत अनाज, जिवें भुख दे जिहड़ी ध्यान है भुखे दा, रोटी वाल रहिंदा, अनाज वाल रहिंदा। त्रिखावंत जल सेती काज। जे प्यास लगी होवे फिर वो पानी की तलाश च रहिंदा, कितों पानी मिले। ਉਹਦਾ मतलब पानी ना सरदा है ना। त्रिखावंत दा प्यासे दा ध्यान जड़ा हो पानी वाल हो, कित्थों पानी मिले। हाँ जी। जैसी मूड कुटुंब परायण, ऐसी नामे प्रीत नारायण। जैसी मूड कुटुंब प्राण, जिवें मूर्ख दी कुटुंब ना प्रीत होंदी है ना। जैसे मूड कुटुंब प्राण,
ਜਿਵੇਂ ਮੂਰਖ ਕੁਟੰਬ ਦੇ ਅਧੀਨ ਹੁੰਦਾ, ਪ੍ਰਾਣ ਹੁੰਦਾ ਅਧੀਨ, ਅਧੀਨ ਹੈ ਮੂਰਖ ਜਿਹੜਾ ਕੁਟੰਬ ਦੇ ਅਧੀਨ ਹੁੰਦਾ, ਜਿਵੇਂ ਐਸੇ ਨਾਮੇ ਪ੍ਰੀਤ ਨਾਰਾਇਣ। ਮੇਰੀ ਨਾਰਾਇਣ ਨਾਲ ਮੈਂ ਇੰਨਾ ਡਿਪੈਂਡੈਂਟ ਹਾਂ ਜਿਵੇਂ ਮੂਰਖ ਕੁਟੰਬ ਤੇ ਡਿਪੈਂਡੈਂਟ ਹੁੰਦਾ, ਕੁਟੰਬ ਤੇ ਆਸ ਰੱਖਦਾ ਵੀ ਮੈਨੂੰ ਬੁਢੇਪੇ 'ਚ ਸੰਭੂਗਾ। ਨਾਮੇ ਨੇ ਨਾਰਾਇਣ ਨੂੰ ਕਿਹਾ ਵੀ ਇਹ ਸੰਭੂਗਾ। ਖਬਰ ਹੈ ਕਿੱਥੇ ਭਾਂਡੇ ਨੇ ਫੁੱਟਣਾ, ਆਦਮੀ ਕਿੱਥੇ ਹੋਊਗਾ, ਕੁਟੰਬ ਕਿੱਥੇ ਹੋਊਗਾ ਉਸ ਵੇਲੇ। ਤੇ ਆਖਰ ਤਾਂ ਸਾਹਮਣ ਵਾਲਾ ਫਿਰ ਵੀ ਨਾਰਾਇਣ ਹੈ। ਕੁਟੰਬ ਵੀ ਹੱਥ ਖੜੇ ਕਰ ਜਾਂਦਾ, ਜਿੰਨਾ ਮਰਜ਼ੀ ਪੈਸਾ ਲਾ ਲਵੇ, ਕਰਦੇ ਹੀ ਨੇ ਲੋਕ, ਪਰ ਫਿਰ ਵੀ ਨਾਰਾਇਣ ਦੇ ਹੱਥ 'ਚ ਹੈ ਡੋਰ। ਤਾਂ ਉਹ ਕਹਿੰਦਾ ਜਿਹਦੇ ਹੱਥ ਡੋਰ ਆ ਉੱਥੇ ਹੀ ਰੱਖੋ, ਆਪਾਂ ਉਹਦੇ ਹੀ ਰੱਖੋ। ਕੁਟੰਬ ਆਪਣੀ ਜਗ੍ਹਾ ਰਹੇ, ਪਰ ਕੁਟੰਬ ਨੂੰ ਦੇਖ ਕੇ ਨਾਰਾਇਣ ਨੂੰ ਨਹੀਂ ਭੁੱਲਣਾ। ਗੱਲ ਇੰਨੀ ਹੋਈ। ਹਾਂ, ਕੁਟੰਬ ਦੇ ਨੂੰ ਦੇਖ ਕੇ ਜੇ ਨਾਰਾਇਣ ਭੁੱਲ ਗਿਆ ਫਿਰ ਖਤਰਨਾਕ ਗੱਲ ਹੈ। ਕੁਟੰਬ ਰਹੇ, ਪ੍ਰੀਤ ਨਾਰਾਇਣ ਨਾਲੇ ਰਹੇ, ਭਰੋਸਾ ਉਹਦੇ ਤੇ ਹੀ ਰਹੇ। ਮੂੜ ਉਹ ਹੈ ਜਿਹੜਾ ਨਾਰਾਇਣ ਨੂੰ ਭੁੱਲ ਜਾਂਦਾ ਕੁਟੰਬ ਕਰਕੇ। ਵੀ ਮੇਰੇ ਤਾਂ 4 ਮੁੰਡੇ, ਮੈਨੂੰ ਰਹਿਣ ਦੀ ਕੀ ਲੋੜ ਹੈ। ਚੱਲ ਰੰਗ ਲੱਗਿਆ ਹੋਇਆ, ਆਪ ਨੂੰ ਵਿਗਾ ਵੀ ਨਹੀਂ ਰੱਖਦਾ, ਸਾਰਿਆਂ ਨੂੰ ਵੰਡ ਕੇ ਦੇ ਦਿੰਦਾ, ਘਰ ਵੀ ਨਹੀਂ ਰੱਖਦਾ। ਫਿਰ ਉਹ ਮੰਜਾ ਵੀ ਦਰਖਤ ਥੱਲੇ ਡਾਹ ਦਿੰਦੇ ਨੇ ਬਾਹਰ। ਰੋਟੀ ਪਿੱਛੇ ਲੜਦੇ ਨੇ ਵੀ ਇੱਕ ਦਿਨ ਕੌਣ ਦਊ, ਦੂਏ ਦਿਨ ਕੌਣ ਦਊ। ਫਿਰ ਹੋਸ਼ ਆਉਂਦੀ ਹੈ ਵੀ ਇਹ ਕੀ ਹੋ ਗਿਆ। ਉਹਨਾਂ ਦੀਆਂ ਵੀ ਮਜਬੂਰੀਆਂ ਨੇ ਵਿਚਾਰਿਆਂ ਦੀਆਂ। ਮੁੰਡਿਆਂ ਦੀ ਤਾਂ ਗੱਲ ਹੁੰਦੀ ਹੈ, ਬਾਪ ਹੈ, ਅਤੇ ਉਹ ਜਿਹੜੀਆਂ ਮੁੰਡਿਆਂ ਦੇ ਘਰ ਵਾਲੀਆਂ ਉਹਦਾ ਕੀ ਲੱਗਦਾ ਉਹਨਾਂ ਦਾ। ਉਹਨਾਂ ਦਾ ਇਹ ਹੈ ਵੀ ਛੇਤੀ ਖੜਾ ਛੁੱਟੇ ਤੇ ਖੰਘੀ ਜਾਂਦਾ, ਉਹਨਾਂ ਦਾ ਕੁਛ ਨਹੀਂ ਲੱਗਦਾ। ਉਹਨਾਂ ਦੀ ਆਜ਼ਾਦੀ ਦਖਲ ਹੈ, ਕਈ ਗੱਲਾਂ ਟੋਕ ਦਿੰਦਾ, ਮੁੰਡੇ ਮੰਨ ਵੀ ਲੈਂਦੇ ਨੇ, ਘੂਰ ਵੀ ਦਿੰਦਾ। ਉਹ ਕਹਿੰਦਾ ਅਜੋ ਤਾਂ ਮੇਰੀ ਨਾਂ ਹੈ, ਫਿਰ ਡਰ ਜਾਂਦੇ ਨੇ। ਜੇ ਦਬਕਾ ਮਾਰ ਦਿੰਦਾ ਮੇਰੇ ਨਾਂ ਹੈ ਸਭ ਕੁਛ, ਸਾਰਿਆਂ ਨੂੰ ਬਾਹਰ ਕੱਢ ਦੂੰ। ਫਿਰ ਉਹਨਾਂ ਜਿਹੜੇ ਨੋਹਾਂ ਨੂੰ ਡਰ ਹੈ ਵੀ ਜਿੰਨਾ ਚਿਰ ਬੁੜਾ ਬੈਠਾ। ਉਹ ਕਹਿੰਦੇ ਇਹਦੀ ਛੁੱਟੀ ਹੁੰਦੀ ਨਹੀਂ, ਸਾਡੇ ਨਿਆਣੇ ਨੇ, ਅਸੀਂ ਨਿਆਣਿਆਂ 'ਤੇ ਵੀ ਬੈਨ ਲਾਉਂਦੇ ਹਾਂ। ਨਿਆਣੇ ਅੱਗੇ ਵਧੀਆ ਕੱਪੜੇ ਪਹਿਨ ਲੈਣ, ਅਗਲੇ ਡਾਂਗ ਚੱਕ ਲੈਂਦੇ ਸੀ, ਸਾਡੇ ਘਰ ਜਾਣਨਾ ਤੁਸੀਂ, ਇਹ ਕਰਦੇ ਹੋ। ਇਹ ਤਾਂ ਹੁਣ 20 ਸਾਲ 'ਤੇ ਕੰਮ ਖਰਾਬ ਹੋਇਆ, 20-30 ਸਾਲ 'ਤੇ। ਪਹਿਲਾਂ ਨਹੀਂ ਸੀ ਇੱਦਾਂ ਹੁੰਦਾ। ਪਿੰਡ ਕਈ ਘਰਾਂ 'ਚ ਹੁਣ ਵੀ ਬੈਨ। ਇਹ ਜਿਹੜੇ ਮੂਰਖ ਨੇ ਥੋੜ੍ਹੇ ਪੜ੍ਹੇ ਲਿਖੇ, ਇਹ ਉਹ ਬੈਨ ਚੱਕਦਾ। ਜਿਹੜਾ ਸਾਰਾ ਫੈਲੀ ਹੈ ਨਾ, ਅਰਾਜਕਤਾ ਫੈਲੀ ਹੈ, ਇਹ ਉਹਦੀ ਵਜ੍ਹਾ ਹੈ। ਸਿਆਣਾ ਦਾ ਕੰਟਰੋਲ ਚੱਕਦਾ। ਜੋ ਸਿਆਣਾ ਦਾ ਕੰਟਰੋਲ ਚੱਕਿਆ ਗਿਆ, ਜਿੱਥੇ ਅਕਲ ਦਾ ਕੰਟਰੋਲ ਚੱਕਿਆ ਗਿਆ, ਅਕਲ ਤੇ ਬੇਅਕਲੀ ਦਾ ਰਾਜ ਹੋ ਗਿਆ, ਅਰਾਜਕਤਾ ਆ ਜਾਂਦੀ ਉੱਥੇ। ਦੇਖ ਲਓ ਜਿਹੜੇ ਅਫਸਰ ਨੇ ਸਾਰੇ, ਸਿਪਾਹੀਆਂ ਨੂੰ ਉੱਤੇ ਕਰ ਦਿਓ, ਅਫਸਰਾਂ ਨੂੰ ਸਿਪਾਹੀ ਲਾ ਦਿਓ, ਦੇਖ ਲਓ ਫਿਰ ਸਵਾਦ ਕੀ ਹੋਊ। ਬੜੇ ਬੜੇ ਅਫਸਰ ਨੇ, SI PCS ਅਫਸਰ ਨੇ, ਉਹਨਾਂ ਨੂੰ ਸਿਪਾਹੀ ਬਣਾ ਦਿਓ, ਜਿਹੜੇ ਸਿਪਾਹੀ ਨੇ ਉਹਨਾਂ ਨੂੰ ਅਫਸਰ ਲਾ ਦਿਓ ਉੱਤੇ, ਦੇਖ ਲਓ 2 ਮਹੀਨੇ 'ਚ ਕੀ ਹਾਲ ਕਰਦੇ ਨੇ। ਜਦੋਂ ਵੀ ਬੇਅਕਲੀ ਦਾ ਰਾਜ ਹੋਊ ਅਕਲ ਦੇ ਉੱਤੇ, ਅਰਾਜਕਤਾ ਹੋ ਜਾਊਗੀ। ਅਕਲ ਵਾਲੇ ਹੁਣ ਵੀ ਲੋਕ ਨੇ, ਉਹਨਾਂ ਦੀ ਸੁਣਦਾ ਕੌਣ ਹੈ। ਕਿ ਬੜੇ ਬੜੇ ਰਾਜੇ ਅਕਲ ਵਾਲਿਆਂ ਦੀ ਗੱਲ ਸੁਣਦੇ ਸੀ, ਅਕਲ ਵਾਲਿਆਂ ਕੋਲ ਜਾਂਦੇ ਸੀ, ਬਹਿੰਦੇ ਸੀ, ਉਹਨਾਂ ਦੇ ਡਾਇਰੈਕਸ਼ਨ ਲੈਂਦੇ ਸੀ, ਸੁਣਦੇ ਸੀ। ਹੁਣ ਤਾਂ ਬੇਅਕਲ ਚੁਣ ਕੇ ਹੀ ਬੇਅਕਲ ਆਉਂਦੇ ਨੇ, ਪੈਸੇ ਦੇ ਜ਼ੋਰ 'ਤੇ ਆਉਂਦੇ ਨੇ, ਗੁੰਡਾਗਰਦੀ ਦੇ ਜ਼ੋਰ 'ਤੇ ਆਉਂਦੇ ਨੇ। ਗੁੰਡਾਗਰਦੀ ਦੇ ਜ਼ੋਰ 'ਤੇ ਜ਼ਿਆਦਾ ਆਉਂਦੇ ਨੇ। ਜਿਹੜਾ ਆਪ ਗੁੰਡਾ ਨਹੀਂ, ਉਹਦੇ ਗੁੰਡੇ ਪਾਲੇ ਹੋਏ ਨੇ। ਜਿਹੜਾ ਗੁੰਡੇ ਪਾਲਦਾ ਗੁੰਡਾ ਹੀ ਹੁੰਦਾ ਅਸਲ 'ਚ। ਆਪ ਗੁੰਡਿਆਂ ਦਾ ਸਹਾਰਾ ਲੈਂਦਾ, ਸਾਰਿਆਂ ਦੇ ਹੀ ਨੇ। ਹਾਂਜੀ,
ਐਸੀ ਨਾਮੇ ਪ੍ਰੀਤ ਨਰਾਇਣ। ਐਸੀ ਨਾਮੇ ਪ੍ਰੀਤ ਨਾਰਾਇਣ, ਐਸੀ ਪ੍ਰੀਤ ਹੈ ਨਾਰਾਇਣ ਨਾਮੇ ਦੀ। ਨਾਮੇ ਪ੍ਰੀਤ ਨਰਾਇਣ ਲਾਗੀ, ਸਹਿਜ ਸੁਭਾਏ ਭਇਓ ਬੈਰਾਗੀ। ਨਾਮੇ ਪ੍ਰੀਤ ਨਾਰਾਇਣ ਲਾਗੀ, ਨਾਮੇ ਦੀ ਜਾਤੇ ਪ੍ਰੀਤ ਨਾਰਾਇਣ ਨਾਲ ਲੱਗੀ ਹੈ ਨਾ, ਬਸ ਜਾਤੇ ਹੀ ਸਹਿਜ ਮਨ ਟਿਕ ਗਿਆ ਉਹਦਾ। ਸਹਿਜ ਸੁਭਾਏ, ਭਇਓ ਬੈਰਾਗੀ। ਇੱਕ ਤਾਂ ਸੁਭਾਏ ਹੋ ਗਿਆ, ਉਹਦੀ ਭੁੱਖ ਬਦਲ ਗਈ। ਸੁਭਾਏ ਦਾ ਮਤਲਬ ਹੈ ਚੰਗੀ ਭੁੱਖ ਹੋ ਗਈ, ਉਹਦੀ ਨਾਮ ਦੀ ਭੁੱਖ ਹੋ ਗਈ, ਮਾਇਆ ਦੀ ਭੁੱਖ ਖਤਮ। ਸੁਭਾਏ ਭਾਵਨਾ ਸ੍ਰੇਸ਼ਟ ਹੋ ਗਈ, ਭੁੱਖੇ ਬਦਲ ਗਈ, ਸਹਿਜ ਮਨ ਟਿਕ ਗਿਆ। ਭਇਓ ਬੈਰਾਗੀ, ਮਨ ਟਿਕ ਗਿਆ, ਉਹਦੀ ਭੁੱਖ ਬਦਲ ਗਈ। ਜਿਹੜੀ ਭੁੱਖ ਭਜਾਉਂਦੀ ਸੀ ਉਹ ਭੁੱਖ ਹਟ ਗਈ, ਜਿਹੜੀ ਭੁੱਖ ਟਿਕਾਉਂਦੀ ਉਹ ਹੈਗੀ ਹੈ। ਟਿਕਾਈ ਰੱਖਣ ਵਾਲੀ ਭੁੱਖ, ਜਿਹਦੇ ਨਾਲ ਮਨ ਟਿਕਿਆ ਰਹੇ, ਉਹ ਭੁੱਖ ਬਦਸਤੂਰ ਹੈ। ਔਰ ਜਿਹੜੀ ਭਜਾਉਣ ਵਾਲੀ ਭੁੱਖ ਸੀ, ਮਨ ਨੂੰ ਭਟਕਾਉਣ ਵਾਲੀ ਭੁੱਖ ਸੀ, ਉਹ ਭੁੱਖ ਖਤਮ ਹੋ ਗਈ। ਸਹਿਜ ਸੁਭਾਏ ਭਇਓ ਬੈਰਾਗੀ, ਤਾਂ ਕਰਕੇ ਬੈਰਾਗੀ ਹੋ ਗਿਆ, ਮਾਇਆ ਤਿਆਗਤੀ। ਭੁੱਖੇ ਹੈ ਨਹੀਂ ਮਾਇਆ ਦੀ। ਬੈਰਾਗੀ ਹੋਣਾ, ਮਾਇਆ ਦਾ ਰਾਗ ਜਿਹੜਾ ਸੀ ਨਾ ਖਤਮ ਹੋ ਗਿਆ। ਮਾਇਆ ਦਾ ਰਾਗ ਅਬੋਲ ਹੋ ਗਿਆ। ਉਹ ਬੋਲਣ ਵਾਲਾ ਜਿਹੜਾ ਹੈਗਾ ਨਾ, ਜਿਹੜਾ ਬੈਰਾਗੀ ਨਹੀਂ ਹੈ, ਜਿਹਦੇ ਅੰਦਰ ਰਾਗ ਹੈ, ਬੋਲਦਾ, ਉਹਨੂੰ ਨਹੀਂ ਮਿਲਦਾ। ਉਹੀ ਚੱਲਦੀ ਸੀ ਸੁਖਮਣੀ ਵਿੱਚ ਗੱਲ, ਕਾਹੂ ਬੋਲ ਨਾ ਪਹੁੰਚਤ ਪ੍ਰਾਣੀ। ਜਿਹੜਾ ਬੈਰਾਗੀ ਨਹੀਂ ਬੋਲਦਾ, ਜੋ ਭੁੱਖ ਹੈ ਮਾਇਆ ਦੀ, ਉਹ ਨਹੀਂ ਪਹੁੰਚ ਸਕਦਾ। ਕੁਝ ਵੀ ਬੋਲੀ ਜਾ ਚਾਹੇ। ਹਾਂ, ਜੈਸੀ ਨਿਰਵਾਣੀ ਹੈ, ਬੈਰਾਗੀ ਹੈ। ਉਹ ਨਿਰਵਾਣੀ ਹੈ, ਬੈਰਾਗੀ ਹੈ। ਸਹਿਜ ਸੁਭਾਏ ਭਇਓ ਬੈਰਾਗੀ। ਰਹਾਓ ਜੈਸੀ ਮਾਇਆ ਦੀ ਰਾਹ ਭੁੱਖੇ ਤਿਆਗਤੀ ਹੈ ਹੀ ਨਹੀਂ, ਤਾਂ ਕਾਮਯਾਬੀ ਹੋਈ ਹੈ। ਹੋ ਹੀ ਨਹੀਂ ਸਕਦੀ ਕਾਮਯਾਬੀ। ਹਾਂ, ਜੈਸੀ ਪਰਪੁਰਖਾ ਰਤ ਨਾਰੀ, ਲੋਭੀ ਨਰ ਧਨ ਕਾ ਹਿਤਕਾਰੀ। ਜੈਸੀ ਪਰਪੁਰਖਾ ਰਤ ਨਾਰੀ, ਜਿਵੇਂ ਨਾਰੀ ਨਾਲ ਪਰਪੁਰਖ ਦਾ ਜਿਹੜਾ ਹੈ ਪ੍ਰੇਮ ਹੁੰਦਾ। ਰਤੀ ਪ੍ਰੇਮ ਨੂੰ ਕਹਿੰਦੇ ਨੇ। ਕਿਸੇ ਤੋਂ ਬਗਾਨੇ ਆਦਮੀ ਨਾਲ ਕੋਈ ਇਸਤਰੀ ਸਨੇਹ ਰੱਖੇ, ਜਾਂ ਕੋਈ ਬਗਾਨਾ ਆਦਮੀ ਇਸਤਰੀ ਨਾਲ ਸਨੇਹ ਰੱਖੇ, ਜਿਵੇਂ ਜਿਵੇਂ ਐ ਹੁੰਦਾ ਹੈ ਸੰਸਾਰ 'ਚ। ਜੈਸੀ ਪਰਪੁਰਖਾ ਰਤ ਨਾਰੀ। ਹਾਂ, ਰਤ ਨਾਰੀ ਪਰਪੁਰਖਾ ਨੂੰ ਨਾਰੀ ਦੇ ਨਾਲ ਸਨੇਹ ਹੋਵੇ। ਹਾਂ, ਲੋਭੀ ਨਰ ਧਨ ਕਾ ਹਿਤਕਾਰੀ। ਐ ਲੋਭੀ ਹੁੰਦਾ ਹੈ ਮਨ। ਲੋਭੀ ਨਰ ਧਨ ਕਾ ਹਿਤਕਾਰੀ। ਲੋਭੀ ਜਿਹੜਾ ਨਰ ਹੈ, ਲੋਭ ਹੈ, ਐ ਉਹਦੀ ਮਾਇਆ ਨਾਲ ਪ੍ਰੀਤ ਹੁੰਦੀ। ਬਗਾਨੀ ਮਾਇਆ ਆਪਣੀ ਬਣ ਜਾਏ। ਸਾਧ ਜਿਹੜੇ ਲੋਭੀ ਨੇ ਨਾ, ਅਸਲ 'ਚ ਉਹਨਾਂ ਨੂੰ ਕਹਿੰਦੇ ਜਿਹੜੇ ਸੰਤ ਦੂਏ ਦੇ ਤੁਹਾਨੂੰ ਆਪਣਾ ਬਣਾਉਂਦੇ ਨੇ। ਜਿਹੜਾ ਲੋਭੀ ਹੈ ਨਰ, ਧਨ ਕਾ ਹਿਤਕਾਰੀ ਹੈ। ਹਿਤਕਾਰੀ ਕਿਵੇਂ? ਦੂਏ ਦਾ ਧਨ ਦਾਨ ਕਰਕੇ ਜੇ ਦੇਂਗਾ ਤੇਰਾ ਵਧੂਗਾ। ਦਾਨ ਨਾਲ ਆ ਹੁੰਦਾ। ਇਹ ਪ੍ਰਚਾਰ ਜਿਹੜੇ ਲੋਕ ਕਰਦੇ ਨੇ, ਉਹਨਾਂ ਨੂੰ ਗੱਲ ਕਹੀ ਹੋਈ ਹੈ। ਅਸਲ 'ਚ ਉਹ ਆਪ ਲੈਣਾ, ਮਿਲਣਾ ਤਾਂ ਕੁਛ ਹੈ ਨਹੀਂ ਉਹਨਾਂ ਨੂੰ, ਆਪ ਲੈਣਾ ਚਾਹੁੰਦੇ ਨੇ। ਉਹਨਾਂ ਨੂੰ ਇਹ ਕਹੇ ਤੇ ਮਿਲਦਾ। ਵੀ ਲੋਭੀ ਨੂੰ ਇਹ ਕਹੇ ਤੇ ਮਿਲੂਗਾ ਵੀ ਭਾਈ ਜਿਹੜਾ ਦਾਨ ਦਿੰਦਾ, ਦਾਨ ਦਈਏ ਧਨ ਨਾ ਘਟੇ। ਉਹ ਜਿਹੜੀਆਂ ਗੱਲਾਂ ਬਣਾਈਆਂ ਲੋਭੀਆਂ ਦੀਆਂ, ਉਹਨਾਂ 'ਤੇ ਅਟੈਕ ਕਰਦਾ। ਜਿਹੜਾ ਕਹਿੰਦਾ ਇੱਥੇ 10 ਗੁਣਾ ਅੱਗੇ 70 ਗੁਣਾ ਮਿਲਦਾ, ਉਹਨਾਂ ਗੱਲਾਂ 'ਤੇ ਅਟੈਕ ਹੈ। ਜਿਹੜੀਆਂ ਪਹਿਲੀਆਂ ਸੀਆਂ, ਆਹ ਪਹਿਲਾਂ ਗੱਲਾਂ ਸੁਣੀਆਂ ਹੋਈਆਂ ਨੇ ਇਹਦੀਆਂ, ਉਹ ਗੱਲਾਂ ਨੂੰ ਵੱਡ ਵੱਡ ਸਿੱਟਦਾ। ਹੁਣ ਕਹਿੰਦਾ ਉਹ ਜਿਹੜੀਆਂ ਗੱਲਾਂ ਸਾਨੂੰ ਪਹਿਲਾਂ ਪੜ੍ਹਾਈਆਂ ਨੇ, ਅਸਲ 'ਚ ਲੋਭੀ ਨੇ। ਧਨ ਕਾ ਹਿਤਕਾਰੀ ਹੈ। ਧਨ ਦਾ ਹੀ ਹਿੱਤ ਤੈਨੂੰ ਧਨੇ ਮਿਲੂਗਾ। ਸੰਸਾਰੀ ਮਾਇਆ ਦਾ ਹੀ ਦੇ ਸਕਦੇ ਹਾਂ ਅਸੀਂ। ਆ ਨਾਮ ਨਹੀਂ ਦਿੱਤਾ, ਮਾਇਆ ਦਿੱਤੀ ਹੈ।
ਗੋਲ ਕੇ ਦਿੱਤੀ ਹੈ, ਗੋਲ ਕੇ ਮੰਗਦੇ ਆ, ਗੋਲ ਕੇ ਲੈਂਦੇ ਆ। ਆ ਉਹਨਾਂ ਦੀ ਗੱਲ ਹੈ, ਜਿਹੜੇ ਗੋਲਕ ਦੇ ਸਿੱਖ ਨੇ ਉਹਨਾਂ ਦੀ ਗੱਲ ਹੈ। ਲੋਭੀ ਧਨ ਹੈ ਜਿਹੜਾ, ਲੋਭੀ ਨਾਰਾ ਹੈ, ਧਨ ਕਾ ਧਨ ਦੇ ਹੀ ਹਿੱਤੇ ਕਰੂਗਾ। ਜਿਹੜਾ ਖਜ਼ਾਨੇ ਭਰਪੂਰ ਦੀ ਅਰਦਾਸ ਕਰਦਾ ਉਹਦੀ ਗੱਲ ਹੈ ਇਹ। ਤੇਰੀ ਪ੍ਰਾਪਰਟੀ ਦਾ ਹਿੱਤ ਹੈ, ਤੇਰਾ ਹਿੱਤ ਨਹੀਂ, ਤੇਰੇ ਭਲੇ ਦੀ ਗੱਲ ਨਹੀਂ। ਜਾਇਦਾਦ ਦੇ ਭਲੇ ਦੀ ਗੱਲ ਕਰਦੇ ਨੇ। ਜਾਇਦਾਦ 'ਚ ਵਾਧਾ ਹੋ ਜਾਊਗਾ, ਤੇਰੀ ਅਕਲ 'ਚ ਵਾਧਾ ਨਹੀਂ ਹੋਣਾ, ਤੇਰੇ ਗਿਆਨ 'ਚ ਵਾਧਾ ਨਹੀਂ ਹੋਣਾ। ਜਾਇਦਾਦ 'ਚ ਵਾਧਾ ਹੋ ਜਾਊਗਾ, ਧਨ 'ਚ ਵਾਧਾ ਹੋ ਜਾਊਗਾ। ਹਿਤਕਾਰੀ ਧਨ ਵਾਸਤੇ ਹਿਤਕਾਰੀ ਨੇ, ਨਾ ਕਿ ਤੇਰੇ ਵਾਸਤੇ ਹਿਤਕਾਰੀ ਨੇ। ਉਹ ਵੀ ਨਾਰਦ ਧਨ ਕਾ ਹਿਤਕਾਰੀ, ਬਸ ਤੇਰਾ ਧਨ ਦਾ ਹਿਤ ਹੈ ਉਹਦੇ ਦਾ। ਧਨ ਦਾ ਹਿਤ ਹੈ। ਇਹੀ ਅਰਦਾਸਾਂ ਨੇ, ਇਹੀ ਗੱਲ ਹੈ ਸਾਰੀ। ਇੱਥੇ ਹੀ ਖੜਾ ਧਰਮ ਸਾਰਾ। ਜਿਹੜਾ ਧਰਮ ਧਨ ਦਾ ਹਿਤਕਾਰੀ ਹੈ ਉਹ ਜਨ ਦਾ ਹਿਤਕਾਰੀ ਨਹੀਂ ਹੈ। ਜਿਹੜਾ ਜਨ ਦਾ ਹਿਤਕਾਰੀ ਉਹ ਧਨ ਦਾ ਹਿਤਕਾਰੀ ਨਹੀਂ ਹੈ। ਹਾਂ, ਜਿਹੜੇ ਖਜ਼ਾਨੇ ਭਰਪੂਰ ਕਰਦੇ ਨੇ, ਖਜ਼ਾਨੇ ਦਾ ਹਿਤਕਾਰੀ ਹੈ, ਤੇਰਾ ਹਿਤਕਾਰੀ ਨਹੀਂ। ਤੈਨੂੰ ਚਾਹੇ ਹੁਣੇ ਨਾਲ ਕੰਮ ਲੈ ਜਾਵੇ, ਕੋਈ ਪਰਵਾਹ ਨਹੀਂ ਉਹਨਾਂ ਨੂੰ। ਇਹ ਕੋਈ ਠੇਕੇਦਾਰੀ ਨਹੀਂ ਉਹਨਾਂ ਦੀ। ਖਜ਼ਾਨੇ ਭਰਪੂਰ ਹੋ ਜਾਣ ਤੇਰੇ ਤਾਂ ਤੈਅ ਖਜ਼ਾਨੇ ਨਾਲ ਲੈ ਕੇ ਜਾਣੇ ਨੇ। ਇਹੀ ਕੁਛ ਰਹਿ ਗਿਆ ਸੀ ਤੁਹਾਡੇ ਕੋਲ। ਉਹ ਤਾਂ ਆਪ ਹੀ ਅਰਦਾਸ ਕਰ ਲਵੇ, ਤੈਨੂੰ ਦਿੱਤੇ ਤੇ ਬਿਨਾਂ ਆਪੇ ਦਾਨ ਕਰ ਲਵੇ। ਇਹ ਲੋਭੀ ਦੀ ਨਿਸ਼ਾਨੀ ਦੱਸਦੀ। ਲੋਭ ਦਾ ਪ੍ਰਚਾਰ ਹੈ। ਜਿਹੜਾ ਲੋਭੀ ਹੋਊਗਾ ਉਹ ਸਿਰਫ ਧਨ ਦਾ ਹਿਤਕਾਰੀ ਹੈ, ਜਨ ਦਾ ਹਿਤਕਾਰੀ ਨਹੀਂ ਹੈ। ਸਿੱਖਾਂ ਦੇ ਹਿੱਤ ਦੀ ਗੱਲ ਹੈ, ਸਿੱਖੀ ਦੇ ਹਿੱਤ ਦੀ ਗੱਲ ਨਹੀਂ ਹੈ। ਸਿੱਖੀ ਨੇ ਬਚਾਉਣਾ, ਸਿੱਖ ਨੂੰ ਮਾਇਆ ਨੇ ਨਹੀਂ ਬਚਾਉਣਾ। ਸਿੱਖੀ ਨੇ ਬੇੜਾ ਪਾਰ ਕਰਨਾ, ਪ੍ਰੋਸਪੈਰਿਟੀ ਨੇ ਬੇੜਾ ਪਾਰ ਨਹੀਂ ਕਰਨਾ। ਪ੍ਰੋਸਪੈਰਿਟੀ ਨੇ ਡੁਬੋ ਦੇਣਾ ਇਹਨੂੰ। ਜਿਹੜੇ ਗੱਲਾਂ ਕਰਦੇ ਨੇ ਨਾ, ਇਹਨਾਂ ਦੇ ਮੁੰਡੇ ਆਪਣੇ ਪੜ੍ਹਨੇ ਚਾਹੀਦੇ ਨੇ, ਉਹ ਚਾਹੀਦੇ, ਉਹ ਡੁਬੋਣ ਵਾਲੀਆਂ ਗੱਲਾਂ ਕਰਦੇ ਨੇ। ਗੁਰਮਤਿ ਦੇ ਖਿਲਾਫ ਨੇ ਸਾਰੀਆਂ ਗੱਲਾਂ, ਉਹ ਗੁਰਮਤਿ ਦੇ ਵਿਰੋਧੀ ਨੇ ਸਾਰੇ ਲੋਕ। ਉਹ ਉਹਨਾਂ ਨੇ ਡੁਬੋਈ ਹੈ ਸਿੱਖੀ ਅੱਜ ਤੱਕ। ਹੁਣ ਨਹੀਂ ਉਹਨਾਂ ਦੀ ਕੋਈ ਸੁਣਦਾ ਗੱਲ, ਨਾ ਉਹਨਾਂ ਦੀ ਸੁਣਦੇ। ਲੈ, ਉਹ ਤਾਂ ਆਪ ਹੀ ਸਿੱਖ ਨਹੀਂ ਹਨ। ਅਸਲ ਸਿੱਖੀ ਦੇ ਵਿਰੋਧ ਦੀ ਗੱਲ ਹੈ ਉਹ ਸਾਰੀ। ਰਾਜ ਕਰੇਗਾ ਖਾਲਸਾ ਵਾਲੇ ਵੀ ਉਹੀ ਨੇ, ਆਪਣੇ ਹੱਕ ਲੈਣੇ ਨੇ, ਉਹ ਵੀ ਉਹੀ ਗੱਲ ਹੈ। ਇਹ ਸਾਰੇ ਰੂਪ ਨੇ, ਇਹ ਧਨ ਕੇ ਹਿਤਕਾਰੀ ਨੇ ਸਾਰੇ ਲੋਕ। ਆਪ ਲੋਭੀ ਨੇ ਅਸਲ 'ਚ। ਲੋਭ ਲਹਿਰ ਚੱਲਦੀ ਹੈ ਅੰਦਰ ਇਹਨਾਂ ਦੇ। ਗੱਲੇ ਸਾਰਾ ਦਿਨ ਸੁਪਨੇ ਹੀ ਮਾਇਆ ਦੇ ਆਉਂਦੇ ਨੇ, ਹੋਰ ਕੁਛ ਵੀ ਨਹੀਂ ਇਹਨਾਂ ਦੇ ਕੋਲ ਹੈ। ਹਾਂਜੀ। ਕਾਮੀ ਪੁਰਖ ਕਾਮਨੀ ਪਿਆਰੀ, ਐਸੇ ਨਾਮੇ ਪ੍ਰੀਤ ਮੁਰਾਰੀ। ਜਿਵੇਂ ਕਾਮੀ ਪੁਰਖ ਕਾਮਨੀ ਪਿਆਰੀ, ਕਾਮੀ ਨੂੰ ਜਿਹੜਾ ਕਾਮਨਾ ਕਰਦਾ ਉਹਨੂੰ ਆਪਣੀ ਇੱਛਾ ਤੱਕ ਪਿਆਰ ਹੈ। ਇੱਛਾ ਕੋਈ ਵੀ ਕਰ ਲਵੇ। ਉਹ ਕਹਿੰਦਾ ਮੇਰੀ ਇੱਛਾ ਪੂਰੀ। ਇੱਕ ਨਿਆਣਾ ਉਹਦੀ ਇੱਛਾ ਵੀ ਮੈਂ ਸਕੂਟਰੀ ਲੈ ਦੂੰ। ਉਹਨੂੰ ਕਿਸੇ ਮਾਂ ਬਾਪ ਨਾਲ ਵੀ ਪਿਆਰ ਤਾਂ ਹੈ ਜੇ ਸਕੂਟਰੀ ਲੈ ਦੇਵੇ। ਕਿਸੇ ਚੀਜ਼ ਨਾਲ ਨਹੀਂ ਪਿਆਰ, ਹੁਣ ਤਾਂ ਉਹ ਲੈ ਦੋ। ਹੁਣ ਤਾਂ ਆਪਣੀ ਕਾਮਨਾ ਪਿਆਰੀ ਹੈ, ਉਹਨੂੰ ਕਿਸੇ ਨਾਲ ਪਿਆਰ ਨਹੀਂ ਹੈ। ਉਹਨੂੰ ਤਾਂ ਆਪਣੇ ਇੱਛਾ ਨਾਲ ਪਿਆਰ ਹੈ। ਉਹਦੀ ਇੱਛਾ ਪੂਰੀ ਹੋ ਜਾਵੇ ਬਸ। ਉਹਨੂੰ ਆਪਣੀ ਇੱਛਾ ਨਾਲ ਪ੍ਰੇਮ ਹੈ, ਕਿਸੇ ਨਾਲ ਨਹੀਂ ਪ੍ਰੇਮ। ਇਸ ਕਰਕੇ ਸੰਸਾਰ ਆਪਣੀ ਇੱਛਾ ਨਾਲ ਪ੍ਰੇਮ ਕਰਦਾ, ਕੋਈ ਕਿਸੇ ਨਾਲ ਨਹੀਂ ਕਰਦਾ। ਸਵਾਰਥੀ ਹੈ ਸੰਸਾਰ। ਇਸ ਕਰਕੇ ਗੁਰਬਾਣੀ ਕਹਿੰਦੇ ਝੂਠੀ ਦੇਖੀ ਪ੍ਰੀਤ ਜਗਤ ਮੈਂ, ਝੂਠੀ ਦੇਖੀ ਪ੍ਰੀਤ। ਆਪਣੇ ਹਿੱਤ ਸਭ ਤੋਂ ਲਾਗੇ ਕਿਆ, ਆਪਣੇ ਹੀ ਹਿੱਤ ਸਭ ਲਾਗੇ ਕਿਆ ਦਾਰਾ ਕਿਆ। ਆ ਉਹ ਗੱਲ ਹੈ। ਕਾਮਨੀ ਇੱਛਾ ਦੀ ਗੱਲ ਹੈ। ਕਾਮਨੀ ਇੱਛਾ ਹੁੰਦੀ ਹੈ। ਕਾਮ में ਇੱਛਾ ਕਰਨ ਵਾਲਾ, ਜੋ ਵੀ ਇੱਛਾ ਕਿਸੇ ਦੀ ਇੱਛਾ ਕੁਛ ਵੀ ਹੋ ਸਕਦੀ। ਅਮਲੀ ਕੋ ਜੈਸੇ ਅਮਲ ਵਾਲ, ਉਹਦੀ ਇੱਛਾ ਫੀਮ ਖਾੜਦੀ ਹੈ।
ਉਹਦੀ ਇੱਛਾ ਹੈ। ਤੈਸੇ ਮੇਰੇ ਮਨ ਰਾਮਈਆ, ਦੇਖੋ ਉਹ ਵੀ ਇੱਛਾ ਸੀ ਅਮਲੀ ਦੀ। ਇੱਥੇ ਤੈਸੇ ਤੈਸੇ ਨਾਮੇ ਪ੍ਰੀਤ ਮੁਰਾਰੀ, ਤੈਸੇ ਨਾਮੇ ਪ੍ਰੀਤ ਮੁਰਾਰੀ। ਜਿਵੇਂ ਅਮਲੀ ਦੀ ਅਮਲ ਨਾਲ ਇੱਛਾ ਹੈ, ਅਮਲ ਦੀ ਇੱਛਾ ਹੈ, ਉਹਦੇ ਨਾਲ ਪ੍ਰੀਤ ਹੈ ਉਹਦੀ। ਐ ਨਾਮੇ ਦੀ ਮੁਰਾਰੀ ਨਾਲ ਪ੍ਰੀਤ ਹੈ। ਹਾਂਜੀ। ਸਾਈ ਪ੍ਰੀਤ ਜੇ ਆਪੇ ਲਾਏ, ਗੁਰ ਪ੍ਰਸਾਦੀ ਦੁਬਦਾ ਜਾਏ। ਜੇ ਹੁਣ ਉਹਨਾਂ ਦੇ ਹਿਸਾਬ ਨਾਲ ਅਰਥ ਕਰੀਏ, ਜੇ ਸੰਸਾਰ ਦੇ ਹਿਸਾਬ ਨਾਲ ਇਹਦੇ ਅਰਥ ਕਰ ਦਈਏ, ਇਹਦੇ ਅਰਥ ਇਹਦਾ ਅਸ਼ਲੀਲ ਹੈ। ਫਿਰ ਇਹ ਵੀ ਅਸ਼ਲੀਲ ਹੈ। ਕਾਮੀ ਪੁਰਖਾਮ ਅਸੀਂ ਉਹ ਨਿਕਲ ਗਏ ਇੱਥੋਂ ਇਹਦੇ ਅਰਥ ਕਰਕੇ, ਉਹ ਕਰਕੇ ਦਿਖਾਉਣ, ਸਾਰੇ ਟੀਕੇ ਫਸੇ ਹੋਏ ਨੇ। ਇਹਦਾ ਅਸ਼ਲੀਲ ਹੈ। ਫਿਰ ਇਹ ਤਾਂ ਅਸ਼ਲੀਲ ਹੈ, ਸਾਰੀ ਗੱਲ ਹੀ ਅਸ਼ਲੀਲ ਹੈ। ਫਿਰ ਆਓ ਜੈਸੇ ਪਰ ਪੁਰਖਾ ਰਤ ਨਾਰੀ, ਲੋਭੀ ਨਰ ਧਨ ਕਾ ਹਿਤਕਾਰੀ, ਕਾਮੀ ਪੁਰਖ ਕਾਮਨੀ ਪਿਆਰੀ, ਐਸੀ ਨਾਮੇ ਪ੍ਰੀਤ ਮੁਰਾਰੀ। ਇੱਥੇ ਨਿਕਲ ਕੇ ਦਿਖਾਉਣ। ਉਹ ਜੇ ਉਹ ਲੈ ਲੈਣਗੇ ਤੇ ਫਿਰ ਤਾਂ ਗਏ। ਉਹ ਲਿਆ ਹੋਇਆ ਸਾਰੇ ਟਿਕਟ ਲਿਆ ਹੋਇਆ ਹੀ ਲਿਆ ਹੋਇਆ ਹੈ। ਹੀ ਹੈ। ਇੱਥੇ ਵੀ ਫਸਣਗੇ, ਆਚ ਵੀ ਫਸਣਗੇ, 10ਵੀਂ 'ਚ ਵੀ ਫਸਣਗੇ। ਦੋ ਜਗ੍ਹਾ ਫਸ ਗਏ ਉਹ। ਇਹ ਤਾਂ ਅਸੀਂ ਸੰਗਤ ਵਿੱਚ ਕਰਦੇ ਹਾਂ, 10ਵੀਂ ਦੀ ਤਾਂ ਲੋੜ ਨਹੀਂ ਸੰਗਤ ਵਿੱਚ ਅਰਥਾਂ ਦੀ। ਉਹ ਤਾਂ ਸਾਡਾ ਉਹ ਵੈਸੇ ਸਟੱਡੀ ਆਦਮੀ ਦੀ, ਉਹ ਪਰਸਨਲ। ਇਹ ਸੰਗਤ ਵਿੱਚ ਬਹਿ ਕੇ ਹੈ, ਉਹ ਸੰਗਤ ਵਿੱਚ ਬਹਿ ਕੇ ਹੈ ਨਹੀਂ। ਉੱਥੇ ਕਦੇ ਵੀ ਵਿਚਾਰ ਦੀ ਗੱਲ ਨਹੀਂ ਆਈ, ਇੱਥੇ ਵਿਚਾਰ ਦੀ ਗੱਲ ਆਈ ਹੈ। ਇੱਥੇ ਸਭਾ ਵਿਛਾ ਕੇ ਬੈਠਣ ਦੀ ਗੱਲ ਆਈ ਹੈ। ਇੱਥੇ ਸੰਗਤ ਦੀ, ਉੱਥੇ ਸੰਗਤ ਦੀ ਗੱਲ ਕਿਤੇ ਹੈ ਦੱਸੋ? ਸਾਰੇ 10ਵੀਂ 'ਚ ਸੰਗਤ ਦੀ ਕਿਤੇ ਗੱਲ ਨਹੀਂ। ਇਕੱਲੇ ਆਦਮੀ ਨੇ ਪੜ੍ਹਨੀ ਆ ਆਪ ਉਹ ਬਾਣੀ ਸਾਰੀ। ਉਹ 'ਚ ਕਪੈਸਿਟੀ ਹੈ ਇਕੱਲੇ ਦੀ, ਉਹ ਕਪੈਸਿਟੀ ਹੈ ਉਹਨੂੰ ਸਮਝ ਲੈਣ ਦੀ। ਜੇ ਆਦ ਸਮਝਿਆ ਹੋਵੇ ਤਾਂ, ਜੇ ਇਹੀ ਨਹੀਂ ਸਮਝਿਆ ਉਹਨੂੰ ਪੜ੍ਹਨ ਦੀ ਲੋੜ ਹੀ ਨਹੀਂ। ਜਿਹੜਾ ਸਿੱਖ ਨਹੀਂ ਅਜੋ ਉਹ ਖਾਲਸਾ ਕਿਵੇਂ ਹੋ ਜੂਗਾ? ਭਾਈ ਪਿਓ ਦੇ ਜਦ ਚੜ੍ਹਦੀ ਹੈ, ਜਦ ਬੂਟਾ ਪਹਿਲਾਂ ਹੋਵੇ। ਉਹ ਜਿਹੜਾ ਬੂਟਾ ਜੰਮਿਆ ਹੋਇਆ ਉਸ ਨੂੰ ਪਿਓ ਚੜਾਓਗੇ ਤੁਸੀਂ। ਜਿਹਦੀ ਟਾਹਣੀ ਦੀ ਪਿਓ ਚੜਾਉਣੀ ਉਹ ਤਾਂ ਹੈਗਾ ਹੀ ਆ, ਉਹਦਾ ਤਾਂ ਕੋਈ ਰੌਲਾ ਨਹੀਂ। ਇਹ ਤਾਂ ਨਾਮ ਦੇ ਬੂਟੇ ਨੂੰ ਪਿਓ ਦਾ ਉਹ 10ਵੀਂ ਦੀ ਚੜਾਉਣੀ, ਉਹ 10ਵੀਂ ਦਾ ਪਿਓ ਚੜਾਈ ਹੈ। ਮੂਲ ਰੂਪ ਵਿੱਚ ਤਾਂ ਸਿੱਖੀ ਦਾ ਬੂਟਾ ਹੈ। ਆਦ ਸਮਝ ਕੇ ਆ ਗਿਆ। ਸਿੱਖੀ ਦੇ ਬੂਟੇ ਨੂੰ 10ਵੀਂ ਦੀ ਪਿਓ ਦਾ ਚੜਾਈ ਹੋਈ, ਉਹ ਉਹਦਾ ਪਿਓ ਦਾ। ਜਾੜੇ ਦੀ ਉਹ ਚੱਲਣੀ ਹੈ, ਜਾੜੇ ਦੀ ਚੱਲਣੀ ਹੈ। ਉੱਤੇ ਪਿਓ ਦੀ ਟਾਹਣੀ ਉਹਦੀ ਚੱਲਣੀ ਹੈ। ਉੱਤੇ ਜੜ ਸਿੱਖੀ ਦੀ ਉਹ ਚੱਲੂਗੀ। ਸਿੱਖੀ ਛੱਡ ਕੇ ਕਾਹਦੇ ਜੋਗੇ? ਜੜ ਇਸੇ ਦੀ ਚੱਲਣੀ ਹੈ, ਉਤਲੀ ਟਾਹਣੀ ਦੂਈ ਚੱਲਣੀ ਹੈ। ਉਹਦਾ ਪਿਓ ਚੜਾਈ ਹੋਈ ਹੈ। ਪਿਓ ਨੂੰ ਲੈਂਦੇ ਨੇ ਪਹਿਲਾਂ, ਜੜ ਦਾ ਪਤਾ ਹੀ ਨਹੀਂ। ਪਿਓ ਤਾਂ ਕਾਹਤੇ ਚੜ੍ਹੋਗੇ? ਹਵਾ 'ਚ ਨਹੀਂ ਪਿਓ ਚੜ੍ਹਦੀ ਹੁੰਦੀ। ਪਹਿਲਾਂ ਕੋਈ ਚਾਹੀਦਾ ਥੱਲੇ, ਪਹਿਲਾਂ ਬੂਟਾ ਚਾਹੀਦਾ, ਇੱਕ ਹੋ ਕੇ ਉੱਗਿਆ ਹੋਇਆ ਚਾਹੀਦਾ, ਤਾਂ ਪਿਓ ਚੜੂਗੀ। ਬੂਟਾ ਕੀ ਹੁੰਦਾ? ਇੱਕ ਹੋਏ ਤਾਂ ਉੱਗੇ ਹੋਏ ਨੂੰ ਪਿਓ 10ਵੀਂ ਦੀ ਚੜੂਗੀ। ਉੱਗਣ ਦੇ ਪਹਿਲਾਂ 10ਵੀਂ ਪੜ੍ਹਨ ਦੀ ਲੋੜ ਹੀ ਨਹੀਂ ਹੈ। ਜੇ ਪਹਿਲਾਂ ਪੜੂਗਾ ਕੁਛ ਹੋਰੇ ਬਣ ਜੂਗਾ ਉਹਦਾ। ਪਹਿਲਾਂ ਇਹਦੇ 'ਚ ਇੱਕ ਹੋ ਕੇ ਉੱਗ ਲਓ, ਫਿਰ ਉਹਨੂੰ ਛੇੜਿਓ ਬਾਅਦ 'ਚ। ਹਾਂਜੀ। ਸਾਈ ਪ੍ਰੀਤ ਜੇ ਆਪੇ ਲਾਏ, ਸਾਈ ਪ੍ਰੀਤ ਜੇ ਆਪੇ ਲਾਏ। ਪ੍ਰੀਤ ਉਹ ਹੈ ਜਿਹੜੀ ਪ੍ਰੀਤ ਉਹਨੇ ਆਪ, ਜਿਹੜੀ ਪ੍ਰੀਤ ਅਸੀਂ ਆਪਣੇ ਆਪ ਲਾਈ ਹੈ, ਅੰਦਰੋਂ ਪੈਦਾ ਹੋਈ ਹੈ। ਸਾਡੇ ਜਿਹੜੀ ਅੰਦਰੋਂ ਪ੍ਰੀਤ ਪੈਦਾ ਹੋਈ ਹੈ ਨਾ, ਉਹ ਪ੍ਰੀਤ ਹੁੰਦੀ ਹੈ। ਕਿਸੇ ਦੀ ਸੁਣੀ ਸੁਣਾਈ ਪ੍ਰੀਤ ਲਾਈ ਹੋਈ ਨਹੀਂ। ਜਿਹੜੀ ਸੁਣੀ ਸੁਣਾਈ ਪ੍ਰੀਤ ਹੈ ਨਾ ਲਾਈ ਹੋਈ, ਜਿਵੇਂ ਅਸੀਂ ਕਹਿੰਦੇ ਹਾਂ ਬਾਹਰ ਵੀ ਮਾਂ ਬਾਪ ਨੂੰ ਭਾਈ ਐਂ ਕਰੀਦਾ ਐਂ ਕਰੀਦਾ, ਪ੍ਰੀਤ ਨਹੀਂ ਹੁੰਦੀ, ਉਹ ਝੂਠੀ ਹੁੰਦੀ ਹੈ। ਜਿਹੜੀ ਅੰਦਰੋਂ ਪੈਦਾ ਹੋਈ ਹੈ ਪ੍ਰੀਤ, ਆਪਣੇ ਅੰਦਰੋਂ ਪੈਦਾ ਹੁੰਦੀ ਹੈ ਜਾਂ ਪ੍ਰੀਤ, ਉਹ ਸੱਚੀ ਹੁੰਦੀ ਹੈ। ਜੇ ਅੰਦਰੋਂ ਹੀ ਨਹੀਂ ਪੈਦਾ ਹੋਈ ਪ੍ਰੀਤ, ਉਹਨਾਂ ਦੀ ਉਹ ਪ੍ਰੀਤ ਠੀਕ ਹੈ ਮਾਂ ਬਾਪ ਦੇ ਜਾਂ ਕਿਸੇ ਦੇ ਪ੍ਰਤੀ ਜਿਨ੍ਹਾਂ ਦੇ ਆਪਣੇ ਅੰਦਰੋਂ ਪੈਦਾ ਹੋਈ ਹੋਈ, ਉਹ ਪ੍ਰੀਤ ਸੱਚੀ ਹੈ। ਜੇ ਕੋਈ ਦਿਲੋਂ ਪ੍ਰੀਤ ਕਰਦਾ ਹੈ, ਉਹ ਪ੍ਰੀਤ ਸੱਚੀ ਹੈ, ਆਪਾਂ ਕਹਿ ਦਿੰਦੇ ਹਾਂ। ਜੇ ਦਿਲੋਂ ਨਹੀਂ ਕਰਦਾ ਪ੍ਰੀਤ, ਤਾਂ ਫਿਰ ਉਹ ਬਣਾਉਟੀ ਹੈ।
ਜੇ ਆਪੇ ਲਾਏ ਉਹਦਾ ਮਨ ਦਾ ਜਿਹੜਾ ਮੂਲ ਹੈ ਨਾ, ਮਨ ਦਾ ਚਿੱਤ ਹੈ, ਉਹ ਜੇ ਮਨ ਨੂੰ ਪ੍ਰੀਤ ਲਾਵੇ, ਉਹ ਕਹੇ ਪ੍ਰੀਤ ਇਹਨੂੰ ਕਰਨੀ ਹੈ, ਤਾਂ ਕਰਦਾ ਮਨ। ਜੇ ਉਹ ਅੰਦਰਲਾ ਨਾ ਪ੍ਰੀਤ ਕਰਦਾ ਹੋਵੇ, ਬਾਹਰਲਾ ਕਿੱਥੋਂ ਕਰਨੀ ਹੈ? ਦਿਲ ਦੀ ਪ੍ਰੀਤ ਤਾਂ ਹੈ ਨਹੀਂ, ਉਹ ਪ੍ਰੀਤ ਦਿਮਾਗ 'ਚੋਂ ਹੀ ਪੈਦਾ ਹੋਈ ਹੋਈ ਹੈ, ਸਿਰਫ ਕਿਸੇ ਸਵਾਰਥ ਵਾਸਤੇ। ਉਹ ਪ੍ਰੀਤ ਤਾਂ ਉਹਨਾਂ ਚਿਰ ਹੈ ਜਿੰਨਾ ਚਿਰ ਉਹਦਾ ਕੰਮ। ਗੁਰਪ੍ਰਸਾਦੀ ਦੁਬਦਾ ਜਾਏ, ਗੁਰਪ੍ਰਸਾਦੀ ਦੁਬਦਾ ਜਾਏ, ਗਿਆਨ ਦੀ ਕਿਰਪਾ ਨਾਲ ਦੁਬਦਾ ਜਾਣੀ ਹੈ। ਇਹ ਦੁਬਦਾ ਕੀ ਹੈ? ਪ੍ਰੀਤ ਕਰਨੀ ਹੈ ਕਿ ਨਹੀਂ ਕਰਨੀ, ਇਹ ਦੁਬਦਾ। ਜੇ ਪ੍ਰੀਤ ਕਰਨੀ ਹੈ, ਜਿੰਨਾ ਚਿਰ ਅੰਦਰਲੇ ਨੇ ਪ੍ਰੀਤ, ਜਿੰਨਾ ਚਿਰ ਗਿਆਨ ਨਹੀਂ ਹੁੰਦਾ, ਅਸਲ ਦੇ ਵਿੱਚ ਸਮਝ ਨਹੀਂ ਆਉਂਦੀ, ਜਿੰਨਾ ਚਿਰ ਪਲਟਦੀ ਨਹੀਂ, ਕਮਲੀ ਪਲਟਦੀ ਨਹੀਂ ਨਾ ਹੈ, ਉਹਨਾਂ ਚਿਰ ਪ੍ਰੀਤ ਹੁੰਦੀ ਉਹ ਨਹੀਂ। ਜਦ ਪਲਟਦੀ ਹੈ ਕਮਲੀ ਇਹ, ਫੇਰ ਪ੍ਰੀਤ ਹੁੰਦੀ ਹੈ। ਜਿੰਨਾ ਚਿਰ ਅੰਦਰੋਂ ਬੁੱਧ ਨਹੀਂ ਨਾ ਪਲਟਦੀ, ਉਹ ਪ੍ਰੀਤ ਬਣਾਉਟੀ ਹੋਈ ਹੈ, ਉਹ ਦਿਖਾਵੇ ਦੀ ਪ੍ਰੀਤ ਹੈ। ਪਿਆ ਐਵੇਂ ਕਹਿਣ ਦੀ ਆ ਵੀ ਮਨ ਵਿੱਚ ਹੋਰ ਹੈ, ਮੁੱਖ 'ਚ ਹੋਰ ਹੈ। ਜਿਨ ਮਨ ਹੋਰ ਮੁੱਖ ਹੋਰ, ਬਸ ਮੂੰਹ ਦੀ ਪ੍ਰੀਤ ਹੈ, ਉਹ ਅੰਦਰਲੀ ਨਹੀਂ ਹੈ। ਜੇ ਅੰਦਰਲੇ ਨੇ ਵਿੱਚ ਪ੍ਰੀਤ ਹੈ, ਜੇ ਅੰਦਰਲੇ ਨੇ ਪ੍ਰੀਤ ਲਾਈ ਹੈ ਮਨ ਨੂੰ, ਫਿਰ ਮਨ ਦੇ ਵਿੱਚ ਪ੍ਰੀਤ ਆਊਗੀ। ਜੇ ਇਕੱਲੇ ਮਨ ਦੇ ਵਿੱਚ ਪ੍ਰੀਤ ਹੈ, ਬੁੱਧੀ ਨੇ ਮਨ ਦੇ ਵਿੱਚ ਤਾਂ ਫੀਡ ਕਰ ਲਈ, ਅੰਦਰਲੇ ਨੇ ਕੀਤੀ ਨਹੀਂ ਆਪਣੇ 'ਚ, ਉਹ ਇਹੋ ਜਿਹੀ ਪ੍ਰੀਤ ਹੁੰਦੀ ਹੈ ਜਿਹੋ ਜਿਹੀ ਮੋਦੀ ਬਾਦਲ ਦੀ ਸੀ। ਸੀ ਨਾ ਬੀਜੇਪੀ ਦੀ, ਯਾਰ ਅਕਾਲੀ ਦਲ ਦੀ ਪ੍ਰੀਤ ਇਹੋ ਜਿਹੀ ਹੁੰਦੀ ਆ। ਪਤੀ ਪਤਨੀ ਵਾਲਾ ਰਿਸ਼ਤਾ ਇਹੋ ਜਿਹਾ ਹੀ ਹੁੰਦਾ ਫਿਰ ਉਹ। ਹਾਂਜੀ, ਕਬੂ ਨ ਟੂਟਸ ਰਹਾ ਸਮਾਏ, ਕਬੀ ਨਾ ਟੂਟਸ ਰਹਾ ਸਮਾਏ, ਨਾਮੇ ਚਿਤ ਲਾਇਆ ਸਚ ਨਾਏ। ਨਾਮੇ ਨੇ ਤਾਂ ਸੱਚ ਨਾਲ ਚਿੱਤ ਲਾਤਾ, ਚਿੱਤ ਲਾਇਆ ਮਨ ਨਹੀਂ ਲਾਇਆ, ਮਨ ਆਪੇ ਲੱਗ ਜੂ। ਆ ਦੇਖੋ ਨਾ, ਚਿੱਤ ਲਾਇਆ ਮਨ ਨਹੀਂ ਲਾਇਆ, ਨਾਮੇ ਚਿਤ ਲਾਇਆ ਸਚ ਨਾਏ। ਚਿੱਤ ਕਾ ਲਾਇਆ, ਮਨ ਪੁੱਠਾ ਕਰਤਾ ਜਾ ਚਿੱਤ ਹੋਇਆ। ਕਮਲੀ ਪਲਟੀ ਹੈ ਜਦ, ਹਾਂ, ਜਾਂ ਕਮਲੀ ਪਲਟੀ, ਉਹ ਵੀ ਚਿੱਤ ਹੋ ਗਿਆ। ਜਾਂ ਪੁੱਠਾ ਕੀਤਾ, ਚਿੱਤ ਲਾਇਆ, ਹੁਣ ਇੱਕ ਹੋ ਗਿਆ ਚਿੱਤ। ਉਹ ਵੀ ਚਿੱਤ, ਉਹ ਵੀ ਚਿੱਤ, ਦੋ ਇੱਕ ਪਾਸੇ ਨੇ। ਜੈਸੀ ਪ੍ਰੀਤ ਬਾਰਿਕ ਅਰਮਾਤਾ, ਫਿਰ ਤੇ ਪੜ ਕਿਸੇ ਕੰਮ ਤੇ। ਕਬੂ ਨ ਟੂਟਸ ਰਹਾ ਸਮਾਏ, ਨਾਮੇ ਚਿਤ ਲਾਇਆ ਸਚ ਨਾਏ। ਨਾਮੇ ਨੇ ਸੱਚ ਨਾਲ ਚਿੱਤ ਲਾ ਲਿਆ, ਹੁਣ ਨਹੀਂ ਟੁੱਟਦਾ। ਹੁਣ ਤੋੜੀ ਨਾ ਟੁੱਟੈ, ਤੋੜੀ ਨਾ ਟੁੱਟੈ, ਛੋੜੀ ਨਾ ਛੂਟੈ, ਐਸੀ ਮਾਧੋ ਖਿੱਚ ਤਣੀ ਰਹਾ ਸਮਾਏ। ਹੁਣ ਤਾਂ ਸਮਾਇਆ ਹੋਇਆ ਵਿੱਚ, ਛੱਡਦਾ ਹੀ ਨਹੀਂ। ਜਿਹੜਾ ਪਾਣੀ ਸਮਾ ਗਿਆ ਧਰਤੀ ਵਿੱਚ, ਉਹ ਨਹੀਂ ਤੁਸੀਂ ਵਾਪਸ ਲਾਇਆ। ਜਿਹੜੇ ਧਰਤੀ ਦੇ ਉੱਤੇ ਪਾਣੀ ਖੜਾ, ਉਹਨੂੰ ਚੱਕ ਕੇ ਘਰ ਪਾ ਲਓ। ਜੋ ਬਾਰਿਸ਼ ਹੋਈ ਹੈ, ਪਾਣੀ ਉੱਪਰ ਖੜਾ ਹੈ ਜੋ ਜ਼ਮੀਨ ਦੇ, ਉਹਨੂੰ ਤੁਸੀਂ ਕਿਸੇ ਭਾਂਡੇ 'ਚ ਪਾ ਕੇ ਲੈ ਸਕਦੇ ਹੋ। ਪਰ ਜਿਹੜਾ ਹੁਣ ਜ਼ਮੀਨ ਨੇ ਸੋਖ ਲਿਆ ਪਾਣੀ, ਉਹ ਕੱਢੋਗੇ, ਮੈਂ ਕੱਢੋਗੇ, ਉਹ ਸਮਾਇਆ ਹੋਇਆ ਨਹੀਂ ਕੱਢ ਸਕਦੇ। ਉਤਲਾ ਜਿਹੜਾ ਪਿਆ ਉਹ ਲੈ ਲਓ, ਉਹ ਕਿਸੇ ਚੀਜ਼ ਨਾਲ ਉਹ ਵੱਖਰਾ ਹੀ ਆ। ਜੇ ਪਿਆ ਉਹ ਤਾਂ ਵੱਖਰਾ ਹੀ ਪਿਆ। ਇਸ ਕਰਕੇ ਮਨ ਸਮਾ ਗਿਆ ਜਦ ਆਪਣੇ ਮੂਲ 'ਚ, ਉਹ ਨਹੀਂ ਵੱਖਰਾ ਕੀਤਾ ਜਾ ਸਕਦਾ। ਹੁਣ ਹਾਂਜੀ, ਜੈਸੀ ਪ੍ਰੀਤ ਬਾਰਕ ਅਰਮਾਤਾ, ਐਸਾ ਹਰ ਸੇਤੀ ਮਨ ਰਤਾ। ਜੈਸੀ ਪ੍ਰੀਤ ਬਾਰਕ ਅਰ ਮਾਤਾ, ਬਾਰਕ ਦੀ ਗੱਲ ਹੈ, ਜਵਾਨ ਦੀ ਗੱਲ ਨਹੀਂ ਹੈ। ਜਵਾਨ ਦੀ ਪ੍ਰੀਤ ਟੁੱਟ ਜਾਂਦੀ ਹੈ। ਬਾਰਕ ਦੀ ਅਰ ਮਾਤਾ ਦੀ ਜਿਹੜੀ ਪ੍ਰੀਤ ਹੁੰਦੀ ਹੈ, ਉਹ ਸੱਚੀ ਹੁੰਦੀ ਹੈ। ਬਸ ਛੋਟੇ ਬੱਚੇ ਦੀ ਅਰ ਮਾਂ ਦੀ ਪ੍ਰੀਤ ਸੱਚੀ ਹੁੰਦੀ ਹੈ। ਜਾਨਵਰਾਂ ਤੇ ਲੈ ਕੇ, ਛੋਟੇ ਜਾਨਵਰਾਂ 'ਚ ਵੀ ਇਹੀ ਗੱਲ ਹੈ। ਛੋਟਾ ਬੱਚਾ ਹੈ ਜਿਹੜਾ, ਜਿੰਨਾ ਚਿਰ ਬਾਰਕ ਹੈ ਔਰ ਮਾਤਾ ਹੈ, ਉਹਨਾਂ ਚਿਰ ਉਹਨਾਂ ਦੀ ਪ੍ਰੀਤ ਸੱਚੀ ਹੈ। ਜਾਂ ਜਵਾਨ ਹੋ ਜੂ ਫਿਰ ਕੋਈ ਪਤਾ ਨਹੀਂ, ਫਿਰ ਕੀ ਪਤਾ। ਬਾਰਕ ਲਫ਼ਜ਼ ਵਰਤਿਆ,
ਪੂਤ ਨਹੀਂ ਵਰਤਿਆ, ਪੁੱਤ ਨਹੀਂ ਵਰਤੇ। ਪੁੱਤ ਨਹੀਂ ਵਰਤਿਆ, ਬਾਰਕ ਵਰਤਿਆ। ਹਾਂ, ਹਰ ਪੁਆਇੰਟ ਤੇ ਧਿਆਨ ਰੱਖਣ ਦੀ ਲੋੜ ਹੈ। ਪੁੱਤ ਕਿਉਂ ਨਹੀਂ ਵਰਤਿਆ? ਬਾਰਕ ਵਰਤਿਆ। ਪੁੱਤ ਤਾਂ 90 ਸਾਲ ਦਾ ਵੀ ਹੁੰਦਾ। ਜਿਵੇਂ ਮਾਂ 120 ਸਾਲ ਦੀ ਹੈ ਤਾਂ ਪੁੱਤ ਤਾਂ 90 ਸਾਲ ਦਾ ਵੀ ਹੋਊ ਉਹਦਾ, ਨਾ 110 ਸਾਲ ਦੀ ਹੈ, 15 ਦੀ ਵੀ ਹੋ ਸਕਦੀ ਹੈ ਮਾਂ। ਬੱਚਾ 15 ਸਾਲ ਦਾ ਵੀ ਹੋ ਸਕਦਾ ਪੈਦਾ, ਤੇ 90 ਸਾਲ ਦਾ ਵੀ ਪੁੱਤ ਉਹ ਪੁੱਤੇ ਕਹੂਗਾ। ਉਦੋਂ ਨਹੀਂ ਪਤਾ ਕੀ ਗੱਲ ਹੈ ਹੋਊ। ਬਾਰਕ ਹੈ, ਬਾਰਕ ਦੇ ਵਿੱਚ ਨਿਰਮਲ ਬੁੱਧ ਹੁੰਦੀ ਹੈ, ਤੇ ਮਾਂ ਦਾ ਤਾਂ ਦਿਲ ਬਾਰਕ ਦੇ ਪ੍ਰਤੀ ਸਾਫ ਹੁੰਦਾ ਹੀ ਹੁੰਦਾ। ਪਰੀ ਸੱਚੀ ਹੁੰਦੀ ਹੈ ਉਹ, ਜੈਸੀ ਮਾਂ ਦਾ ਦਿਲ ਤਾਂ ਬਾਰਕ ਦੇ ਪ੍ਰਤੀ ਕਦੇ ਹੁੰਦਾ ਹੀ ਨਹੀਂ ਮੈਲਾ। ਪਹਿਲਾਂ ਬਾਅਦ ਚ ਵੀ ਨਹੀਂ ਹੁੰਦਾ, ਬਾਅਦ ਚ ਉਹਦੀ ਮਜਬੂਰੀ ਹੈ, ਉਹੀ ਤੋੜ ਛੱਡਦਾ। ਤੇ ਬਾਰਕ ਦੇ ਯਾਰ ਮਾਂ ਦੀ ਜਿਹੜੀ ਪ੍ਰੀਤ ਹੈ, ਉਹ ਐਸੀ ਪ੍ਰੀਤ, ਉਹ ਵੇਲੇ ਦੀ ਪ੍ਰੀਤ ਫੇਰ ਨਹੀਂ ਹੁੰਦੀ। ਬਸ ਜੈਸੀ ਬਾਰ ਕਰ ਮਾਤਾ, ਐਸਾ ਹਰ ਸੇਤੀ ਮਨ ਰਾਤਾ, ਐਸਾ ਹਰ ਸੇਤੀ ਮਨ ਰਾਤਾ। ਇਹ ਵੀ ਬਾਰਕਾ ਹੁਣੇ ਜੰਮਿਆ ਨਾ। ਹਾਂ, 9 ਤਨ ਚੇਲਾ, 9 ਤਨ ਚੇਲਾ ਜੋ ਹੁਣੇ ਜੰਮਿਆ ਬਾਰਕਾ ਜੇ। ਐਸਾ ਹਰ ਸੇਤੀ ਮਨ ਰਾਤਾ, ਐਸਾ ਹਰ ਸੇਤੀ ਮਨ ਰਾਤਾ। ਬੜਾ ਹੋ ਕੇ ਇਹ ਵੀ ਪਤਾ ਨਹੀਂ, ਤਾਂ ਹੀ ਥੱਲੇ ਡੇ ਪੈਂਦਾ। ਪ੍ਰੀਤ ਇਹਦੀ ਵੀ ਟੁੱਟ ਜਾਂਦੀ ਹੈ, ਬੜਾ ਹੋ ਕੇ ਟੁੱਟਦੀ ਹੈ। ਜਾਂ ਪ੍ਰੀਤ ਪੁਰਾਣੀ ਹੋ ਜਾਂਦੀ ਹੈ, ਇਹ ਜਦੇ ਆਉਂਦਾ ਇੱਥੇ ਫਿਰ ਧਰਤੀ ਤੇ ਫਿਰ ਪੈਂਦਾ ਕਿਤੇ ਕਿਤੇ, ਇਹ ਵੀ ਟੁੱਟ ਜਾਂਦੀ ਹੈ। ਬਾਰਕ ਦੀ ਨਹੀਂ ਟੁੱਟਦੀ ਹੁੰਦੀ ਕਹਿੰਦੇ। ਹਾਂਜੀ, ਪ੍ਰਣਵੇ ਨਾਮ ਦਿਓ ਲਾਗੀ ਪ੍ਰੀਤ, ਗੋਬਿੰਦ ਬਸੈ ਹਮਾਰੇ ਚੀਤ। ਪ੍ਰਣਵੇ ਨਾਮ ਦਿਓ ਲਾਗੀ ਪ੍ਰੀਤ। ਨਾਮਦੇਵ ਕਹਿੰਦਾ ਬੇਨਤੀ ਇਹ ਕਰਦਾ ਮੈਂ, ਮੇਰੀ ਪ੍ਰੀਤ ਜਿਹੜੀ ਲੱਗੀ ਹੈ ਨਾ, ਲਾਗੀ ਪ੍ਰੀਤ, ਪ੍ਰੀਤ ਲੱਗ ਗਈ, ਤੇ ਗੋਬਿੰਦ ਬਸੈ ਹਮਾਰੇ ਚੀਤ। ਗੋਬਿੰਦ ਮੇਰੇ ਹੁਣ ਚਿੱਤ ਵਿੱਚ ਵਸਦਾ। ਜਿਹਦੀ ਪ੍ਰੀਤ ਹੁੰਦੀ ਆ ਉਹ ਅੰਦਰ ਹੀ ਵਸਦਾ ਹੁੰਦਾ, ਅੰਦਰ ਵਸਦਾ ਹੀ ਹੁੰਦਾ, ਤਾਂ ਹੀ ਨਹੀਂ ਭੁੱਲਦਾ। ਫਿਰ ਕਿੱਥੇ ਭੁੱਲਦਾ? ਉਹ ਫਿਰ ਜਦ ਕੋਈ ਐਸਾ ਐਕਸੀਡੈਂਟ ਹੋ ਜਾਂਦਾ, ਕਹਿੰਦੇ ਬਾਪ ਕਹਿੰਦਾ ਵੀ ਭੁੱਲਦਾ ਨਹੀਂ ਹੈਗਾ। ਮੈਂ ਹੁਣ ਜਾਂ ਰੋਟੀ ਖਾਣਾ ਜਦ ਵੀ ਯਾਦ ਆ ਜਾਂਦਾ, ਜਦ ਭੁੱਖ ਮਰ ਜਾਂਦੀ ਹੈ। ਭੁੱਖ ਲੱਗਦੀ ਹੋਈ ਨਹੀਂ ਜਾਂ ਭੁੱਲਦਾ। ਭੁੱਲੇ ਤਾਂ ਭੁੱਖ ਲੱਗੇ, ਭੁੱਲਦਾ ਹੈ ਨਹੀਂ, ਭੁੱਖ ਲੱਗਦੀ ਨਹੀਂ। ਤੇ ਜਿਹਦੇ ਨਾਲ ਪ੍ਰੀਤ ਹੁੰਦੀ ਆ ਬਸ ਦਾ ਅੰਦਰ ਹੁੰਦਾ ਹੀ ਆ, ਚਾਹੇ ਦੁਨਿਆਵੀ ਗੱਲ ਹੋਵੇ ਚਾਹੇ ਨਿਰਾਕਾਰੀ ਹੋਵੇ। ਹਾਂਜੀ, ਘਰ ਕੀ ਨਾਰ ਤਿਆਗੈ ਅੰਧਾ, ਪਰ ਨਾਰੀ ਸਿਉ ਘਾਲੈ ਧੰਦਾ। ਘਰ ਕੀ ਨਾਰ ਤਿਆਗੈ ਅੰਧਾ। ਘਰ ਕੀ ਨਾਰ ਕਿਹੜੀ ਤਿਆਗਤੀ? ਜਿਹੜੀ ਅੰਤਰਾਤਮਾ ਦੀ ਆਵਾਜ਼ ਆ ਉਹ ਛੱਡਤੀ। ਅੰਤਰਾਤਮਾ ਦੀ ਆਵਾਜ਼ ਛੱਡਤੀ, ਜਿਹੜੀ ਅੰਦਰੋਂ ਆਵਾਜ਼ ਆਉਂਦੀ ਹੈ। ਫਿਰ ਘਰ ਕੀ ਮੱਤ, ਘਰ ਕਾ ਬਾਪ, ਘਰ ਕੇ ਬਾਪ ਨੇ ਜਿਹੜੀ ਮੱਤ ਦਿੱਤੀ ਹੈ ਉਹ ਛੱਡਤੀ। ਕਿਉਂ? ਮਨ ਜਾਣਤ ਸਭ ਬਾਤ, ਜਾਣਦਾ ਜਾਣਤੇ ਹੀ ਔਗਣ ਕਰੇ। ਫਿਰ ਔਗਣ ਕਾਹਤੇ ਕਰਦਾ ਬਈ? ਬਾਪ ਤਾਂ ਅੰਦਰਲਾ ਜਾਣਦਾ ਸਭ ਕੁਝ ਬੁਰਾ, ਉਹ ਛੱਡ ਦਿੰਦਾ। ਘਰ ਕੀ ਮੱਤ, ਘਰ ਕੀ ਨਾਰ ਤਿਆਗੇ ਅੰਧਾ। ਨਾ ਉਹੀ ਹੈ, ਆਪਣੀ ਅਕਲ ਤਿਆਗਤੀ, ਅੰਦਰ ਪਤਾ ਹੈ ਵੀ ਗੱਲ ਗਲਤ ਹੈ। ਪਰ ਨਾਰੀ ਸਿਉ ਘਾਲੈ ਧੰਦਾ। ਦੂਏ ਦੀ ਮਗਲ ਲੱਗ ਕੇ ਗਲਤ ਕੰਮ ਕਰ ਲਿਆ। ਗੁਰਬਾਣੀ ਕਹਿੰਦੀ ਹੈ ਪੱਥਰ ਪੂਜਾ ਨਹੀਂ ਕਰਨੀ। ਗੁਰਬਾਣੀ ਕਹਿੰਦੀ ਹੈ ਜੋ ਉਹ ਨਹੀਂ ਮੰਨੀ, ਪਤਾ ਨਹੀਂ ਕਿਹਦੀ ਗੱਲ ਮੰਨ ਲਈ। ਵਾਹਿਗੁਰੂ ਵਾਹਿਗੁਰੂ ਕਿਹਨੇ ਕਿਹਾ ਸੀ ਨਾਮ ਹੁੰਦਾ? ਉਹ ਗੁਰਬਾਣੀ ਹੁਣ ਵੀ ਨਹੀਂ ਮੰਨਦੇ, ਹੋਰੇ ਕਿਸੇ ਦੀ ਮਤ ਮੰਨੀ ਜਾਂਦੇ ਨੇ। ਇਹ ਤਾਂ ਘਰ ਕੀ ਨਾਰ ਹੈ, ਉਹ ਨਿਜ ਭਗਤੀ ਸੀਲਵੰਤੀ ਨਾਰ ਹੈ ਨਾ। ਨਿਜ ਭਗਤੀ ਹੈ, ਨਿਜ ਭਗਤੀ ਹੀ ਇਹ ਹੈ ਘਰ ਕੀ ਨਾਰ। ਜਿਹੜੀ ਨਿਜ ਭਗਤੀ ਹੈ, ਆਤਮ ਗਿਆਨ ਦੀ ਭਗਤੀ ਹੈ,
ਇਸੇ ਨੂੰ ਕਿਹਾ ਹੋਇਆ ਘਰ ਕੀ ਨਾਰ। ਅੰਨੇ ਨੇ ਤਿਆਗਤੀ, ਅੰਤਰਾਤਮਾ ਦੀ ਆਵਾਜ਼ ਤਿਆਗਤੀ। ਪਰ ਨਾਰੀ ਸੋ ਘਾਲੇ ਧੰਦਾ। ਆ ਦੂਈ ਮੱਤ ਹੈ ਕਿਸੇ ਦੀ ਲੈ ਲਈ, ਖਬਰ ਕਿਹਦੀ ਹੈ ਮੱਤ? ਮਨਮਤ ਲੈ ਲਈ। ਗੁਰਮਤ ਤਿਆਗਤੀ, ਮਨਮਤ ਫੜ ਲਈ। ਬਾਹਰੋਂ ਸਿੱਖਿਆ ਕਿਸੇ ਤੋਂ ਲੈ ਲਈ, ਅੰਦਰਲੀ ਸਿੱਖਿਆ ਤਿਆਗਤੀ। ਪਰ ਨਾਰੀ ਸਿਉ ਘਾਲੇ ਜੈਸੇ ਮਨ ਦੀ ਜਿਹੜੀ ਮੱਤ ਹੈ ਪਰ ਨਾਰੀ ਹੈ। ਜਿੰਨੀਆਂ ਵੀ ਮਨਮੱਤਾਂ ਨੇ ਦੁਨੀਆ ਦੀਆਂ ਪਰ ਨਾਰੀ ਨੇ। ਇੱਕ ਗੁਰਮਤ ਸਾਰਿਆਂ ਦੀ ਘਰ ਕੀ ਨਾਰ। ਘਰ ਕਿੱਥੇ ਹੈ ਭਲਾ ਸਾਡਾ? ਸੰਸਾਰ 'ਚ ਕੋਈ ਘਰ ਨਹੀਂ ਸਾਡਾ ਹੈਗਾ। ਫਿਰ ਇੱਥੇ ਤਾਂ ਸਾਰੇ ਨਥਾਵੇਂ ਨੇ। ਮਨ ਪਰਦੇਸੀ ਜੇ ਥੀਏ ਸਭ ਦੇਸ਼ ਪਰਾਇਆ। ਘਰ ਕਿੱਥੇ? ਘਰ ਸੱਚਖੰਡ ਹੈ ਸਾਰਿਆਂ ਦਾ ਹੀ। ਇਹ ਸੱਚਖੰਡ ਦੀ ਮੱਤ ਹੈ। ਘਰ ਕੀ ਨਾਰ ਤਾਂ ਕਹਿੰਦੇ ਨੇ। ਉਹ ਘਰ ਤਾਂ ਇੱਕੋ ਹੀ ਹੈ ਸਭ ਦਾ। ਸੋ ਘਰ ਕਿਹਾ ਸੋ ਦਰ ਕਿਹਾ, ਸੋ ਦਰ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਜੇ ਸਾਰਿਆਂ ਦੀ ਸੰਭਾਲ ਕਰਦਾ ਉਹ ਘਰ ਕਿਹੜਾ? ਸੱਚਖੰਡ ਹੀ ਹੈ। ਜਦ ਜਾਣਾ ਆਪਣੇ ਘਰ ਜਾਣਾ, ਜਿੱਥੇ ਵਿਆਹ ਕੇ ਜਾਣਾ ਉਹ ਘਰ ਹੈ। ਕਹੇ ਕਬੀਰ ਮੁਝੇ ਵਿਆਹੇ ਚਲੇ हैं। ਤੇ ਫਿਰ ਪੇਕਿਆਂ ਦੇ ਘਰ ਨੂੰ ਤਾਂ ਲੜਕੀ ਦਾ ਘਰ ਬਣਿਆ ਹੀ ਨਹੀਂ ਜਾਂਦਾ ਕਦੇ ਵੀ। ਪਿਓਕਿਆਂ ਦੇ ਘਰ ਨੂੰ ਜਿੱਥੇ ਲੜਕੀ ਪੈਦਾ ਹੁੰਦੀ ਉਹਨੂੰ ਤਾਂ ਘਰ ਮੰਨਿਆ ਨਹੀਂ ਜਾਂਦਾ। ਉਹਨੂੰ ਉਹਦਾ ਦੇਸ਼ ਵੀ ਨਹੀਂ ਮੰਨਿਆ ਜਾਂਦਾ। ਉਹਨੂੰ ਉਹਦਾ ਦੇਸ਼ ਵੀ ਨਹੀਂ ਮੰਨਿਆ ਜਾਂਦਾ, ਕਦੇ ਵੀ ਨਹੀਂ ਮੰਨਿਆ ਜਾਂਦਾ, ਇੱਥੇ ਵੀ ਨਹੀਂ ਮੰਨਿਆ ਜਾਂਦਾ। निरंकार का जो देश है निराकार है, निरंकार है आत्मा। निरंकार के देश जाए तां सुख लहे महल। ਇਹਦਾ ਮਹਿਲ ਹੈ ਉੱਥੇ, ਖਾਲੀ ਪਿਆ ਉੱਥੇ। ਉਹਨੂੰ ਛੱਡੀ ਫਿਰਦਾ ਇੱਥੇ। ਅੱਧਾ ਉੱਥੇ ਅੱਧਾ ਇੱਧਰ ਹੈ, ਧਿਆਨ ਇੱਧਰ ਹੈ। ਉਹ ਸੁੱਤਾ ਪਿਆ ਉੱਥੇ। ਜਾਂ ਜਾਗਦਾ ਫਿਰ ਮਹਿਲ 'ਚ ਹੈ। ਜਾਂ ਜਾਗਦਾ ਨਾ, ਉਹ ਜਿਹੜੀ ਜਾਗਦੇ ਦੀ ਮੱਤ ਹੈ ਉਹ ਘਰ ਕੀ ਮੱਤ ਹੈ। ਜਿਹੜੀ ਜਾਗਦੇ ਦੀ ਮੱਤ ਹੈ ਉਹ ਘਰ ਕੀ ਨਾਰ ਹੈ। ਆਹ ਜਾਗਦਿਆਂ ਦੀ ਜਿਹੜੀ ਮੱਤ ਹੈ ਨਾ ਗੁਰਮਤ, ਇਹ ਜਾਗਦਿਆਂ ਦੀ ਗੱਲ ਹੈ। ਉਹ ਘਰ ਕੀ ਹੈ? ਜਿਹੜੀ ਸੁਪਨੇ ਦੀ ਮੱਤ ਹੈ ਹੋਰ ਕਿਸੇ ਦੀ ਹੈ, ਬਗਾਨੀ ਹੈ। ਹੁਣ ਜੇ ਇਹਨੂੰ ਵੀ ਆਪਾਂ ਲੈ ਲਈਏ ਸੰਸਾਰੀ ਬਾਹਰ ਦੀ, ਇੱਥੇ ਵੀ ਫਸ ਗਏ। ਇਹ ਵੀ ਅਸ਼ਲੀਲ ਹੈ। ਫਿਰ ਇਹ ਤਾਂ ਕੋਈ ਸੰਸਾਰੀ ਉਪਦੇਸ਼ ਥੋੜੀ ਹੈ। ਦੇਖੋ ਗੁਰਬਾਣੀ ਤੇ ਸ਼ਰਤ ਹੈ ਇਹ ਕਿ ਬ੍ਰਹਮ ਗਿਆਨ ਹੈ ਸਾਰਾ। ਲੋਕ ਕहें ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਜੋ ਕਾਸੀ ਉਪਦੇਸ਼ ਤੇ ਮਾਨਸ ਮਰਤੀ ਬਾਰ। ਇਹ ਬ੍ਰਹਮ ਗਿਆਨ ਨਾਲ ਬਣਾ ਕੇ ਦਿਖਾਓ ਇਹਨੂੰ। ਜੇ ਬ੍ਰਹਮ ਗਿਆਨ ਨਾਲ ਮਿਲਾਵਾਂਗੇ ਤਾਂ ਆਪੇ ਹੈ ਨਹੀਂ। ਚਾਹੇ ਆਦ ਲੈ ਲਓ, ਚਾਹੇ ਦਸਮ ਲੈ ਲਓ, ਸਾਡੇ ਕੋਲ ਬ੍ਰਹਮ ਗਿਆਨ ਤੇ ਸਿਵਾ ਕੁਛ ਨਹੀਂ ਹੈ। ਜਿਹੜੇ ਲੋਕ ਦੂਜੇ ਅਰਥ ਕਰਦੇ ਨੇ ਅਸਲ ਦੇ ਵਿੱਚ ਉਹਨਾਂ ਨੂੰ ਪਤਾ ਹੀ ਨਹੀਂ ਹੈ ਗੁਰਬਾਣੀ ਦੇ ਅਰਥ ਕਿਵੇਂ ਕਰੀਦੇ ਨੇ, ਗੁਰਬਾਣੀ ਦੇ ਅਰਥ ਕਰਨ ਵੇਲੇ ਸ਼ਰਤਾਂ ਕੀ ਨੇ। ਇਹ ਤਾਂ ਬ੍ਰਹਮ ਗਿਆਨ ਹੈ, ਬ੍ਰਹਮ ਵਿਚਾਰ ਹੈ। ਤੇ ਬ੍ਰਹਮ ਵਿਚਾਰ ਤਾਂ ਲੱਭਦੀ ਹੋ ਨਹੀਂ ਹੈ ਟੀਕਿਆਂ 'ਚੋਂ। ਜੋ ਲੱਭਦੀ ਨਹੀਂ ਟੀਕਿਆਂ ਦੇ ਵਿੱਚੋਂ, ਤੇ ਕਿਸ ਆਧਾਰ 'ਤੇ ਤੁਸੀਂ ਬੋਲ ਰਹੇ ਹੋ? ਟੈਂ ਟੈਂ। ਵਿਦਵਾਨ ਔਰ ਬ੍ਰਹਮ ਵਿਚਾਰ ਦਾ ਤਾਂ ਮੇਲੇ ਕੋਈ ਨਹੀਂ। ਵਿਦਵਾਨ ਤਾਂ ਬ੍ਰਹਮ ਦੀ ਗੱਲ ਹੀ ਨਹੀਂ ਜਾਣਦਾ। ਇਹ ਜਿਹੜੇ ਟੈਂ ਟੈਂ ਕਰਦੇ ਤੇ ਆਪੇ ਚੁੱਪ ਕਰ ਜਾਣਗੇ। ਹੁਣ ਗੁਰਬਾਣੀ ਜੇ ਸਭ ਕੁਝ ਲਿਖਿਆ ਹੋਇਆ, ਤੁਸੀਂ ਗੁਰਬਾਣੀ 'ਤੇ ਸ਼ਰਤਾਂ ਜਿਹੜੀਆਂ ਲੱਗੀਆਂ ਉਹਨਾਂ ਨੂੰ ਇਗਨੋਰ ਕਰਕੇ ਇਹਦੇ ਅਰਥ ਕਿਵੇਂ ਕਰ ਲਓਗੇ? ਸਾਰੇ ਨਿਯਮ ਗੁਰਬਾਣੀ 'ਚ ਨੇ। ਅਸੀਂ ਬਾਉਂਡ ਹਾਂ ਇਹਦੇ ਅਰਥ ਕਰਨ ਨੂੰ, ਦੂਏ ਅਰਥ ਕਰੇ ਨਹੀਂ ਸਕਦੇ। ਅਸੀਂ ਬਾਉਂਡ ਕੀਤੇ ਪਏ ਉੱਥੇ ਜਗ੍ਹਾ ਜਗ੍ਹਾ 'ਤੇ ਗੁਰਬਾਣੀ 'ਚ। ਇਹਨਾਂ ਨੂੰ ਕੀ ਪਤਾ ਬਾਉਂਡ ਕੀ ਹੁੰਦਾ? ਤਾਂ ਮੂਰਖ ਨੇ ਇਕੱਠੇ ਹੋਏ ਸਿਆਣੇ ਚੁੱਪ ਕਰਕੇ। ਉਹ 10-20 ਮੂਰਖ ਨੇ ਜਿਹੜੇ, ਉਹਨਾਂ ਨੇ 10-20 ਦੂਏ ਜਿਵੇਂ ਹੁੰਦਾ ਨਾ ਕੁੱਤੇ ਰੱਖੇ ਹੁੰਦੇ ਨੇ ਛੋਟੇ ਕਤੂਰੇ, ਹਲਾ ਕਰਦੀਆਂ ਭੌਂਕਣ ਲੱਗ ਜਾਂਦੇ ਨੇ। ਪਰ ਜੇ ਉਹਦੇ ਠੁੱਡ ਮਾਰੇ ਨਾ
ਬਸ ਇੱਕੋ ਠੁੱਡ ਬਹੁਤ ਆ ਉਹਦੇ ਲੱਗੀ ਹੋਈ। ਫਿਰ ਦੁਬਾਰਾ ਬੋਲਤੀ ਬੰਦ ਹੋ ਜਾਂਦੀ ਹੈ ਨਾ। ਜੇ ਬਚ ਰਹੇ ਤਾਂ ਵੀ ਨਹੀਂ ਦੁਬਾਰਾ ਭੌਂਕਦਾ, ਜੇ ਬਚ ਵੀ ਜਾਵੇ ਤਾਂ ਵੀ ਨਹੀਂ ਦੁਬਾਰਾ ਭੌਂਕਦਾ। ਕਈ ਪਸਲੀਆਂ ਟੁੱਟੇ ਜਾਂਦੀਆਂ ਨੇ ਉਹਦੀਆਂ। ਹਾਂਜੀ ਕੱਲ੍ਹ ਨੂੰ ਦੁਬਾਰਾ